ਅਕਾਲ ਜੀ। ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਹੁਣ ਤੱਕ ਦੀਆਂ ਜਿਹੜੀਆਂ ਖਾਸ ਖਬਰਾਂ ਨੇ ਉਹ ਤੁਹਾਡੇ ਨੂੰ ਰੂਬਰੂ ਕਰਵਾਵਾਂਗੇ। ਇਹਨਾਂ ਖਬਰਾਂ ਤੇ ਤੁਹਾਡੇ ਕੀ ਵਿਚਾਰ ਨੇ ਜਾਣਨ ਲਈ ਅਸੀਂ ਜੀ ਵੇਟ ਕਰਾਂਗੇ ਤੁਹਾਡੀ ਕਾਲ ਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਮੁੱਦਿਆਂ ਉੱਤੇ, ਅੱਜ ਦੀਆਂ ਖਬਰਾਂ ਉੱਤੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਵਿੱਚ ਕਾਲ ਕਰਕੇ। ਨਾਲ ਦੇ ਨਾਲ ਜੇਕਰ ਤੁਹਾਡੇ ਕੋਲ ਕਿਸੇ ਖਬਰ ਦੇ ਬਾਰੇ ਵਿੱਚ ਜਾਂ ਫਿਰ ਤੁਹਾਡੇ ਕੋਲ ਕੋਈ ਅਜਿਹੀ ਜਾਣਕਾਰੀ ਹੈ ਜੋ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰਕੇ ਸਾਡੇ ਨਾਲ ਉਹ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੀ ਪ੍ਰੋਗਰਾਮ ਵਿੱਚ ਜੋੜ ਲੈਂਦੇ ਹਾਂ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਨਮਸਕਾਰ ਜੀ। ਕੀ ਹਾਲ ਚਾਲ ਨੇ ਸਰ ਤੁਹਾਡੇ? ਸੌਰੀ ਕੱਲ ਮੈਨੂੰ ਬਹੁਤ ਜ਼ਰੂਰੀ ਕੰਮ ਹੋ ਗਿਆ ਸੀਗਾ, ਇਸ ਕਰਕੇ ਮੈਨੂੰ ਜਾਣਾ ਪੈ ਗਿਆ ਜੀ। ਹਾਲ ਬੜਾ ਵਧੀਆ, ਤੁਹਾਨੂੰ ਪਤਾ ਕਈ ਵਾਰੀ ਕਬੀਲਦਾਰੀ ਦੀਆਂ ਅਸੀਂ ਗੱਲਾਂ ਹੁੰਦੀਆਂ ਨੇ ਉਸ ਸਮੇਂ ਤੇ ਫਿਰ ਆਪਣੀ ਵੱਡੀ ਗੱਲ ਇਹ ਹੈਗੀ ਕਿ ਆਪਾਂ ਇਹਦੀ ਰਿਕਾਰਡਿੰਗ ਨਹੀਂ ਕਰ ਸਕਦੇ, ਆਪਾਂ ਲਾਈਵ ਕਰਨਾ ਹੁੰਦਾ ਕਿਉਂਕਿ ਆਪਾਂ 6 ਵਜੇ ਤੱਕ ਦੀਆਂ ਖਬਰਾਂ ਉਡੀਕਦੇ ਹਾਂ। ਸੋ ਇਸ ਕਰਕੇ ਮੈਂ ਮਾਫੀ ਚਾਹੁੰਦਾ ਕੱਲ ਨਹੀਂ ਹਾਜ਼ਰ ਹੋ ਸਕਿਆ ਜੀ। ਤੇ ਖਬਰਾਂ ਦਾ ਜੀ ਸ਼ੁਰੂਆਤ ਕਰਦੇ ਹਾਂ। ਅੱਜ ਬਹੁਤ ਸਾਰੀਆਂ ਖਬਰਾਂ ਨੇ ਡਿਸਕਸ ਕਰਨ ਵਾਲੀਆਂ ਜਿਹੜੀਆਂ ਕਿ ਲੇਟੈਸਟ ਇਸ ਵਕਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਸਰ ਬਰੈਂਪਟਨ ਇਸ ਕ੍ਰਾਈਮ ਸਿਟੀ ਵੱਲ ਵੱਧਦਾ ਹੋਇਆ। ਬਹੁਤ ਸਾਰੀਆਂ ਹਰ ਰੋਜ਼ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ, ਅਜਿਹੇ ਹਾਦਸੇ ਹੋ ਰਹੇ ਨੇ, ਅਜਿਹੀਆਂ ਚੋਰੀ ਡਕੈਤੀ ਦੀਆਂ ਘਟਨਾਵਾਂ ਵੀ ਸਾਹਮਣੇ ਤਾਂ ਆਈਆਂ ਹੀ ਨੇ, ਪਰ ਹੁਣ ਗੋਲੀਬਾਰੀ ਦੀਆਂ ਘਟਨਾਵਾਂ ਵੀ ਸਾਹਮਣੇ ਆਉਣ ਲੱਗ ਗਈਆਂ ਨੇ। ਸਭ ਤੋਂ ਪਹਿਲਾਂ ਜੀ ਸਰ ਸੌਰੀ ਤਰਨ, ਇਹ ਜਿਹੜੀ ਗੱਲ ਹੈਗੀ ਆ, ਹਾਲਾਤ ਐਸੇ ਬਣਦੇ ਜਾ ਰਹੇ ਨੇ ਕਿ ਐਕਸਕਿਊਜ਼ ਮੀ ਕਿ ਬਾਰਡਰ ਦੇ ਉੱਤੇ ਹਮੇਸ਼ਾ ਕਸੂਰ ਕੱਢਿਆ ਜਾਂਦਾ ਜੀ। ਸਾਡਾ ਬਾਰਡਰ ਬੜਾ ਪੁਲਿਸ ਹੈ, ਉਸ ਦੇ ਵਿੱਚੋਂ ਗਨਸ ਆ ਰਹੀਆਂ ਨੇ, ਹਰ ਕਿਸਮ ਦੀ ਗਨ ਉੱਥੋਂ ਆਉਂਦੀ ਹੈ, ਚਾਹੇ ਕਿਤੋਂ ਆਉਂਦੀ ਹੈ ਗਨ ਆਪਣੇ ਅਲਾਉਡ ਹੈ ਨਹੀਂ ਇੱਥੇ, ਪਰ ਲੋਕਾਂ ਕੋਲ ਗਨਸ ਚੱਕੀ ਫਿਰਦੇ ਨੇ। ਬਰੈਂਪਟਨ ਦੇ ਵਿੱਚ ਅੱਜ 2:30 ਵਜੇ ਦੀ ਗੱਲ ਹੈ ਦੁਪਹਿਰ ਦੀ, ਜਦੋਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਵਿਲੀਅਮਸ ਪਾਰਕਵੇ ਐਂਡ ਮੈਕਲੌਗਲਨ ਦੇ ਏਰੀਆ ਦੇ ਵਿੱਚ ਹੈ। ਉੱਥੇ ਇੱਕ ਘਰ ਦੇ ਵਿੱਚ ਕੁਝ ਅਣਪਛਾਤੇ ਲੋਕ ਆਏ ਨੇ ਜੀ, ਉਹਨਾਂ ਨੇ ਗੋਲੀ ਚਲਾਈ ਹੈ। 2 ਜਣੇ ਸੀ ਉੱਥੇ, ਇੱਕ ਔਰਤ ਸੀ ਤੇ ਇੱਕ ਮਰਦ ਸੀ। ਔਰਤ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਮਰਦ ਜ਼ਖਮੀ ਹੈਗਾ ਜੀ। ਅਜੇ ਕੋਈ ਪਤਾ ਨਹੀਂ ਹੈ, ਭਾਲ ਹੋ ਰਹੀ ਹੈ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈਗਾ। ਅਜੇ ਤੱਕ ਕੁਝ ਪਤਾ ਨਹੀਂ ਹੈ, ਇਹ ਨਾ ਤਾਂ ਕੋਈ ਨਾਂ ਹੀ ਅਜੇ ਬਾਹਰ ਆਇਆ ਜੀ ਕਿਸੇ ਦਾ ਅਜੇ ਤੱਕ। ਜਿਵੇਂ ਆਪਾਂ ਨੂੰ ਨਵੀਂ ਇਨਫੋਰਮੇਸ਼ਨ ਆਏਗੀ, ਜੇ ਆਪਾਂ ਨੂੰ ਸੱਚ ਤੋਂ ਪਹਿਲਾਂ ਵੀ ਆ ਗਈ ਤਾਂ ਆਪਾਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ। ਬਿਲਕੁਲ ਜੀ। ਜੇਕਰ ਇਸ ਵਕਤ ਕੋਈ ਦਰਸ਼ਕ ਸਾਡੇ ਉਸ ਇਲਾਕੇ ਵਿੱਚ ਰਹਿਣ ਵਾਲੇ ਨੇ, ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਤਾਂ ਜਾਣਕਾਰੀ ਜ਼ਰੂਰ ਸਾਂਝੀ ਕਰਿਓ। ਤੇ ਸਰ ਇਸ ਤੋਂ ਬਾਅਦ ਨਾਲ ਦੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਆ ਪਿਕਰਿੰਗ ਤੋਂ, ਜਿੱਥੇ ਕਿ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਆ ਤੇ 4 ਸ਼ੱਕੀਆਂ ਦੀ ਭਾਲ ਦੇ ਵਿੱਚ ਹੈ ਪੁਲਿਸ। ਕੱਲ ਸ਼ਾਮ ਦੇ 5 ਵਜੇ ਦੀ ਗੱਲ ਹੈ। ਪਿਕਰਿੰਗ ਦੇ ਵਿੱਚ ਦੇਖੋ 5 ਵਜੇ ਪੂਰਾ ਦਿਨ ਹੁੰਦਾ ਹੈ। ਸਾਡੇ ਜੀ ਇੱਥੇ ਦਿਨ ਤਕਰੀਬਨ 9 ਵਜੇ ਦੇ ਨੇੜੇ ਛਪਦਾ, ਜਿਹੜੇ ਸਾਡੇ ਤੋਂ ਬਾਹਰਲੇ ਹੈਗੇ ਦਰਸ਼ਕ, ਜਿਹੜੇ ਬੰਦੇ ਦੇ ਗੋਲੀਆਂ ਮਾਰੀਆਂ ਗਈਆਂ ਨੇ, ਲੋਕ ਉਹਦੇ ਘਰ ਦੇ ਵਿੱਚ ਆਏ ਨੇ, ਕਾਰ ਦੇ ਉੱਤੇ ਆਏ ਨੇ, ਚਿੱਟੀ ਕਾਰ ਹੈ ਜੀ, ਉਹਦੀ ਵੀਡੀਓ ਆ ਗਈ ਹੈ। ਉਹਦੇ ਵਿੱਚੋਂ ਬੰਦੇ ਨਿਕਲਦੇ ਨੇ ਤੇ ਜਿਹੜਾ ਇਹ ਘਰ ਦਾ ਵਿੱਚ ਬੰਦਾ ਜਾਣਾ ਸੀ ਜਿਹਦੇ ਗੋਲੀਆਂ ਮਾਰੀਆਂ ਗਈਆਂ, ਉਹ ਆਪਣੀ ਕਾਰ ਚੋਂ ਨਿਕਲਦਾ ਤੇ ਉਹਨੂੰ ਗੋਲੀ ਮਾਰੀ ਗਈ ਹੈ ਜੀ। ਉਹ ਮੇਰੇ ਖਿਆਲ 4 ਜਾਂ 5 ਗੋਲੀਆਂ ਉਸੇ ਵੇਲੇ ਮਾਰੀ ਗਈਆਂ ਨੇ ਤੇ ਉਹ ਜਿਹੜਾ ਬੰਦਾ ਜੀ ਉਹ ਥੱਲੇ ਡਿੱਗ ਪੈਂਦਾ ਤਰਨ। ਤੇ ਉਸ ਤੋਂ ਮਗਰੋਂ ਜਿਹੜੇ ਕਾਰ ਦੇ ਵਿੱਚ ਦੂਜੇ ਫਰਾਰ ਹੋ ਜਾਂਦੇ ਨੇ, ਉਹ ਫਰਾਰ ਹੋ ਕੇ ਵਾਪਸ ਫੇਰ ਆ ਜਾਂਦੇ ਨੇ। ਉਹ ਦੇਖਦੇ ਨੇ ਕਿ ਜਿਹੜਾ ਬੰਦਾ ਹੈ ਜਿਹਦੇ ਗੋਲੀਆਂ ਮਾਰੀਆਂ ਸੀਗੀਆਂ ਉਹਦੇ ਅਜੇ ਉਹ ਹਿਲਜੁਲ ਹੈ। ਇੱਕ ਬੰਦਾ ਉਤਰਦਾ, ਫਿਰ 4-5 ਗੋਲੀਆਂ ਮਾਰਦਾ ਉਹਦੇ, ਤੇ ਉਸ ਤੋਂ ਬਾਅਦ ਫਿਰ ਉਹ ਭੱਜ ਜਾਂਦੇ ਨੇ, ਫਰਾਰ ਹੋ ਜਾਂਦੇ ਨੇ। ਤੇ ਪਰ ਅਜੇ ਤੱਕ ਜਿਹੜਾ ਜੀ ਜਿਹਦੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਵਿਕਟਮ ਹੈਗਾ ਜੀ ਹਸਪੀਟਲ ਦੇ ਵਿੱਚ ਹੈਗਾ ਤੇ ਆਪਦੀ ਜ਼ਿੰਦਗੀ ਦੇ ਨਾਲ ਲੜਾਈ ਕਰ ਰਿਹਾ ਹੈਗਾ। ਪਰ ਇਹ ਬੜੀ ਵੱਡੀ ਦਿਨ ਦਿਹਾੜੇ ਅਜਿਹੀਆਂ ਗੱਲਾਂ ਇਸ GTA ਦੇ ਵਿੱਚ ਹੋਣ ਲੱਗ ਪਈਆਂ ਤਰਨ। ਇਹ ਕੋਈ ਬਹੁਤਾ ਚੰਗਾ ਸੰਕੇਤ ਨਹੀਂ ਹੈ। ਜਿਹੜੇ ਹਿਸਾਬ 'ਚ ਗੋਲੀਬਾਰੀ ਦੋਨਾਂ ਥਾਵਾਂ ਤੇ ਹੋਈ ਹੈ, ਹੋ ਸਕਦਾ ਰਿਲੇਟਡ ਨਾ ਹੋਵੇ, ਪਰ ਆਮ ਜਿਹੜੀ ਗੈਂਗਵਾਰ ਹੁੰਦੀ ਹੈ ਉਹਦੇ ਵਿੱਚ ਇਹੋ ਜਿਹਾ ਕੁਝ ਕੀਤਾ ਜਾਂਦਾ। ਕਿਸੇ ਟਾਰਗੇਟਡ ਸ਼ੂਟਿੰਗ ਹੈ, ਤੁਸੀਂ ਜਾਣਾ ਕਿਸੇ ਬੰਦੇ ਨੂੰ ਸ਼ੂਟ ਕੀਤਾ, ਉੱਥੋਂ ਪਰੇ ਹੋ ਜਾਣਾ, ਆ ਜਾਣਾ। ਐਵੇਂ ਇੱਕ ਮਾਰਕਮ ਦੇ ਵਿੱਚ ਘਟਨਾ ਵਾਪਰੀ ਤਰਨ ਅੱਜ ਸਵੇਰੇ। ਉਹਦੇ ਵਿੱਚ ਵੀ ਡਰਾਈਵਰ ਸੀਗਾ, ਡਰਾਈਵਰ ਦੇ ਤੁਰੇ ਜਾਂਦੇ ਤੇ ਕਿਸੇ ਨੇ ਗੋਲੀ ਮਾਰੀ ਹੈ ਜੀ। ਡਰਾਈਵਰ ਦੀ ਅੱਗੇ ਜਾ ਕੇ ਟਰੱਕ, ਉਹਦੀ ਕਾਰ ਸੀਗੀ ਜੀ, ਦਰਖਤ ਦੇ ਵਿੱਚ ਵੱਜੀ ਹੈ ਤੇ ਉਸ ਦੀ ਉਸੇ ਜਗ੍ਹਾ ਤੇ ਮੌਤ ਹੋ ਗਈ। ਇਹ ਨਹੀਂ ਪਤਾ ਐਕਸੀਡੈਂਟ ਨਾਲ ਹੋਈ ਹੈ, ਇਹ ਨਹੀਂ ਪਤਾ ਗੋਲੀ ਵੱਜਣ ਨਾਲ ਹੋਈ ਹੈ, ਤੇ ਪੁਲਿਸ ਇਹਦੀ ਵੀ ਤਫਤੀਸ਼ ਕਰ ਰਹੀ ਹੈ ਜੀ। ਬਿਲਕੁਲ ਜੀ। ਤੇ ਹੁਣ ਜਿਹੜੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜੀ, ਕਾਫੀ ਦੁੱਖ ਦੀ ਖਬਰ ਹੈ। ਪਿਛਲੇ ਲਗਭਗ 5 ਦਿਨਾਂ ਦੇ ਵਿੱਚ ਜਿਹੜੇ 3 ਪੰਜਾਬੀ ਨੌਜਵਾਨ ਨੇ, ਉਹਨਾਂ ਦੀ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਲਗਾਤਾਰ ਪਿਛਲੇ ਅਸੀਂ ਦੇਖ ਰਹੇ ਹਾਂ ਕਿ ਲਗਭਗ 1.5-2 ਸਾਲ ਤੋਂ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਜਿਹੜੀ ਤਾਜ਼ਾ ਘਟਨਾ ਹੋਈ ਹੈ ਜਿਹਦੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਡੁੱਬ ਕੇ ਮੌਤ ਹੋਈ ਹੈ, ਤੁਹਾਨੂੰ ਉਹਨਾਂ ਦਾ ਪਹਿਲਾਂ ਥੋੜਾ ਜਿਹਾ ਵੇਰਵਾ ਦੇ ਦਈਏ। ਹਰਕਿੰਦ ਸਿੰਘ ਕੈਨੀ ਭੁੱਲਰ, ਜਿਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ।
ਕਾਰ ਦੇ ਵਿੱਚ ਉਹ ਵੀ ਸਵਾਰ ਸਨ, ਆਪਣੇ ਨਵੇਂ ਬਣ ਰਹੇ ਘਰ ਨੂੰ ਦੇਖਣ ਲਈ ਜਾ ਰਹੇ ਸੀ ਕਿ ਅਚਾਨਕ ਉਹਨਾਂ ਦੀ ਕਾਰ ਬੇਕਾਬੂ ਹੋ ਗਈ। ਅਜੇ ਤੱਕ ਉਹਨਾਂ ਦੀ ਲਾਸ਼ ਬਰਾਮਦ ਨਹੀਂ ਹੋ ਪਾਈ ਹੈ, ਪਰ 3 ਦਿਨ ਹੋ ਚੁੱਕੇ ਨੇ। ਸੋ ਉਹਨਾਂ ਦੇ ਸਰਵਾਈਵਲ ਦੇ ਚਾਂਸਸ ਜਿਹੜੇ ਆ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਬਹੁਤ ਘੱਟ ਨੇ। ਸੋ ਹੁਣ ਵੇਟ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਜਿਹੜੀ ਬੋਡੀ ਆ ਸ਼ਾਇਦ ਵਾਟਰ ਦੇ ਉੱਪਰ ਥੋੜੀ ਖੁਦ ਆਪ ਹੀ ਫਲੋਟ ਕਰਨ ਲੱਗ ਜਾਵੇ ਤੇ ਉਹਨਾਂ ਦੀ ਜਿਹੜੀ ਡੈਡ ਬੋਡੀ ਮਿਲ ਜਾਵੇ। ਇਹਨਾਂ ਦੀ ਉਮਰ 27 ਸਾਲ ਦੀ ਸੀ ਜੀ। ਚਿਲਾ ਬੈਗ ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਡੈਥ ਹੋਈ ਹੈ ਡੁੱਬਣ ਕਰਕੇ। ਦੂਸਰੀ ਮੌਤ ਹੋਈ ਹੈ ਜੀ ਗਗਨਦੀਪ ਸਿੰਘ ਦੀ। 23 ਸਾਲ ਦਾ ਗਗਨਦੀਪ ਸਿੰਘ, ਲੇਕ ਲੂਇਸ ਕੈਲਗਰੀ ਦੇ ਵਿੱਚ ਇਹਨਾਂ ਦੀ ਡੁੱਬਣ ਕਰਕੇ ਮੌਤ ਹੋ ਗਈ। ਸੈਲਫੀ ਖਿੱਚਦੇ ਹੋਏ ਪੈਰ ਸਲਿਪ ਕਰ ਗਿਆ ਜੀ, ਪਾਣੀ ਵਿੱਚ ਜਾ ਡਿੱਗੇ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ। ਤੇ ਤੀਸਰੀ ਡੈਥ ਹੋਈ ਆ ਮਨਪ੍ਰੀਤ ਦੀ। 22 ਸਾਲ ਦਾ ਮਨਪ੍ਰੀਤ ਅਜੇ ਹੁਣੀ ਉਹਨਾਂ ਨੇ ਵਰਕ ਪਰਮਿਟ ਲਿਆ ਸੀ ਤੇ ਮੈਨੀਟੋਬਾ ਵੱਲ ਨੂੰ ਉਹਨਾਂ ਨੇ ਸ਼ਿਫਟ ਹੋਣਾ ਸੀ। ਉਸ ਤੋਂ ਪਹਿਲਾਂ ਸਰੀ ਦੀ ਕਲਟਸ ਲੇਕ ਦੇ ਵਿੱਚ ਆਪਣੇ ਸਾਥੀਆਂ ਨਾਲ ਗਏ ਸੀ ਕਿ ਉੱਥੇ ਪਾਣੀ ਦਾ ਵਹਾਅ ਆਉਣ ਦੇ ਕਰਕੇ ਲਹਿਰਾਂ ਵਿੱਚ ਉਹਨਾਂ ਦੀ ਡੁੱਬਣ ਕਰਕੇ ਮੌਤ ਹੋ ਗਈ। ਸਰ, ਲਗਾਤਾਰ ਅਜਿਹੇ ਮਾਮਲੇ ਵੱਧ ਰਹੇ ਨੇ, ਕੀ ਕਾਰਨ ਹੈ? ਆਪਣੇ ਦਰਸ਼ਕਾਂ ਨੂੰ ਵੀ ਅਸੀਂ ਜ਼ਰੂਰ ਪੁੱਛਣਾ ਚਾਹਾਂਗੇ। ਸਰ, ਇੱਥੇ ਪਾਣੀ ਵਿੱਚ ਡੁੱਬਣ ਕਰਕੇ ਭਾਈਚਾਰੇ ਦੇ ਵਿੱਚ ਇਸ ਵਕਤ ਅਸੀਂ ਦੇਖ ਰਹੇ ਹਾਂ ਪੰਜਾਬੀ ਨੌਜਵਾਨਾਂ ਦੀ ਖਾਸ ਤੌਰ ਤੇ ਬਹੁਤ ਜ਼ਿਆਦਾ ਡੈਥ ਰੇਸ਼ੋ ਵੱਧ ਰਹੀ ਹੈ। ਤਰਨ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਜਾਂ ਇੰਡੀਆ ਚੋਂ ਲੋਕ ਆਉਂਦੇ ਨੇ, ਬਹੁਤੇ ਪੰਜਾਬ ਚੋਂ ਆਉਂਦੇ ਨੇ। ਪੰਜਾਬ 'ਚ ਪਾਣੀ ਘੱਟ ਹੈ, ਨਹਿਰਾਂ ਘੱਟ ਨੇ। ਸਾਡੇ ਜਿਹੜੇ ਤਾਂ ਨਹਿਰਾਂ ਦੇ ਨਾਲ ਹੈਗੇ ਨੇ ਉਹ ਤਾਂ ਤੈਰਨਾ ਸਿੱਖ ਲੈਂਦੇ ਨੇ। ਜਿਹੜੇ ਬੱਚੇ ਸ਼ਹਿਰਾਂ 'ਚ ਆਉਂਦੇ ਨੇ, ਸ਼ਹਿਰਾਂ ਦੇ ਵਿੱਚ ਬਹੁਤੇ ਪੂਲਸ ਹੈ ਨਹੀਂਗੇ, ਇਹੋ ਜਿਹੀਆਂ ਸਹੂਲਤਾਂ ਨਹੀਂ ਹੈ ਕਿ ਉਹ ਸਵਿਮਿੰਗ ਸਿੱਖ ਸਕਣ। ਔਨ ਟਾਪ ਆਫ ਦੈਟ ਤਰਨ, ਜਿਹੜੇ ਸਵਿਮਿੰਗ ਪੂਲ ਦੇ ਵਿੱਚ ਕਰਨੀ ਆ ਤੇ ਜਿਹੜੀ ਵਗਦੇ ਪਾਣੀ 'ਚ ਕਰਨੀ ਆ, ਦੋ ਬੜੀਆਂ ਵੱਖਰੀਆਂ ਚੀਜ਼ਾਂ ਨੇ। ਕਿ ਜਿਹੜਾ ਪਾਣੀ ਦੇ ਹੇਠਾਂ ਅੰਡਰ ਕਰੰਟ ਕਹਿੰਦੇ ਆ ਉਹਨੂੰ, ਕਈ ਵਾਰੀ ਉੱਪਰੋਂ ਪਾਣੀ ਬੜਾ ਬਿਲਕੁਲ ਸ਼ਾਂਤ ਹੁੰਦਾ ਪਰ ਥੱਲੇ ਪਾਣੀ ਬੜਾ ਤੇਜ਼ ਵਗਦਾ ਹੁੰਦਾ ਤੇ ਉਹ ਕਈ ਵਾਰੀ ਤੁਹਾਨੂੰ ਖਿੱਚ ਕੇ ਲੈ ਜਾਂਦਾ। ਸੈਕੰਡਲੀ, ਸਾਡੇ ਬੱਚਿਆਂ ਨੂੰ ਬਹੁਤਿਆਂ ਨੂੰ ਤੈਰਨਾ ਨਹੀਂ ਆਉਂਦਾ। ਅਸੀਂ ਡਰਦੇ ਨਹੀਂ ਹਾਂ ਪਾਣੀ ਤੋਂ ਪਲੀਜ਼ ਡਰੋ, ਕਿਉਂਕਿ ਇਹਦਾ ਥੋੜੀ ਵਿੱਚ ਵੀ ਬੰਦਾ ਡੁੱਬ ਸਕਦਾ ਹੈ। ਥੋੜੀ ਸਲਿਪ ਕਰਕੇ ਤਰਨ 4-5 ਫੁੱਟ ਡੂੰਘੇ ਪਾਣੀ ਵਿੱਚ ਵੀ ਬੰਦਾ ਡੁੱਬ ਸਕਦਾ ਹੈਗਾ। ਸੋ ਵੀ ਇਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਹੈਗਾ। ਪਾਣੀ ਚੰਗਾ ਲੱਗਦਾ, ਪਾਣੀ ਦੇ ਵਿੱਚ ਛਾਲ ਮਾਰਨ ਨੂੰ ਜੀ ਕਰਦਾ, ਪਾਣੀ 'ਚ ਨਹਾਉਣ ਨੂੰ ਜੀ ਕਰਦਾ। ਉਹ ਲੱਗਦਾ ਬੰਦੇ ਨੂੰ ਕਿ ਮੈਂ ਨੇੜੇ ਹੀ ਆ, ਮੈਂ ਕਿਹੜਾ ਦੂਰ ਆ। ਪਰ ਜਦੋਂ ਪਾਣੀ ਸਲਿਪ ਕਰ ਗਿਆ ਥੱਲੇ, ਕੁਛ ਨਾ ਕੁਛ ਸਲਿਪਰੀ ਹੁੰਦੀ ਹੈ ਤਾਂ ਇਹ ਗੱਲਾਂ ਹੁੰਦੀਆਂ। ਫਿਰ ਅਸੀਂ ਫੋਟੋ ਖਿਚਾਉਣ ਲੱਗਦੇ ਹਾਂ। ਗਗਨਦੀਪ ਦੀ ਫੋਟੋ ਆਈ ਵੀ ਹੋਈ ਹੈ, ਉਹਦੀ ਕਿਸੇ ਨੇ ਖਿੱਚੀ ਉਦੋਂ ਪਹਿਲਾਂ। ਜਿਹੜੀ ਫੋਟੋ ਖਿਚਾਉਣ ਲੱਗਦੇ ਆ, ਅਸੀਂ ਫੇਸ ਤਾਂ ਕੈਮਰੇ ਨੂੰ ਕਰ ਰਹੇ ਹਾਂ, ਅਸੀਂ ਪਿੱਛੇ ਦੇਖਦੇ ਨਹੀਂ ਕੀ ਹੈਗਾ। ਕਈ ਵਾਰੀ ਮਾੜਾ ਮੋਟਾ ਇੱਕ ਦਾ ਹੋਰ ਸਟੈਪ ਪਿੱਛੇ ਨੂੰ ਕਹਿੰਦੇ ਆ, ਤੇ ਜਾਣਦੇ ਆ ਤਾਂ ਬੰਦਾ once you lose control it's hard to gain control again। ਜਿਹੜੀ ਲੇਕ ਲੂਇਸ ਹੈ ਤਰਨ ਬੈਂਫ ਦੇ ਏਰੀਆ 'ਚ ਬਹੁਤ ਸੋਹਣਾ ਏਰੀਆ, ਬਹੁਤ ਸੋਹਣੀ ਲੇਕ ਹੈ। ਵੈਸੇ ਲੇਕ ਦੇਖਣ ਵਾਲੀ ਹੈ ਪਰ ਜਿਹੜੀ ਇਹ ਟ੍ਰੈਜਡੀ ਵਾਪਰੀ ਹੈ ਜੀ ਗਗਨਦੀਪ ਦੇ ਨਾਲ, ਬੜੀ ਮੰਦਭਾਗੀ ਹੈ। ਔਰ ਮੈਂ ਇੱਕ ਤੁਹਾਨੂੰ ਕੱਲ ਹੋਰ ਗੱਲ ਦੱਸਦਾ ਤਰਨ, ਮੈਨੂੰ ਵੀਕਐਂਡ ਦੇ ਉੱਤੇ ਨਾ ਆਪਣੇ ਬਰੈਂਪਟਨ ਤੋਂ ਇੱਕ ਏਰੀਆ ਹੈਗਾ, ਫੋਰਟਸ ਆਫ ਦੀ ਕ੍ਰੈਡਿਟ ਹੈ। ਉਸ ਏਰੀਏ ਬਹੁਤ ਸੋਹਣੀ ਰੋਡ ਹੈ। ਆਪਣੇ ਬੱਚੇ ਉੱਥੇ ਮੈਂ ਬਹੁਤ ਦੇਖੇ, ਮੈਂ ਸ਼ਾਮ ਨੂੰ ਗਿਆ, ਮੇਰਾ ਜਸਟ ਵੈਂਟ ਫॉर ਅ ਡਰਾਈਵ। ਆਪਣੇ ਜਿਹੜੇ ਇੰਡੀਆ ਤੋਂ ਬੱਚੇ ਪੜ੍ਹਨ ਆਏ ਹੋਏ ਆ, ਬਹੁਤ ਬੱਚੇ ਜਾਣਦੀ, ਮੈਂ ਹੈਰਾਨ ਹੋ ਗਿਆ ਵੀ ਇੱਥੇ ਇੰਨੇ ਮੇਰੇ ਖਿਆਲ ਸੈਂਕੜੇ ਦੇ ਨੇੜੇ ਹੋਣਗੇ ਜੀ, ਅੱਡ ਗਰੁੱਪਸ ਦੇ ਵਿੱਚ ਸੀਗੇ। ਅੱਛਾ, ਉਸ ਏਰੀਏ 'ਚ ਵੀ ਪਾਣੀ ਹੈਗਾ। ਪਲੀਜ਼ ਤੁਸੀਂ ਜਾਣਦੇ ਹੋ, ਠੀਕ ਹੈ, ਦੈਟਸ ਗੁੱਡ, ਇੰਜੋਏ ਕਰੋ, ਸੋਹਣੇ ਲੱਗਦੇ ਹੋ, ਬੜੇ ਸੋਹਣੇ ਤਿਆਰ ਹੋਏ ਸੀਗੇ। ਮੈਂ ਤਾਂ ਕਹਿਣਾ ਵੀ ਆਪਣੇ ਉੱਥੋਂ ਆਏ ਨੇ, ਕਿਉਂਕਿ ਜਿਹੜੇ ਇੱਥੋਂ ਦੇ ਬੱਚੇ ਬਹੁਤੇ ਹੈਗੇ ਤਰਨ ਉਹ ਸਜਾਉਂਦੇ ਆ। ਉੱਥੋਂ ਵਾਲੇ ਬੱਚੇ ਦਸਤਾਰ ਚਾਹੇ ਛੋਟੀ ਵੱਡੀ ਜਾਂ ਕਈਆਂ ਦੇ ਉਹ ਦੁਪੱਟਾ ਬੰਨਿਆ ਹੁੰਦਾ ਹਨਾ, ਇਸ ਤਾਂ ਪਛਾਣ ਹੁੰਦੀ ਸੀ ਕਿ ਜਾਣਦੇ ਹੋ ਤੁਸੀਂ, ਠੀਕ ਹੈ, ਇੰਜੋਏ ਕਰੋ। ਪਲੀਜ਼ ਪਾਣੀ ਦੇ ਨੇੜੇ ਨਾ ਜਾਓ, ਬੀ ਵੈਰੀ ਕੇਅਰਫੁਲ। ਪਾਣੀ ਕਿਸੇ ਦਾ ਮਿੱਤਰ ਨਹੀਂ ਹੈ ਜੀ, ਡੁੱਬਣ ਨੂੰ ਮਿੰਟ ਲੱਗਦਾ। ਸੋਹਣਾ ਬੜਾ ਲੱਗਦਾ ਬਟ ਜੇ ਤੁਹਾਨੂੰ ਤੈਰਨਾ ਨਹੀਂ ਨਾ ਆਉਂਦਾ, ਜੇ ਤੁਸੀਂ ਤੈਰਾਕ ਨਹੀਂ ਹੋ, ਜੇ ਤਰਨਾ ਆਉਂਦਾ ਉਹ ਗੱਲ ਵੱਖਰੀ ਹੈ, ਜੇ ਤੈਰਾਕ ਨਹੀਂ ਹੋ ਤਾਂ ਵਗਦੇ ਪਾਣੀ ਦੇ ਵਿੱਚ ਪਲੀਜ਼ ਨੈਵਰ ਇਵਨ ਗੋ ਕਲੋਜ਼ ਟੂ ਦਾ ਜਿੱਥੇ ਪਾਣੀ ਵਗ ਰਿਹਾ। ਸਰ, ਜਦੋਂ ਇਹਨਾਂ ਦੇ ਦੋਸਤਾਂ ਦੇ ਨਾਲ ਗੱਲ ਕੀਤੀ ਗਈ, ਇਹਨਾਂ ਦੇ ਦੋਸਤਾਂ ਨੇ ਕਿਹਾ ਕਿ ਇਹਨਾਂ ਨੇ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਸ ਤੋਂ ਬਾਅਦ ਹੁਣ ਪਛਤਾਵਾ ਪੱਲੇ ਰਹਿ ਗਿਆ। ਪਰ ਪਛਤਾਵੇ ਦੀ ਜਦੋਂ ਗੱਲ ਹੁੰਦੀ ਹੈ, ਜਦੋਂ ਤੁਸੀਂ ਉੱਥੇ ਜਾਂਦੇ ਹੋ ਉਸ ਜਗ੍ਹਾ ਤੇ, ਜਾਂ ਤੁਹਾਨੂੰ ਤੈਰਨਾ ਨਹੀਂ ਆਉਂਦਾ ਜਾਂ ਤਾਂ ਤੁਹਾਡਾ ਪਾਣੀ ਵਿੱਚ ਜਾਣ ਦਾ ਮਨ ਹੈ, ਤਾਂ ਲਾਈਫ ਜੈਕਟਸ ਕਮ ਸੇ ਕਮ ਪਾ ਕੇ ਜਾਓ, ਕੋਈ ਨਾ ਕੋਈ ਆਪਦਾ ਸੇਫਟੀ ਮੇਜਰਮੈਂਟਸ ਲੈ ਕੇ ਜਾਓ ਤਾਂ ਕਿ ਕਮ ਸੇ ਕਮ ਇਹੋ ਜਿਹੀ ਕੋਈ ਅਣਹੋਣੀ ਘਟਨਾ ਨਾ ਹੋਵੇ। ਹਾਲਾਂਕਿ ਠੀਕ ਆ, ਬਹੁਤ ਸਾਰੇ ਇੱਥੇ ਖੂਬਸੂਰਤ ਨਜ਼ਾਰੇ ਹੈਗੇ ਜਿਨ੍ਹਾਂ ਨੂੰ ਦੇਖਣ ਦਾ ਦਿਲ ਕਰਦਾ, ਅੱਗੇ ਹੋ ਕੇ ਉਹਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਵੀ ਇਸ ਚੀਜ਼ ਦਾ ਹਿੱਸਾ ਬਣੀਏ, ਪਰ ਕਮ ਸੇ ਕਮ ਆਪਣੇ ਸੇਫਟੀ ਜਿਹੜੀ ਚੱਲਣਾ ਬਹੁਤ ਜ਼ਰੂਰੀ ਹੈ। ਹਾਂ, ਅਸੀਂ ਸਾਡੀ ਗੱਲ ਪਤਾ ਕੀ ਹੈ, ਜਦੋਂ ਮੈਂ ਇੰਡੀਆ ਤੋਂ ਆਇਆ ਸੀਗਾ, ਜਦੋਂ ਉਦੋਂ ਸਾਨੂੰ ਵੀ ਇਸ ਗੱਲ ਦਾ ਇੰਨਾ ਪਤਾ ਨਹੀਂ ਸੀਗਾ ਕਿ ਜਿਹੜੀ ਸੇਫਟੀ ਦਾ ਖਿਆਲ ਰੱਖਣਾ, ਜਿਹੜੀ ਸੇਫਟੀ ਜੈਕਟ ਪਾਉਣੀ ਆ, ਉਦੋਂ ਲੱਗਣਾ ਜਦੋਂ ਵੀ ਕਿਤੇ ਜਾਣਾ ਬੋਟ ਵਗੈਰਾ ਤੇ ਜਾਣਾ ਤਾਂ ਪਹਿਲਾਂ ਇੱਕ ਤੁਹਾਨੂੰ ਦਿੰਦੇ ਵੀ ਇਹ ਪਾਉਣੀ ਪੈਣੀ ਆ, ਤੁਹਾਨੂੰ ਬੜੀ ਉੱਪਰੀ ਲੱਗਦੀ ਆ ਪਰ ਉਹ ਤੁਹਾਨੂੰ ਬਚਾਉਂਦੀ ਆ।
ਤੁਹਾਡੀ ਜ਼ਿੰਦਗੀ ਬਹੁਤ ਜ਼ਰੂਰੀ ਹੈ। ਜਿਹੜਾ ਤੁਹਾਨੂੰ ਕੋਈ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਉਹ ਕਰ ਲੈਣੀਆਂ ਚਾਹੀਦੀਆਂ ਨੇ। ਵੈਸੇ ਵੀ ਤਰਨ ਮੋਸਟਲੀ ਤੁਸੀਂ ਦੇਖੋਗੇ ਹਰ ਸਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਆਪਣੀ ਕਮਿਊਨਿਟੀ ਦੇ ਨਾਲ ਵਾਪਰਦੀਆਂ ਨੇ। ਆਪਣੀ ਕਮਿਊਨਿਟੀ ਦੇ ਵਿੱਚੋਂ ਜਿਹੜੇ ਉਹ ਵੀ ਨਵੇਂ ਆਏ ਹੁੰਦੇ ਨੇ ਉਹਨਾਂ ਨਾਲ ਇਹ ਵਾਪਰਦੀਆਂ ਨੇ। ਇਟਸ ਵੈਰੀ ਬਹੁਤ ਅਫਸੋਸ ਹੁੰਦਾ ਇਸ ਗੱਲ ਦਾ, ਇੰਨੀ ਯੰਗ ਉਮਰ ਦੇ ਵਿੱਚ ਕਿਸੇ ਦਾ ਚਲਿਆ ਜਾਣਾ ਮਾਪਿਆਂ ਵਾਸਤੇ ਕਿੰਨਾ ਵੱਡਾ ਜੀ, ਵੈਸੇ ਕਮਿਊਨਿਟੀ ਵਾਸਤੇ ਬੜਾ ਦੁੱਖ ਦੀ ਗੱਲ ਹੈ ਜੀ। ਬਿਲਕੁਲ ਸਰ, ਜਦੋਂ ਇਹਨਾਂ ਦੇ ਫਰੈਂਡਸ ਦੇ ਨਾਲ ਗੱਲ ਕੀਤੀ ਗਈ, ਇਹਨਾਂ ਦੇ ਫਰੈਂਡਸ ਦਾ ਵੀ ਇਹੀ ਕਹਿਣਾ ਸੀ ਕਿ ਜਦੋਂ ਦੇ ਸਟੂਡੈਂਟ ਵੀਜ਼ਾ ਤੇ ਇੱਥੇ ਪਹੁੰਚੇ ਸੀ ਇਹਨਾਂ ਨੇ ਅੱਜ ਤੱਕ 1 ਰੁਪਿਆ ਵੀ ਘਰੋਂ ਨਹੀਂ ਮੰਗਾਇਆ ਸੀ। ਆਪਦੀ ਫੀਸ ਖੁਦ ਕੱਢੀ, ਆਪਣੇ ਖਰਚੇ ਖੁਦ ਕੱਢਿਆ ਤੇ ਹੁਣ ਵਰਕ ਪਰਮਿਟ ਤੇ ਪਹੁੰਚ ਚੁੱਕੇ ਸੀਗੇ ਤੇ ਲਗਭਗ ਹੁਣ ਕਹਿੰਦੇ ਸੀਗੇ ਕਿ ਬਸ ਆਉਣ ਵਾਲੇ ਟਾਈਮ ਦੇ ਵਿੱਚ PR ਲੈ ਲੈਣੀ ਆ, ਘਰਦਿਆਂ ਨੂੰ ਬੁਲਾ ਲੈਣਾ ਤੇ ਲਾਈਫ ਸੈੱਟ ਹੋ ਜਾਣੀ ਆ। ਪਰ ਇਹ ਨਹੀਂ ਪਤਾ ਸੀ ਕਿ ਅਜਿਹੇ ਹਾਦਸੇ ਜਿਹੜੇ ਆ ਉਹ ਕਈ ਵਾਰੀ ਜਿਹੜੀ ਆ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਜ਼ਿੰਦਗੀ ਆਪਣੀ ਤਾਂ ਗਈ, ਪਿੱਛੇ ਮਾਪਿਆਂ ਦਾ ਕੀ ਹੋਣਾ? ਉਹਨਾਂ ਨੇ ਕੀ ਸੋਚ ਕੇ ਭੇਜਿਆ ਸੀ? ਇੱਕ ਚੰਗੇ ਫਿਊਚਰ ਵਾਸਤੇ ਭੇਜਿਆ ਸੀਗਾ ਵੀ ਉੱਥੇ ਜਾਓ, ਕੈਨੇਡਾ ਜਾ ਰਿਹਾ ਬੱਚਾ ਪੜ੍ਹੇਗਾ, ਚੰਗਾ ਫਿਊਚਰ ਹੋਏਗਾ। ਉੱਥੋਂ ਪਤਾ ਨਹੀਂ ਕਿਹੜੇ ਹਿਸਾਬ ਦੇ ਵਿੱਚ ਭੇਜਿਆਗਾ, ਕਿੰਨੀ ਮਿਹਨਤ ਕਰਕੇ ਭੇਜਿਆਗਾ, ਕਿੰਨੇ ਪੈਸੇ ਇਕੱਠੇ ਕਰਕੇ ਭੇਜੇ ਹੋਣਗੇ। ਤੇ ਦੇਖੋ ਸਾਰੇ ਉਹ ਜਿਹੜਾ ਮਹਿਲ ਬਣਾਇਆ ਹੁੰਦਾ ਸਾਰਾ ਢਹਿ ਗਿਆ ਜੀ। ਔਰ ਇਹ ਜਿਹੜੀਆਂ ਆਪਣੀਆਂ ਕਮਿਊਨਿਟੀਜ਼ ਇੱਥੇ ਆਉਂਦੀਆਂ ਨੇ ਬਾਹਰੋਂ, ਉਹਨਾਂ ਦੇ ਨਾਲ ਘਟਨਾਵਾਂ ਵਾਪਰਦੀਆਂ। ਰੀਜ਼ਨ ਇਹ ਹੈ ਤਰਨ, ਜਿਹੜੇ ਇੱਥੋਂ ਦੇ ਬੱਚੇ ਆ ਨਾ, ਚਾਹੇ ਆਪਣੇ ਪਰਿਵਾਰਾਂ ਵਿੱਚ ਵੀ ਜਿਹੜੇ ਪੈਦਾ ਹੋਏ ਨੇ, ਉਹ ਛੋਟੇ ਹੁੰਦੇ ਸਵਿਮਿੰਗ ਸਿੱਖਦੇ ਆ। ਇੱਥੇ ਪਾਣੀ ਦੇ ਵਿੱਚ ਖੇਡਣ ਦਾ ਰਿਵਾਜ ਹੈ। ਅਸੀਂ ਛੋਟੇ ਹੁੰਦੇ, ਮੇਰੇ ਬੱਚੇ ਨੇ ਜੀ ਛੋਟੇ ਹੁੰਦੇ ਅਸੀਂ ਸਵਿਮਿੰਗ 'ਚ ਪਾਏ ਸੀ। ਮੈਂ ਇਕੱਲੇ ਦੀ ਗੱਲ ਨਹੀਂ ਕਰ ਰਿਹਾ ਜੀ, ਆਲਮੋਸਟ ਹਰੇਕ ਫੈਮਿਲੀ ਦੇ ਬੱਚੇ ਸਵਿਮਿੰਗ ਜਾਂਦੇ ਹੀ ਜਾਂਦੇ ਆ। ਹਰੇਕ ਨਹੀਂ ਸੀ, ਬਹੁਤ ਘੱਟ ਹੋਣਗੇ ਜਿਨ੍ਹਾਂ ਨੂੰ ਨਹੀਂ ਆਉਂਦੀ ਹੈ। ਸੋ ਪਲੀਜ਼ ਪਹਿਲਾਂ ਮੈਂ ਸਭ ਨੂੰ ਇਹ ਰਾਏ ਦੇਵਾਂਗਾ ਜੀ, ਸਵਿਮਿੰਗ ਦੇ ਲੈਸਨ ਲਓ। ਲੈਸਨ ਲੈਣੇ, ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਲੈਸਨ ਲਓ। ਤੁਹਾਡੀ ਜ਼ਿੰਦਗੀ ਪੈਸੇ ਨਾਲੋਂ ਕੋਈ ਚੀਜ਼ ਚੰਗੀ ਨਹੀਂ ਹੈ। ਲੈਸਨ ਬੜੇ ਈਜ਼ੀ ਨੇ ਐਂਡ ਦੇ ਆਰ ਰੀਜ਼ਨੇਬਲ ਐਜ਼ ਵੈਲ। ਤੁਸੀਂ ਕੁਝ ਲੈਸਨ ਲਓ, ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਊ ਟੂ ਸਵਿਮ, ਤੁਸੀਂ ਡੁੱਬਣਾ ਕਿਵੇਂ ਨਹੀਂ ਹੈ, ਤੁਹਾਨੂੰ ਇਹ ਗੱਲ ਸਿਖਾਈ ਜਾਂਦੀ ਹੈ। ਸੋ ਬੀ ਕੇਅਰਫੁਲ। ਬਿਲਕੁਲ ਜੀ। ਤੇ ਉਧਰ ਦੱਸੀਏ ਜਿਹੜੇ ਗਗਨਦੀਪ ਤੇ ਮਨਪ੍ਰੀਤ ਸੀਗੇ 22 ਸਾਲ ਤੇ 23 ਸਾਲ ਜਿਨ੍ਹਾਂ ਦੀ ਉਮਰ ਸੀਗੀ, ਇਹ ਪੰਜਾਬ ਤੋਂ ਬਿਲੋਂਗ ਕਰਦੇ ਸੀ, ਜਦਕਿ ਹਰਕਿੰਦ ਸਿੰਘ ਕੈਨੀ ਭੁੱਲਰ ਜਿਹੜੇ ਆ ਇਹ ਕੈਨੇਡਾ ਦੇ ਹੀ ਜੰਮਪਲ ਸੀਗੇ। ਕਾਰ ਇਹਨਾਂ ਦੀ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗੀ ਆ, ਜਿਸ ਤੋਂ ਬਾਅਦ ਜਿਹੜੇ ਇਹਨਾਂ ਦੀ ਅਜੇ ਤੱਕ ਡੈੱਡ ਬੋਡੀ ਨਹੀਂ ਮਿਲੀ ਹੈਗੀ, ਪਰ ਪਾਣੀ ਦੇ ਉੱਤੇ ਫਲੋਟ ਕਰਦੀ ਤੈਰਦੀ ਹੋਈ ਇਹਨਾਂ ਦੀ ਟਰਬਨ ਜਿਹੜੀ ਆ ਉਹ ਜ਼ਰੂਰ ਮਿਲੀ ਹੈ। ਸੋ ਇਸ ਵਕਤ ਉਹਨਾਂ ਦੀ ਜਿਹੜੀ ਆ ਸਰਵਾਈਵਲ ਦੇ ਚਾਂਸਸ ਲਗਭਗ ਪੁਲਿਸ ਵੱਲੋਂ ਵੀ ਨਾ ਦੇ ਬਰਾਬਰ ਹੀ ਕਹੇ ਜਾ ਰਿਹਾ। ਸਰ ਅਗਲੀ ਖਬਰ ਦੇ ਵੱਲ ਰੁਕ ਕਰੀਏ। ਇਸ ਵਕਤ ਜਿਹੜੀ ਆ ਅਸੀਂ ਅਕਸਰ ਇਹ ਦੇਖ ਰਹੇ ਹਾਂ ਕਿ 에ਅਰਲਾਈਨਸ ਦੇ ਵੱਲੋਂ ਇਸ ਵਕਤ ਪੱਲਾ ਝਾੜਿਆ ਜਾ ਰਿਹਾ ਸੀ ਕਿ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਇਹਤਿਆਤ ਜ਼ਰੂਰ ਵਰਤੀ ਜਾ ਰਹੀ ਸੀ, ਪਰ ਨਾ ਤਾਂ ਉੱਥੇ ਕੁਝ ਖਾਣ ਪੀਣ ਨੂੰ ਪ੍ਰੋਪਰ ਦਿੱਤਾ ਜਾ ਰਿਹਾ ਸੀ। ਇੱਕ ਵਾਰੀ ਤੁਹਾਨੂੰ ਖਾਣ ਪੀਣ ਦਾ ਸਮਾਨ ਦੇ ਦਿੱਤਾ ਜਾਂਦਾ ਤਾਂ ਕਿ ਜਿਹੜਾ ਕਰੋਨਾ ਵਾਇਰਸ ਤੋਂ ਥੋੜੀ ਜਿਹੀ ਜਿਹੜੀ ਸਾਵਧਾਨੀ ਵਰਤੀ ਜਾ ਸਕੇ। ਨਾ 에ਅਰਲਾਈਨਸ ਇਹਦਾ ਕੋਈ ਮੈਡੀਕਲ ਖਰਚਾ ਚੁੱਕ ਰਹੀਆਂ ਸੀ, ਪਰ ਫਾਈਨਲੀ ਇੱਕ 에ਅਰਲਾਈਨਸ ਦੇ ਵੱਲੋਂ ਥੋੜੀ ਜਿਹੀ ਪੋਜ਼ਿਟਿਵ ਨਿਊਜ਼ ਜ਼ਰੂਰ ਸਾਹਮਣੇ ਆਈ ਹੈ ਕਿ ਜੇਕਰ ਤੁਹਾਨੂੰ ਉਸ 에ਅਰਲਾਈਨਸ ਦੇ ਵਿੱਚ ਟਰੈਵਲ ਕਰਦੇ ਹੋਏ ਕਰੋਨਾ ਵਾਇਰਸ ਹੋ ਜਾਂਦਾ ਤਾਂ ਤੁਹਾਡਾ ਜਿਹੜਾ ਮੈਡੀਕਲ ਖਰਚਾ ਆ ਉਹ ਇਹ 에ਅਰਲਾਈਨਸ ਜ਼ਰੂਰ ਚੁੱਕੇਗੀ। ਸਰ ਕਿਹੜੀ 에ਅਰਲਾਈਨਸ ਹੈ? ਕਰਨ ਜਿਹੜੀ 에ਅਰਲਾਈਨ ਇੰਡਸਟਰੀ ਆ ਓਵਰਆਲ ਸਾਰੀ ਦਾ ਹਾਲ ਬਹੁਤ ਬੁਰਾ ਹੈ ਇਸ ਵੇਲੇ। ਔਰ ਜਿਹੜੇ ਨਵੀਆਂ ਪ੍ਰੈਡਿਕਸ਼ਨਸ ਆ ਰਹੀਆਂ ਨੇ, ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਵੀ ਚਾਂਸਸ ਇਹ ਹੈ ਵੀ ਬੈਕ ਟੂ ਜਿਹਨੂੰ ਨਾਰਮਲ ਕਹਿੰਦੇ ਆ 2024 ਤੱਕ ਸ਼ਾਇਦ, ਜੇ ਕੋਵਿਡ-19 ਅੱਜ ਕੰਟਰੋਲ ਚ ਆਉਂਦਾ ਤਾਂ ਉਹਦੇ ਤੱਕ ਆਏਗੀ। ਇਹ ਜੀ ਐਮਿਰੇਟਸ ਹੈ, ਤੁਸੀਂ 에ਅਰਲਾਈਨ ਪੁੱਛੀ ਹੈ, ਐਮਿਰੇਟਸ 에ਅਰਲਾਈਨ ਹੈ ਜੀ। ਇਹ ਅਰਬ ਕੰਟਰੀਜ਼ ਦੀ 에ਅਰਲਾਈਨ ਹੈ, ਬਹੁਤ ਸੋਹਣੀ 에ਅਰਲਾਈਨ ਹੈ। ਔਰ ਇਹਨੇ ਇਹ ਗੱਲ ਕੀਤੀ ਹੈ ਤਰਨ, ਇਨ ਕੇਸ ਤੁਸੀਂ ਉਹਨਾਂ ਨਾਲ ਟਰੈਵਲ ਕਰਦੇ ਹੋ ਤੇ ਤੁਹਾਨੂੰ ਕੋਵਿਡ-19 ਹੋ ਜਾਂਦਾ ਤਾਂ ਅਪ ਟੂ 1.5 ਲੱਖ ਪਾਉਂਡ, $1,73,000 ਹੋ ਜਾਂਦਾ। ਕਹਿੰਦੇ ਤੁਹਾਡੀ ਇੰਨੀ ਅਸੀਂ ਕਾਸਟ ਅਸੀਂ ਚੱਲਾਂਗੇ ਜੇ ਤੁਹਾਡਾ ਇੰਨਾ ਖਰਚਾ ਹੁੰਦਾ। ਔਰ ਜੇ ਤੁਹਾਨੂੰ 14 ਦਿਨ ਕੁਆਰੰਟਾਈਨ ਹੋਣਾ ਪੈਂਦਾ ਤਾਂ 14 ਦਿਨ ਦਾ ਤੁਹਾਨੂੰ 100 ਪਾਉਂਡ ਡੇਲੀ, 100 ਪਾਉਂਡ ਯੂਰੋ ਡਾਲਰ ਤੁਹਾਨੂੰ ਹਰ ਰੋਜ਼ ਦਾ ਦਿੱਤਾ ਜਾਇਆ ਕਰੇਗਾ। ਔਰ ਇਹ ਇਕੱਲੀ ਇਹ ਨਹੀਂ ਤਰ੍ਹਾਂ ਕਈਆਂ ਹੋਰਾਂ ਜਗ੍ਹਾਵਾਂ ਨੇ ਵੀ ਇਹੋ ਜਿਹਾ ਕੁਝ ਕੀਤਾ ਕਿ ਜਿੱਥੇ ਤੁਹਾਨੂੰ ਇਨਸੈਂਟਿਵ ਦਿੱਤੇ ਜਾਣੇ। ਉਜ਼ਬੇਕਿਸਤਾਨ, ਤੁਸੀਂ ਉਹਨਾਂ ਦੀ 에ਅਰਲਾਈਨ ਹੈਗੀ ਹੈ ਤਰਨ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜੇ ਕੋਈ ਐਸੀ ਗੱਲ ਹੋ ਜਾਂਦੀ ਹੈ ਤਾਂ ਅਸੀਂ ਤੁਹਾਨੂੰ $3,000 ਦੇ ਨਾਲ ਕੰਪਨਸੇਟ ਕਰਾਂਗੇ। ਇਹ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ 에ਅਰ ਇੰਡਸਟਰੀ ਨੂੰ। ਔਰ 에ਅਰਲਾਈਨ ਇੰਡਸਟਰੀ ਹੁਣ ਇਹ ਪ੍ਰਮੋਟ ਕਰ ਰਹੀ ਹੈ ਕਿ ਸਾਡੇ ਨਾਲ ਜੇ ਤੁਸੀਂ ਟਰੈਵਲ ਕਰਦੇ ਹੋ, ਜੇ ਤੁਸੀਂ ਮਾਸਕ ਵਗੈਰਾ ਪਾਏ ਹੋਏ, ਜਿਹੜੀਆਂ ਉਹ ਇਨਸਟਰਕਸ਼ਨ ਦਿੰਦੇ ਨੇ ਔਰ ਉਹ ਕਹਿੰਦੇ ਵੀ ਇਹ ਸੇਫ ਟੂ ਟਰੈਵਲ। ਸੋ 에ਅਰ ਇੰਡਸਟਰੀ ਦਾ ਇਹ ਬਹੁਤ ਵੱਡਾ ਜੋਰ ਲੱਗਿਆ। ਜੇ ਐਮਿਰੇਟਸ ਨੇ ਕੀਤਾ ਤਰਨ, ਮੈਨੂੰ ਲੱਗਦਾ ਹੋਰ ਜਿਹੜੀਆਂ 에ਅਰਲਾਈਨਸ ਨੇ ਉਹ ਵੀ ਜ਼ਰੂਰ ਇਸ ਸੂਟ ਨੂੰ ਫੋਲੋ ਕਰਨੀਆਂ, ਕਿਉਂਕਿ 에ਅਰਲਾਈਨ ਇੰਡਸਟਰੀ ਪਲੇਨ ਤਰਨ ਹਵਾ 'ਚ ਰਹੇਗਾ
ਤਾਂ ਹੀ ਪ੍ਰੋਫਿਟ ਦੇਗਾ। ਜੇ ਗਰਾਊਂਡ ਤੇ ਖੜਾ ਤਾਂ ਪ੍ਰੋਫਿਟ ਨਹੀਂ ਦੇ ਰਿਹਾ, ਉਹ ਕਾਸਟ ਕਰ ਰਿਹਾ। ਔਰ ਜੇ ਬਹੁਤੀ ਦੇਰ ਖੜੇ ਰਹਿੰਦੇ ਤਾਂ ਦੁਬਾਰਾ ਰੀਸਟਾਰਟ ਕਰਨੇ ਬੜੇ ਔਖੇ। ਨਾਲੇ ਪੈਸੇਂਜਰਸ ਨੂੰ ਹੁਣ ਆਪਣੇ ਵੱਲ ਡਾਇਰੈਕਟ ਵੀ ਕਰਨਾ ਤਾਂ ਐਵੇਂ ਦੀਆਂ ਜਿਹੜੀਆਂ ਥੋੜੀਆਂ ਬਹੁਤ ਅਟਰੈਕਸ਼ਨ ਦੀਆਂ ਚੀਜ਼ਾਂ ਜਿਹੜੀਆਂ ਨੇ ਪ੍ਰੋਵਾਈਡ ਕਰਵਾਉਣੀਆਂ ਪੈਣੀਆਂ ਨੇ। ਸਰ ਅਗਲੀ ਖਬਰ ਵੱਲ ਵਧੀਏ। ਯੂਐਸ ਦੀ ਗੱਲ ਕਰੀਏ, ਯੂਐਸ ਪਾਸਪੋਰਟ ਇੰਨਾ ਕੁ ਜ਼ਿਆਦਾ ਇਸ ਵਕਤ ਤਾਕਤਵਰ ਪਾਸਪੋਰਟ ਹੈ ਜਿਹਦੇ ਵਿੱਚ ਕਿ ਹੈ ਕਾਫੀ ਮੁਲਕ ਕਵਰ ਹੋ ਜਾਂਦੇ ਆ, ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ, ਕੋਈ ਮਨਾਹੀ ਨਹੀਂ ਹੈਗੀ। ਦੁਨੀਆ ਦੇ ਤਾਕਤਵਰ ਪਾਸਪੋਰਟ ਦੇ ਵਿੱਚੋਂ ਇੱਕ ਹੈ ਯੂਐਸ ਦਾ ਪਾਸਪੋਰਟ। ਤੇ ਹੁਣ ਸੁਣਨ ਦੇ ਵਿੱਚ ਆ ਰਿਹਾ ਕਰੋਨਾ ਵਾਇਰਸ ਦੇ ਕਰਕੇ ਬਹੁਤੇ ਮੁਲਕ ਇਸ ਵਕਤ ਜਿਹੜੇ ਆ ਯੂਐਸ ਸਿਟੀਜ਼ਨਸ ਨੂੰ ਆਪਣੇ ਦੇਸ਼ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ। ਕੋਈ ਸਮਾਂ ਸੀ ਤਰਨ 185 ਕੰਟਰੀਜ਼ ਦੇ ਵਿੱਚ ਯੂਐਸ ਪਾਸਪੋਰਟ ਵਾਲਾ ਜਾ ਕੇ ਨੌਕ ਕਰਦਾ ਸੀਗਾ ਕਿ ਮੈਂ ਆਉਣਾ ਚਾਹੁੰਦਾ। ਉਹ ਪੁੱਛਦੇ ਸੀ ਭਾਈ ਸਾਹਿਬ ਤੁਸੀਂ ਵਿਜ਼ਟਰ ਆਏ ਹੋ ਕਿ ਕੰਮ ਆਏ ਹੋ, ਜਾਓ ਅੰਦਰ। ਐਸੀ ਹਾਲਤ ਸੀਗੀ। ਤੇ ਹੁਣ ਸਿਰਫ ਓਨਲੀ 29 ਕੰਟਰੀਜ਼ ਰਹਿ ਗਏ ਨੇ ਜਿਹੜੇ ਕਿ ਇਹ ਕਹਿ ਰਹੇ ਨੇ ਕਿ ਤੁਸੀਂ ਭਾਈ ਸਾਡੇ ਆ ਸਕਦੇ ਹੋ, ਬਾਕੀਆਂ ਨੇ ਕਹਤਾ ਆਇਓ ਨਾ। ਈਵਨ ਜਿਹੜੀ ਯੂਰਪੀਅਨ ਯੂਨੀਅਨ ਆ ਜਿੱਥੇ ਕਿ ਇਹਨਾਂ ਨੂੰ ਹਲੇ ਅਲਾਉਡ ਹੈਗਾ, ਉੱਥੇ ਜਾ ਕੇ ਵੀ ਇਹਨਾਂ ਨੂੰ 14 ਦਿਨ ਪਹਿਲਾਂ ਕੁਆਰੰਟਾਈਨ ਕਰਨਾ ਪਵੇਗਾ। ਸੋ ਹਾਲਾਤ ਤੁਸੀਂ ਦੇਖੋ ਸਮਾਂ ਬਦਲਦਾ ਕਿਵੇਂ ਆ। ਕੋਈ ਸਮਾਂ ਸੀਗਾ ਦੇ ਵਰ ਵੈਲਕਮਡ ਐਵਰੀਵੇਅਰ, ਨਾਓ ਹਾਲਤ ਇਹ ਹੋ ਚੁੱਕੀ ਹੈ ਕਿ ਜਿਹੜੇ ਕਿ ਉਹਦੇ ਅਮਰੀਕਨ ਪਾਸਪੋਰਟ ਆ ਰੀਜ਼ਨ ਜੋ ਕੁਝ ਇਹਨਾਂ ਦੀ ਮੈਨੇਜਮੈਂਟ, ਸਰਕਾਰ ਦੀ ਮੈਨੇਜਮੈਂਟ ਉੱਥੋਂ ਦੀ ਹੈਗੀ ਆ, ਜਿਹੜਾ ਕੋਵਿਡ-19 ਅਜੇ ਤੱਕ ਕੰਟਰੋਲ 'ਚ ਨਹੀਂ ਆਇਆ। ਬਾਕੀ ਕੰਟਰੀਜ਼ ਨੇ ਪੂਰੀ ਕੋਸ਼ਿਸ਼ ਕੀਤੀ ਔਰ ਕਰ ਰਹੇ ਨੇ, ਯੂਰਪ ਕਰ ਚੁੱਕੇ। ਆਪਾਂ ਆਪਣੇ ਕੈਨੇਡਾ 'ਚ ਤਾਂ ਅੱਜ ਕੇਸਿਸ ਘੱਟ ਨੇ, ਆਪਣੇ ਓਵਰਆਲ ਜਿਹੜੇ ਖਾਸ ਕਰਕੇ ਜਿਹੜਾ ਜੀਟੀ ਦਾ ਏਰੀਆ, ਪੀਲ ਦਾ ਏਰੀਆ, ਇੱਥੇ ਕੇਸਿਸ ਘੱਟ ਨੇ। ਹਾਲਾਂਕਿ 111 ਕੇਸਿਸ ਆਏ ਨੇ, ਪਰ ਇਹ ਸੋ ਸਰਕਾਰਾਂ ਕੰਮ ਕਰ ਰਹੀਆਂ ਨੇ। ਯੂਐਸ ਦੇ ਵਿੱਚ ਲੱਗਦਾ ਨਹੀਂ ਵੀ ਸਰਕਾਰ ਕੰਮ ਕਰ ਰਹੀ ਹੈ, ਲੱਗਦਾ ਨਹੀਂ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਹੈ, ਜਾਂ ਸਰਕਾਰ ਨੇ ਕਬੂਤਰ ਵਾਂਗੂ ਅੱਖਾਂ ਮੀਚ ਰਹੀਆਂ ਨੇ ਵੀ ਬਿੱਲੀ ਚਲੀ ਗਈ ਹੈ। ਬਿੱਲੀ ਅਜੇ ਗਈ ਨਹੀਂ ਹੈ, ਬਿੱਲੀ ਅਜੇ ਬੈਠੀ ਆ। ਤੁਹਾਨੂੰ ਖਿਆਲ ਕਰਨਾ ਪਵੇਗਾ ਔਰ ਉੱਥੇ ਸਰਕਾਰ ਨੂੰ ਸੋਚਣਾ ਪਵੇਗਾ ਕਿ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਕੀ ਖੁਨਾਮੀਆਂ ਝੱਲਣੀਆਂ ਪੈ ਰਹੀਆਂ ਨੇ। ਸੋ ਇਹ ਵੀ ਇੱਕ ਬੜਾ ਵੱਡਾ ਕੰਮ ਆ ਗਿਆ। ਜਿਹੜੇ ਇਕੱਲੇ 28 ਕੰਟਰੀਜ਼ ਰਹਿ ਗਏ ਉਹਨਾਂ ਵਿੱਚੋਂ ਵੀ ਯੂਰਪ ਤਾਂ ਜੇ ਤੁਸੀਂ ਉਹ 14 ਦਿਨ ਆਪਦੇ ਆਪ ਨੂੰ ਕੁਆਰੰਟਾਈਨ ਕਰੋਗੇ। ਬਿਲਕੁਲ ਜੀ। ਤੇ ਉਸ ਤੋਂ ਅਗਲੀ ਖਬਰ ਵੀ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਤਾਂ ਪ੍ਰੈਜ਼ੀਡੈਂਟ ਮਿਸਟਰ ਡੋਨਾਲਡ ਟਰੰਪ ਦੇ ਵੱਲੋਂ ਇੱਕ ਮਿਸ ਇਨਫੋਰਮੇਸ਼ਨ ਜਿਹੜੀ ਹੈ ਟਵਿੱਟਰ ਦੇ ਉੱਤੇ ਕਰੋਨਾ ਵਾਇਰਸ ਦੇ ਰਿਗਾਰਡਿੰਗ ਪਾਈ ਗਈ ਸੀ, ਜੋ ਕਿ ਟਵਿੱਟਰ ਨੇ ਨਾਲ ਦੀ ਨਾਲ ਹੀ ਡਿਲੀਟ ਕਰ ਦਿੱਤੀ। ਟਰੰਪ ਸਾਹਿਬ ਦੇ ਹੁਣ ਇਉਂ ਹੈ, ਮੈਨੂੰ ਤਾਂ ਲੱਗਦਾ ਵੀ ਜਿਹੜੀ ਪਹਿਲੀ ਉਹਨਾਂ ਨੇ ਕੋਈ ਚੀਜ਼ ਕੀਤੀ ਆ ਉਦੋਂ ਹੁਣ ਵੱਡੀ ਕਰਨੀ ਆ, ਅਗਲੀ ਉਦੋਂ ਵੱਡੀ ਆਏਗੀ। ਜਾਂ ਤਾਂ ਇਉਂ ਸਮਝਦੇ ਨੇ ਕਿ ਜਿਵੇਂ ਉਦੋਂ ਵੱਡੀ ਕੋਈ ਇਹੋ ਜਿਹੀ ਚੀਜ਼ ਲੋਕੀ ਪਹਿਲੀ ਨੂੰ ਭੁੱਲੀ ਜਾਣਗੇ, ਪਰ ਭੁੱਲਣਗੇ ਕਿਤੇ, ਉਹ ਤਾਂ ਸਟੈਕ ਹੋ ਰਹੀਆਂ ਨੇ। ਹਰ ਚੀਜ਼ ਇਹਨਾਂ ਦੇ ਅਗੇਂਸਟ ਆ ਰਹੀ ਹੈ। ਇਹ ਲੋਕ ਕਿੱਥੋਂ ਭੁੱਲ ਸਕਦੇ ਵੀ ਤੁਸੀਂ ਕਿਹਾ ਸੀਗਾ ਵੀ ਉਹ ਦਵਾਈ ਆਪਦੇ ਸਫਾਈ ਵਾਲੀ ਦਵਾਈ ਆਪਦੇ ਖੂਨ 'ਚ ਆਪਦੇ ਇੰਜੈਕਟ ਕਰ ਲਓ ਤੁਸੀਂ ਠੀਕ ਹੋ ਜਾਓਗੇ। ਇਹ ਨਵੀਂ ਆ ਗਈ ਆ ਜੀ। ਇਹ ਵੀਡੀਓ ਦੇ ਵਿੱਚ ਤਰਨ ਕਈ ਡਾਕਟਰਸ ਦਾ ਰੈਫਰੈਂਸ ਦਿੱਤਾ ਗਿਆ। ਡਾਕਟਰਸ ਖੜੇ ਨੇ ਤੇ ਉਹ ਕਹਿ ਰਹੇ ਨੇ ਕਿ ਕਰੋਨਾ ਵਾਇਰਸ ਇਹ ਮਾਸਕ ਲਾਉਣ ਦੀ ਲੋੜ ਨਹੀਂ। ਤੁਸੀਂ ਦੇਖੋ ਬਾਕੀ ਸਾਰਾ ਕੰਟਰੀ, WHO, ਸਾਰੀ ਦੁਨੀਆ ਇਹ ਗੱਲ ਕਹਿ ਰਹੀ ਹੈ ਕਿ ਮਾਸਕ ਲਾ ਲਓ। ਸਭ ਤੋਂ ਪਹਿਲੀ ਇਹੀ ਕਿਹਾ ਜਾ ਰਿਹਾ ਤੇ ਇਹਨਾਂ ਨੇ ਜਿਹੜੀ ਉਹ ਦਿੱਤੀ ਹੈ ਵੀਡੀਓ ਆ ਰਹੀ ਹੈ ਜਿਹੜੀ ਟਵਿੱਟਰ ਦੇ ਉੱਤੇ ਇਹਨਾਂ ਨੇ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਕੋਈ ਮਾਸਕ ਲਾਉਣ ਦੀ ਲੋੜ ਨਹੀਂ। ਐਂਡ ਔਨ ਟਾਪ ਆਫ ਦੈਟ ਉਹ ਕਹਿੰਦੇ ਹਾਈਡਰੋਕਸੀਕਲੋਰੋਕੁਈਨ ਉਹ ਵਰਤੋ, ਉਹ ਵੀ ਬਹੁਤ ਕੋਵਿਡ-19 ਦੇ ਅਗੇਂਸਟ ਚੱਲ ਰਹੀ ਹੈਗੀ ਆ। ਉਹਨੂੰ ਤਕਰੀਬਨ 84 ਮਿਲੀਅਨ ਲੋਕਾਂ ਨੇ ਤਰ੍ਹਾਂ ਦੇਖ ਲਿਆ, ਪਰ ਟਵਿੱਟਰ ਨੇ ਉਹਨੂੰ ਡਿਲੀਟ ਕਰ ਦਿੱਤਾ ਜੀ। ਔਨ ਟਾਪ ਆਫ ਦੈਟ ਫੇਸਬੁੱਕ ਤੇ ਉਹ ਪਲੇ ਹੋਈ ਹੈ ਤਰਨ, ਉਹ ਫੇਸਬੁੱਕ ਨੇ ਵੀ ਡਿਲੀਟ ਕਰ ਦਿੱਤਾ। ਇੱਕ ਹੋਰ ਗੱਲ ਹੋਈ ਹੈ ਟਵਿੱਟਰ ਦੇ ਉੱਤੇ, ਡੋਨਾਲਡ ਟਰੰਪ ਸਾਹਿਬ ਦਾ ਜਿਹੜਾ ਬੇਟਾ, ਉਹਨੇ ਵੀ ਕੁਝ ਇਹੋ ਜਿਹੀ ਚੀਜ਼ ਹੋਈ ਪਾਈ ਹੈ, ਸ਼ੇਅਰ ਕੀਤੀ ਹੈ। ਉਹਨੂੰ 12 ਘੰਟਿਆਂ ਵਾਸਤੇ ਉਹਨੂੰ ਲਿਮਟਿਡ ਕਰ ਦਿੱਤਾ ਗਿਆ ਵੀ ਉਹਦੀ ਜਿਹੜੀ ਪੋਸਟਿੰਗ ਹੋਇਆ ਕਰਨਗੀ। ਤੁਸੀਂ ਹਰ ਰੋਜ਼ ਮੈਨੂੰ ਸਮਝ ਨਹੀਂ ਆਉਂਦੀ ਟਰੰਪ ਸਾਹਿਬ ਜਾਂ ਤਾਂ ਮੈਨੂੰ ਨਹੀਂ ਲੱਗਦਾ ਕਰਨ ਕਿ ਜਿਹੜੇ ਇਹਨਾਂ ਦੇ ਸਲਾਹ ਕਰ ਰਹੇ ਉਹਨਾਂ ਦੀ ਸਲਾਹ ਲੈਂਦੇ ਨੇ, ਜੋ ਮਨ ਚ ਆਇਆ ਉਹ ਕਰਦੇ ਨੇ, ਪਰ ਅਖੀਰ ਮੈਨੂੰ ਲੱਗਦਾ ਇਹਨਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਵੇਗੀ ਜੀ। ਜਿਹੜੇ ਹਿਸਾਬ ਦੇ ਵਿੱਚ ਹੁਣ ਇਲੈਕਸ਼ਨ ਚ 100 ਦਿਨ ਤੋਂ ਘੱਟ ਰਹਿ ਗਿਆ ਤਾਂ ਅੱਜ ਮੇਰੇ ਖਿਆਲ 99 ਡੇਜ਼ ਰਹਿ ਗਏ ਨੇ ਜਦੋਂ ਇਹਨਾਂ ਦੀ ਇਲੈਕਸ਼ਨ ਹੋਣੀ ਹੈ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਆ ਜੀ, ਇਸ ਵਕਤ ਦੇਖ ਰਹੇ ਹਾਂ ਕਿ ਵੱਖ-ਵੱਖ ਮੁਲਕਾਂ ਦੇ ਜਿਹੜੇ ਪ੍ਰਤੀਨਿਧੀ ਨੇ ਉਹਨਾਂ ਦੇ ਉੱਤੇ ਇਸ ਵਕਤ ਕਾਫੀ ਕਹਿਰ ਢਾਇਆ ਜਾ ਰਿਹਾ ਔਰ ਜਾਂ ਫਿਰ ਉਹਨਾਂ ਦੇ ਉੱਤੇ ਇਸ ਵਕਤ ਮਾੜੇ ਦਿਨ ਚੱਲ ਰਹੇ ਨੇ। ਇੱਕ ਪਾਸੇ ਮਿਸਟਰ ਟਰੰਪ ਦੀ ਗੱਲ ਕਰੀਏ ਤਾਂ ਕਾਫੀ ਪਾਸੇ ਉਹਨਾਂ ਦੀ ਹੁਣ ਨੁਖੇਦੀ ਹੋਣੀ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਗੱਲ ਕਰੀਏ ਜੀ ਸਾਬਕਾ ਜਿਹੜੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ, 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਿਸ ਮਾਮਲੇ 'ਚ? ਤਰਨ ਲੀਡਰਸ ਦੇ ਮਾੜੇ ਦਿਨ ਚੱਲਦੇ ਆ। ਟਰੂਡੋ ਸਾਹਿਬ ਦੇ ਵੀ ਕੋਈ ਬਹੁਤ ਚੰਗੇ ਨਹੀਂ ਚੱਲ ਰਹੇ ਇਸ ਵੇਲੇ, ਇਹ ਵੀ ਟਰਬਲ 'ਚ ਨੇ। ਗੈਰ ਇਹਨਾਂ ਦੀ ਗੱਲ ਬਾਅਦ 'ਚ ਕਰਾਂਗੇ ਕਿਸੇ ਵੇਲੇ। ਇਹ ਨਜੀਬ ਰਜ਼ਾਕ ਸਾਹਿਬ ਨੇ ਜੀ, ਜਿਹੜੇ ਪੁਰਾਣੇ ਪਹਿਲੇ ਸਾਬਕਾ ਪ੍ਰਾਈਮ ਮਿਨਿਸਟਰ ਸੀਗੇ ਜੀ। ਇਹਨਾਂ ਦੇ ਉੱਤੇ ਦੋਸ਼ ਕਈ ਲੱਗੇ ਨੇ ਜੀ। ਅਬਿਊਜ਼ ਆਫ ਪਾਵਰ, ਜਿਹਦੇ ਵਿੱਚ ਇਹਨਾਂ ਨੂੰ 12 ਸਾਲ ਦੀ ਮਿਲੀ ਹੈ ਜੀ। 10 ਸਾਲ ਇਹਨਾਂ ਨੂੰ ਮਿਲਿਆ ਕ੍ਰਿਮੀਨਲ ਬ੍ਰੀਚ ਆਫ ਟਰਸਟ ਕੀਤਾ ਸੀਗਾ ਜੀ, ਤੇ 10 ਸਾਲ ਇਹਨਾਂ ਨੂੰ ਮਿਲੀ ਹੈਗੀ ਹੈ ਜੀ ਇਹਨਾਂ ਨੇ ਮਨੀ ਲਾਂਡਰਿੰਗ ਕੀਤੀ ਸੀਗੀ। ਸੋ ਇਹਨਾਂ ਨੂੰ ਟੋਟਲ 12, 10 ਤੇ 10
32 ਸਾਲ ਹੋ ਜਾਂਦੇ ਆ ਜੀ। ਇੰਨੇ ਸਾਲ ਦੀ ਸਜ਼ਾ ਹੋਈ ਆ, ਪਰ ਅਜੇ ਇਹਨਾਂ ਦੀ ਕਿਸਮਤ ਇਹ ਚੰਗੀ ਆ ਕਿ ਜੱਜ ਨੇ ਕਿਹਾ ਕਿ ਸਾਰੀਆਂ ਜਿਹੜੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਜੇ ਕਿਤੇ ਅੱਡ-ਅੱਡ ਚੱਲਣੀਆਂ ਹੁੰਦੀਆਂ ਫਿਰ 32 ਸਾਲ ਲੱਗ ਜਾਣੇ ਸੀਗੇ ਜੀ, ਪਰ ਇਹ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਰ ਜਿਹੜੇ ਇਹ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੀ, ਇਹ ਕਹਿੰਦੇ ਮੈਂ ਉਹਨੂੰ ਅਪੀਲ ਕਰਨੀ ਆ, ਅਪੀਲ ਕਰਾਂਗਾ। ਦੇਖੋ ਅਜੇ ਤਾਂ ਕੇਸ ਵਿਲ ਲਿੰਗਰ ਔਨ, ਪਰ ਇੱਕ ਗੱਲ ਬੜੀ ਠੀਕ ਹੈ, ਚੰਗੀ ਗੱਲ ਹੈ ਕਿ ਤੁਹਾਨੂੰ ਜੇ ਕੋਈ ਗਲਤੀ ਕੀਤੀ ਹੈ ਤੁਹਾਨੂੰ ਉਹਦੇ ਜੱਜ ਦੇ ਸਾਹਮਣੇ ਜਾਣਾ ਪਵੇਗਾ। ਮੈਂ ਇਸ ਗੱਲ 'ਚ ਦਾਦ ਦਿੰਦਾ ਮਲੇਸ਼ੀਆ ਦੀ ਜਿਹੜੀ ਕਿ ਇਹ ਗੱਲ ਖੋਰੀ ਹੈ, ਸਾਡੇ ਜੋ ਕੁਛ ਹੈਗਾ। ਮੈਂ ਅਕਸਰ ਇਹੀ ਗੱਲ ਡਿਸਕਸ ਕਰਨ ਲੱਗੀ ਸੀ, ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਅਸੀਂ ਗੱਲ ਕਰੀਏ, ਨਵਾਜ਼ ਸ਼ਰੀਫ, ਪਰਵੇਜ਼ ਮੁਸ਼ਰਫ, ਉਹਨਾਂ ਨੂੰ ਵੀ ਜਿਹੜਾ ਅਦਾਲਤ ਵਿੱਚ ਸਾਹਮਣੇ ਪੇਸ਼ ਹੋਣਾ ਪੈਂਦਾ ਹੈ ਕਿ ਜੇਕਰ ਕੋਈ ਗਲਤੀ ਕੀਤੀ ਆ ਤਾਂ ਉਹਦਾ ਖਾਮਿਆਜ਼ਾ ਭੁਗਤਣ ਲਈ ਤਿਆਰ ਰਹਿਣ। ਸਾਡੇ ਮੁਲਕ ਦੇ ਵਿੱਚ ਕੋਈ ਇਹੋ ਜਿਹਾ ਹੈ ਕਿ ਸਾਰੇ ਦੁੱਧ ਦੇ ਧੋਤੇ ਹੋਏ ਸਾਡੇ ਜਿਹੜੇ ਮੰਤਰੀ ਸਾਹਿਬਾਨ ਹੈਗੇ ਆ, ਕਿਸੇ ਨੂੰ ਸਜ਼ਾ ਹੀ ਨਹੀਂ ਹੁੰਦੀ ਕਦੇ? ਤੁਸੀਂ ਕਿਹੜੇ ਮੁਲਕ ਦੀ, ਆਪਣੇ ਦੀ, ਇੱਥੇ ਵਾਲੇ ਦੀ, ਕੈਨੇਡਾ ਦੀ ਕਰ ਰਹੇ ਕਿ ਤੁਸੀਂ ਇੰਡੀਆ ਦੀ? ਸਾਡੀ ਜਨਮ ਭੂਮੀ ਦੀ ਸਰ। ਓਕੇ ਜੀ, ਮੈਂ ਵੀ ਜਾਣ ਕਨਫਰਮ ਨਹੀਂ ਕੀਤਾ। ਤਰਨ ਉੱਥੇ ਗੱਲ ਇਉਂ ਹੈ, ਇਸ ਵਿਸ਼ੇ ਦੇ ਉੱਤੇ ਕਈ ਦਿਨ ਬੋਲਿਆ ਜਾ ਸਕਦਾ, ਕਈ ਹਜ਼ਾਰ ਐਗਜ਼ਾਮਪਲਸ ਦਿੱਤੀਆਂ ਜਾ ਸਕਦੀਆਂ। ਜਿਹੜੇ ਮੁਲਕ ਦੇ ਵਿੱਚ ਜੱਜ ਨੂੰ ਬਦਲਿਆ ਜਾ ਸਕਦਾ, ਉਸ ਜੱਜ ਨੂੰ ਬਦਲ ਕੇ ਬਾਅਦ ਦੇ ਵਿੱਚ ਕਿਸੇ ਦਾ ਗਵਰਨਰ ਬਣਾਇਆ ਜਾ ਸਕਦਾ ਤੇ ਜੱਜ ਦੀ ਕਿਸੇ ਦੀ ਮੌਤ ਹੋਈ ਹੈ, ਕੋਈ ਪਤਾ ਹੀ ਨਹੀਂ ਹੈ ਕਾਰਨ ਕੀ ਹੈ, ਉਹਦੀ ਮੌਤ ਤੋਂ ਮਗਰੋਂ ਉਹਦੀ ਬਾਡੀ ਵੀ ਉਹਦੇ ਪਿੰਡ ਭੇਜ ਦਿੱਤੀ ਜਾਂਦੀ, ਉਹਦੀ ਪਰਿਵਾਰ ਨੂੰ ਨਹੀਂ। ਇੱਕ ਕੇਸ ਦੀ ਗੱਲ ਕਰਦਾ ਤਰਨ। ਸੋ ਜਦੋਂ ਸਿਆਸਤ ਜੁਡੀਸ਼ਰੀ ਤੋਂ ਉੱਪਰ ਹੋ ਜਾਏਗੀ ਤਾਂ ਇਹ ਕੁਛ ਹੀ ਹੋਏਗਾ। ਜੁਡੀਸ਼ਰੀ ਸਭ ਤੋਂ ਉੱਪਰ ਚਾਹੀਦੀ ਹੈ, ਅਦਾਲਤ ਸਭ ਤੋਂ ਉੱਪਰ ਚਾਹੀਦੀ ਹੈ ਕਿ ਹਰ ਕੋਈ ਬੰਦਾ ਅਦਾਲਤ ਦਾ ਦਰਵਾਜ਼ਾ ਖੜਕਾ ਸਕੇ, ਉੱਥੋਂ ਨਿਆਂ ਲੈ ਸਕੇ। ਜਦੋਂ ਤੁਸੀਂ ਅਦਾਲਤ ਦੇ ਵਿੱਚ ਜੱਜਸ ਆਪਣੀ ਮਰਜ਼ੀ ਦੇ ਲਾਉਣ ਲੱਗ ਪੈਣੇ ਆ ਔਰ ਉਹ ਫੈਸਲੇ ਤੁਹਾਡੇ ਮੁਤਾਬਕ ਕਰਦੇ ਨੇ, ਉਹ ਕਾਨੂੰਨ ਨੂੰ ਪਰੇ ਛੱਡ ਦਿੰਦੇ ਨੇ। ਜਿਹੜਾ 1400-1500 ਵਾਲਾ ਜਿਹੜਾ ਡਿਸੀਜਨ ਹੈ, ਉਨੀ ਦੇਰ ਤਾਂ ਉਹ ਪੜ੍ਹਿਆ ਵੀ ਨਹੀਂ ਜਾ ਸਕਦਾ ਜਿੰਨੀ ਦੇਰ ਤੁਸੀਂ ਬਣਾ ਕੇ ਪਰੇ ਕਰ ਦਿੱਤਾ। ਇੱਕ ਨਹੀਂ, ਮੈਂ ਹਜ਼ਾਰਾਂ ਕੇਸਾਂ ਦੀ ਗੱਲ ਕਰਦਾ ਜੀ। ਫਿਰ ਤੁਸੀਂ ਐਕਸਪੈਕਟ ਕੀ ਕਰਦੇ ਹੋ? ਪਰ ਅਜੇ ਬਹੁਤ ਕੰਟਰੀਆਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ ਜਿੱਥੇ ਕਿ ਹਰੇਕ ਨੂੰ ਅਖੀਰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਇੱਥੇ ਕਰਨਾ ਪੈਂਦਾ ਜੀ, US ਦੇ ਵਿੱਚ ਵੀ ਕਰਨਾ ਪਵੇਗਾ। ਟਰੰਪ ਸਾਹਿਬ ਤੇ ਕੋਈ ਪਤਾ ਨਹੀਂ ਹੈ ਇਹਨਾਂ ਤੇ ਹਰੇ ਕਦੇ ਗੱਲ ਕਿੱਥੇ ਤੱਕ ਜਾਣੀ ਹੈ। US ਦੇ ਵਿੱਚ, ਯੂਰਪ ਦੇ ਵਿੱਚ, ਸਾਰੇ ਕੰਟਰੀਆਂ 'ਚ ਇਹ ਬਹੁਤ ਥਾਵਾਂ ਤੇ ਇਹ ਗੱਲ ਹੈਗੀ ਹੈ ਕਿ ਜਿਹੜਾ ਜੁਡੀਸ਼ਰੀ ਹੈ ਉਹ ਸਭ ਤੋਂ ਉੱਪਰ ਹੈ ਔਰ ਹੋਣੀ ਵੀ ਚਾਹੀਦੀ ਹੈ। ਬਿਲਕੁਲ ਸਰ, ਉਹੀ ਹੈ ਕਿ ਸੋਨੇ ਵਰਗਾ ਮੁਲਕ ਆ ਜਿੱਥੇ ਇੱਕ ਪਰਿਵਾਰ ਦੇ ਵਿੱਚ ਇੱਕ ਜਣਾ ਕਮਾਵੇ ਤਾਂ ਸਾਰੇ ਬਹਿ ਕੇ ਖਾ ਸਕਦੇ ਆ। ਅਜਿਹਾ ਕੰਟਰੀ ਆ, ਉਹਨੂੰ ਜੇ ਸੰਭਾਲ ਲਿਆ ਜਾਵੇ ਤਾਂ ਉਹਦੇ ਵਰਗਾ ਕੋਈ ਨਹੀਂ ਹੈ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਨਵ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਸਰ, ਕੀ ਹਾਲ ਚਾਲ ਨੇ? ਵਧੀਆ ਜੀ, ਠੀਕ ਠਾਕ ਆ। ਹੁਣੇ ਆਇਆ ਨਹੀਂ ਜੀ ਕੰਮ ਤੋਂ। ਇਹ ਤਾਂ ਜੀ ਜਿਹੜੇ ਇੰਡੀਆ ਵਾਲੇ ਨੇ ਨਾ ਜੀ, ਇਹਦੇ ਚਿੱਚੜ ਨੇ, ਇਹ ਜਾਤੀ ਖੂਨ ਚੂਸਦੇ ਚਿੱਚੜ। ਕਦੋਂ ਮਰਦਾ ਜਦੋਂ ਆਪੇ ਖੂਨ ਚੂਸ ਕੇ ਫਟ ਜਾਂਦਾ, ਇਹ ਉਹ ਨੇ ਜੀ। ਇਹ ਪੂਰਾ ਆਪਣੀ ਖੂਨ ਚੂਸਦੇ ਆ ਸਾਡਾ ਜੀ, ਤਾਂ ਹੀ ਅਸੀਂ ਕੈਨੇਡਾ ਆ ਗਏ। ਬਿਲਕੁਲ ਸਰ, ਕਈ ਕਹਿੰਦੇ ਆ ਕਿ ਆਪਣੇ ਮੁਲਕ 'ਚ ਰਹਿ ਕੇ ਤੁਸੀਂ ਕੰਟਰੀ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਿਉਂ ਨਹੀਂ ਕਰਦੇ ਹੈਗੇ? ਇਹਦੇ ਬਾਰੇ ਕੁਝ ਚਾਨਣਾ ਪਾਉਣਾ ਚਾਹੋਗੇ? ਉੱਥੇ ਸਿਸਟਮ ਇਹ ਜਿਹਾ ਬਣਾਤਾ, ਹਰ ਬੰਦੇ ਨੂੰ ਇੱਕ ਦੂਜੇ ਨੂੰ ਕਰਪਟ ਕਰਨ ਲੱਗੇ ਹੋਏ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਸਰ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂ ਤਰਨ, ਸਿਸਟਮ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਸਿਸਟਮ ਇੰਨਾ ਕਰਪਟ ਹੋ ਗਿਆ ਹੈ ਐਂਡ ਇਹਦੇ ਵਿੱਚ ਇਕੱਲੇ ਮੈਂ ਸਿਆਸਤਦਾਨਾਂ ਨੂੰ ਨਹੀਂ ਦੋਸ਼ੀ ਸਮਝਦਾ, ਸਾਰੇ ਕੰਟਰੀ ਨੂੰ ਸਮਝਦਾ ਜੀ, ਜਿਹਦੇ ਵਿੱਚ ਜਿਹੜੇ ਵੋਟ ਪਾ ਕੇ ਇਹਨਾਂ ਨੂੰ ਜਿਤਾਉਂਦੇ ਆ। ਠੀਕ ਹੈ, ਸਾਨੂੰ ਹੁਣ ਇਉਂ ਲੱਗਦਾ ਕਿ ਵੋਟਾਂ ਦੀ ਹੇਰਾਫੇਰੀ ਹੁੰਦੀ ਹੋਏਗੀ, ਹੁੰਦੀ ਵੀ ਹੈ, ਬੂਥ ਕੈਪਚਰਿੰਗ ਹੁੰਦੀ ਹੈ, ਪਰ ਕੋਈ ਸਮਾਂ ਐਸਾ ਵੀ ਆਉਂਦਾ, ਤੁਸੀਂ ਸਰਕਾਰਾਂ ਬਦਲੀਆਂ ਜਾ ਸਕਦੀਆਂ। ਇੰਦਰਾ ਗਾਂਧੀ ਮੈਂ ਐਗਜ਼ਾਮਪਲ ਦੇਣਾ ਤਰਨ, 1976 ਵਿੱਚ ਉਹਨਾਂ ਨੇ ਐਮਰਜੈਂਸੀ ਲਾਈ ਸੀਗੀ ਔਰ ਐਮਰਜੈਂਸੀ ਤੋਂ ਬਾਅਦ ਜਦੋਂ ਐਮਰਜੈਂਸੀ ਖੁੱਲੀ ਹੈ ਜੀ, ਤੇ ਉਸ ਤੋਂ ਮਗਰੋਂ ਇੰਦਰਾ ਗਾਂਧੀ ਹੁਣੀ ਆਪ ਦੀ ਸੀਟ ਤੋਂ 1,66,000 ਵੋਟਾਂ ਨਾਲ ਹਰੇ ਸੀਗੇ। ਤੋ ਇਹ ਗੱਲਾਂ ਹੁੰਦੀਆਂ ਨੇ, ਇਹ ਹੋ ਸਕਦੀਆਂ ਨੇ ਜੇ ਕੋਈ ਕਰਨਾ ਚਾਹਵੇ। ਪਰ ਜਦੋਂ ਤੁਸੀਂ 1 ਜਾਂ 2 ਰੁਪਏ ਪਿੱਛੇ, ਦਿਹਾੜੀ ਦੇ ਪਿੱਛੇ ਆਪਣੀ ਵੋਟ ਵੇਚਦੇ ਹੋ, 5,000 ਦਾ ਇੰਨੇ ਬਣਦੇ, 2 ਰੁਪਏ ਦਿਹਾੜੀ ਦੇ ਬਣਦੇ ਆ ਤੁਹਾਡੇ 15 ਸਾਲਾਂ 'ਚ, ਇੰਨੇ ਪਿੱਛੇ ਜੇ ਤੁਸੀਂ ਆਪਣੀ ਵੋਟ ਵੇਚਦੇ ਹੋ ਤਾਂ that's what you expect, that's what's going to be happening। ਤੁਹਾਡੀ ਹੁਣ ਇਹ ਇੱਕ ਵੱਡਾ ਟਰਨ ਬਿਜ਼ਨਸ ਹੈ। ਇਹ ਅੱਗੇ ਵੀ ਮੈਂ ਗੱਲ ਕੀਤੀ ਹੈ, ਜਿਹੜੀ ਸਿਆਸਤ ਇੱਕ ਬਿਜ਼ਨਸ ਹੈ। ਜਿੰਨੇ ਉੱਪਰਲੇ ਸਿਆਸਤਦਾਨ ਨੇ ਸਾਰੇ ਆਪਸ ਵਿੱਚ ਰਿਸ਼ਤੇਦਾਰ ਨੇ, ਬਿਜ਼ਨਸ ਪਾਰਟਨਰਸ ਨੇ। ਇਹਨਾਂ 'ਚੋਂ ਕੋਈ ਬਣ ਜਾਵੇ, ਕੋਈ ਨਾ ਬਣੇ, ਇਹਨਾਂ ਨੂੰ ਕਦੇ ਕੁਝ ਨਹੀਂ ਹੋਣਾ। ਇਹਨਾਂ ਦੇ ਕੰਮ ਚੱਲਦੇ ਹੀ ਰਹਿਣੇ ਆ। ਇਹ ਤੁਸੀਂ ਮੇਰੀ ਗੱਲ ਯਾਦ ਰੱਖੋ, ਜਦ ਤੱਕ ਤੁਸੀਂ ਢਾਂਚਾ ਨਹੀਂ ਬਦਲਦੇ। ਸਰ ਉੱਥੇ ਪਤਾ ਕੀ ਸਿਸਟਮ ਕੀਤਾ ਪਿਆ, ਯੂਥ ਨੂੰ ਆਪਣੇ ਮਗਰ ਲਾਉਣ ਲਈ ਪੋਲੀਟੀਕਲ ਪਾਰਟੀਆਂ ਨੇ ਕੀ ਕਰਦੇ ਆ, ਇੱਕ ਹਰ ਮਹੱਲੇ ਦੇ ਵਿੱਚ ਯੂਥ ਪ੍ਰਧਾਨ ਬਣਾਇਆ ਪਿਆ। ਉਹ ਮਹੱਲੇ ਦੇ ਵਿੱਚ ਹੁਣ ਉਹ ਵੋਟਸ ਜਿਹੜੀਆਂ ਲੈਣ ਦੇ ਲਈ ਹਰ ਮਹੱਲੇ ਵਿੱਚ ਯੂਥ ਪ੍ਰਧਾਨ, ਤੁਸੀਂ ਦੇਖੋਗੇ ਕਾਰ ਦੇ ਉੱਤੇ ਪਲੇਟ ਲਗਾਈ ਹੁੰਦੀ, ਲਾਇਸੈਂਸ
ਉਹਦੇ ਨਾਲ ਨੰਬਰ ਪਲੇਟ ਦੇ ਨਾਲ ਲਿਖਿਆ ਹੁੰਦਾ ਯੂਥ ਪ੍ਰਧਾਨ, ਯੂਥ ਪ੍ਰੈਜ਼ੀਡੈਂਟ। ਸੋ ਐਵੇਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਜਦੋਂ ਗਰਾਊਂਡ ਦੇ ਉੱਤੇ ਗੱਲ ਕਰੀਏ ਤਾਂ ਤੁਸੀਂ ਵਿਕਾਸ ਕੀ ਕਰ ਰਹੇ ਹੋ? ਤੁਸੀਂ ਪਬਲਿਕ ਸਰਵੈਂਟ ਹੋ, ਪਬਲਿਕ ਦੇ ਸਿਰ ਤੇ ਬੈਠਣ ਦੀ ਤੁਸੀਂ ਕੋਸ਼ਿਸ਼ ਕਰਦੇ ਹੋ। ਆਮ ਇਨਸਾਨ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦਾ, ਪਰੇਸ਼ਾਨੀਆਂ ਆਪਣੀਆਂ ਦੱਸ ਨਹੀਂ ਸਕਦਾ, ਫਿਰ ਵੋਟਾਂ ਵੇਲੇ ਤੁਸੀਂ ਡਰਦਾ ਤੁਸੀਂ ਮੱਥਾ ਟੇਕਦੇ ਹੋ। ਤਰਨ ਜਿਹੜੀਆਂ ਸਟੂਡੈਂਟ ਯੂਨੀਅਨਸ ਨੇ, ਮੈਂ ਮੈਂਬਰ ਰਿਹਾ ਜੀ ਆਪਦੇ ਸਮੇਂ ਦੇ ਵਿੱਚ। ਜਿਹੜੀਆਂ ਸਟੂਡੈਂਟ ਯੂਨੀਅਨਸ ਆ ਉਸ ਕੋਲੇ ਇਹ ਹੁੰਦਾ ਸੀਗਾ ਵੀ ਇਸ ਵਾਸਤੇ ਬਣਾਈਆਂ ਜਾਂਦੀਆਂ ਨੇ ਕਿ ਅਵੇਅਰਨੈਸ ਵਧੇ ਬੱਚਿਆਂ ਦੀ, ਪਤਾ ਲੱਗੇ ਪੋਲੀਟੀਕਲ ਸਿਸਟਮ ਕੀ ਹੈਗਾ। ਪਰ ਹੁਣ ਜਿਹੜੀਆਂ ਪੋਲੀਟੀਕਲ ਜਿਹੜੀਆਂ ਹੈਗੀਆਂ ਨੇ, ਹਰੇਕ ਉਦੋਂ ਥੋੜੀ ਸੀਗੀ ਜਿਹੜੀ ਮੈਂ ਗੱਲ ਕਰਨ ਲੱਗਾ, ਹੁਣ ਤਾਂ ਜਿੰਨੀਆਂ ਯੂਨੀਅਨਸ ਨੇ ਹਰੇਕ ਦੇ ਵਿੱਚ ਗਰੁੱਪ ਬਾਜੀ ਹੈ। ਅਕਾਲੀਆਂ ਦਾ ਵੱਖਰਾ ਗਰੁੱਪ ਹੈ ਜੀ, ਕਾਂਗਰਸੀਆਂ ਦਾ ਵੱਖਰਾ ਗਰੁੱਪ ਹੈ। ਅੱਗੇ CPM ਦਾ ਹੀ ਹੁੰਦਾ ਸੀਗਾ, ਬਾਕੀਆਂ ਦਾ ਬਹੁਤ ਘੱਟ ਹੁੰਦੇ ਸੀਗੇ, ਇੰਡੀਪੈਂਡੈਂਟ ਲੜਦੇ ਹੁੰਦੇ ਸੀਗੇ। ਹੁਣ ਇੰਨੇ ਵੱਡੇ ਵੱਡੇ ਗਰੁੱਪ, ਹੁਣ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਲੈਕਸ਼ਨ ਹੋ ਕੇ ਹਟੀ, ਉੱਥੇ ਕੀ ਹਾਲ ਆ। ਉੱਥੇ GND ਦੇ ਵਿੱਚ ਹੋਏਗੀ, ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ, ਜਿੱਥੇ ਵੀ ਹੁੰਦੀ ਆ ਹਰ ਥਾਂ ਤੇ ਪੋਲਿਟਿਕਸ, ਪਾਰਟੀਜ਼ ਦੀ ਇੰਨੀ ਵੱਡੀ ਇਨਵੋਲਵਮੈਂਟ ਹੋ ਗਈ ਹੈ ਕਿ ਅਸੀਂ ਸਿਸਟਮ ਇਹਨੂੰ ਕੌਣ ਵਾਂਗੂ ਖਾ ਰਿਹਾ, ਇਹ ਪਤਾ ਨਹੀਂ ਇਹਦਾ ਇਲਾਜ ਕੀ ਹੋਏਗਾ, ਕਦੋਂ ਸੁਧਰੇਗਾ ਜ਼ਰੂਰ। ਐਸੀ ਗੱਲ ਨਹੀਂ ਤਰਨ, ਥਿੰਕ ਪੋਜ਼ਿਟਿਵ ਆਲ ਦ ਟਾਈਮ। ਇਹ ਨਹੀਂ ਪਤਾ ਉਹ ਸਟੇਜ ਕਦੋਂ ਆਉਣੀ ਹੈ ਸੁਧਰਨ ਵਾਲੀ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਦਾ ਅਸੀਂ ਰੁਖ ਕਰੀਏ ਵੀ ਸਾਡੇ ਭਾਰਤ ਸਰਕਾਰ ਨਾਲ ਹੀ ਜੁੜੀ ਹੋਈ ਹੈ। ਅਸੀਂ ਗੱਲ ਕਰਦੇ ਹਾਂ ਜੀ, ਭਾਰਤ ਇੱਕ ਸੈਕੂਲਰ ਕੰਟਰੀ ਆ, ਧਰਮ ਨਿਰਪੱਖ ਕੰਟਰੀ ਆ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਰ ਧਰਮ ਦੇ ਲੋਕ ਮਿਲ ਜੁਲ ਕੇ ਰਹਿੰਦੇ ਨੇ। ਪਰ ਇਸ ਵਕਤ ਇੱਕ ਧਰਮ ਦੇ ਉੱਤੇ ਥੋੜਾ ਜ਼ਿਆਦਾ ਹੀ ਫੋਕਸ ਕੀਤਾ ਜਾ ਰਿਹਾ। ਇੱਕ ਵਿਵਾਦਿਤ ਜ਼ਮੀਨ ਦੇ ਉੱਤੇ ਵਿਵਾਦਿਤ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਇਹ ਸੁਣਨ ਦੇ ਵਿੱਚ ਆਇਆ ਕਿ ਉਸ ਮੰਦਿਰ ਦਾ ਨੀਂਹ ਪੱਥਰ ਰੱਖਣ ਲਈ ਖੁਦ ਪ੍ਰਧਾਨ ਮੰਤਰੀ ਮੋਦੀ ਉੱਥੇ ਪਹੁੰਚਣ ਲੱਗੇ ਨੇ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਗੱਲ ਕਰ ਰਹੇ ਹੋ ਤੁਸੀਂ ਤਰਨ? ਬਿਲਕੁਲ। ਉਹਦੇ ਜੀ 5 ਅਗਸਤ ਨੂੰ ਮੋਦੀ ਸਾਹਿਬ ਨੇ ਉਹਤੇ ਆਪਣਾ ਨੀਂਹ ਪੱਥਰ ਰੱਖਣਾ ਜੀ। ਉਹਦਾ ਸੌਰੀ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੀ, ਨੀਂਹ ਪੱਥਰ ਉਹ ਰੱਖਣ ਲੱਗਿਆ ਜਾ ਰਿਹਾ ਜਿਹਨੇ ਕਿ ਆਪਣੀ ਘਰਵਾਲੀ ਛੱਡੀ ਹੋਈ ਆ। ਇਮੈਜਿਨ ਕਰੋ, ਰਾਮ ਮੰਦਿਰ, ਰਾਮ ਚੰਦਰ ਹੋਣਾ ਨੇ ਜੋ ਕੁਝ ਕੀਤਾ ਤੇ ਜੋ ਉਹ ਬੰਦਾ ਉਹਨਾਂ ਦੀ ਮੰਦਿਰ ਨੂੰ ਨਿਉ ਪੱਥਰ ਰੱਖਣ ਜਾ ਰਿਹਾ, ਦੋਨਾਂ ਦੇ ਕਰੈਕਟਰ 'ਚ ਸੌਰੀ ਟੂ ਸੇ ਬਹੁਤ ਫਰਕ ਹੈ। ਇਹ ਸੋਭਦਾ ਨਹੀਂ ਹੈ ਜੀ। ਬਾਕੀ ਪ੍ਰਧਾਨ ਮੰਤਰੀ ਨੂੰ ਪੋਲਿਟਿਕਸ ਕਰਨੀ ਚਾਹੀਦੀ ਹੈ, ਨਾ ਕਿ ਧਰਮ ਦੇ ਵਿੱਚ ਆ ਕੇ ਅੜਕਣਾ ਚਾਹੀਦਾ। ਇਹਨੂੰ ਪਰੇ ਰਹਿਣਾ ਚਾਹੀਦਾ, ਕਿਉਂਕਿ ਤੁਸੀਂ ਸਾਰੇ ਧਰਮਾਂ ਦੇ ਲੀਡਰ ਹੋ। ਸੈਕੂਲਰ ਕੰਟਰੀ ਅਸੀਂ ਇਸੇ ਕਰਕੇ, ਠੀਕ ਹੈ ਤੁਹਾਡਾ ਜ਼ੋਰ ਲੱਗਿਆ ਹੋਇਆ ਕਿ ਇਹਨੂੰ ਇੱਕ ਧਰਮ ਦੇ ਨਾਂ ਦੇ ਉੱਤੇ ਕੰਟਰੀ ਬਣਾਉਣਾ ਚਾਹੁੰਦੇ ਹੋ, ਪਰ ਛੇਤੀ ਕਿਤੇ ਬਣੇਗਾ ਨਹੀਂ ਤੁਹਾਡੇ, ਕਿਉਂਕਿ ਬਹੁਤ ਮੈਜੋਰਟੀ ਲੋਕ ਇਸ ਵਾਸਤੇ ਜ਼ਰੂਰ ਸੋਚਦੇ ਨੇ। ਜਿਹੜਾ ਤਰਨ ਨੇ ਕਰਨ ਜਾ ਰਹੇ ਆ ਨਾ, ਉਹ ਤੇ ਤਕਰੀਬਨ 500 ਬੰਦਾ ਰਾਉਂਡ ਦਾ ਕਲੌਕ ਸਫਾਈ ਕਰਨ ਲੱਗਾ ਹੈ। ਇਹ ਉਹ ਗਰੁੱਪ ਹੈ ਜਿਹੜੇ ਕੁੰਭ ਵੇਲੇ ਕਰਦਾ। ਉਹਨਾਂ ਨੇ ਪਿਛਲੇ ਸਾਲ ਕੁੰਭ ਦੇ ਵੇਲੇ ਜਿਹੜੇ ਉਸ ਗਰੁੱਪ ਨੇ ਸਫਾਈ ਕੀਤੀ ਸੀ, ਉਹ ਹੁਣ ਕਰਨ ਲੱਗੇ ਨੇ। ਔਰ ਉੱਥੇ ਸ਼੍ਰੀ ਰਾਮ ਚੰਦਰ ਦੀਆਂ ਜਿਹੜੀਆਂ ਫੋਟੋਆਂ ਬਣਾਈਆਂ ਜਾ ਰਹੀਆਂ ਨੇ, ਕਹਿੰਦਾ ਉੱਤੇ ਬਹੁਤ ਕੁਝ ਕੀਤਾ ਜਾ ਰਿਹਾ। ਅਯੋਧਿਆ ਦੇ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਇਸ ਗੱਲ ਦੀ ਹੋ ਰਹੀ ਹੈ। ਧਾਰਮਿਕ ਲੀਡਰ, ਜਿਹੜੇ ਧਰਮ ਦੇ ਲੀਡਰ ਹੈਗੇ ਨੇ, ਉਹ ਜਿਹੜਾ ਕੁਝ ਕਰਦੇ ਚੰਗੇ ਲੱਗਦੇ ਨੇ। ਸਿਆਸਤਦਾਨ ਮੇਰਾ ਖਿਆਲ ਹੈ ਜੀ ਇਹ ਗੱਲਾਂ ਕਰਦੇ ਚੰਗੇ ਲੱਗਦੇ। ਤੁਹਾਨੂੰ ਸਿਆਸਤ ਧਰਮ ਤੋਂ ਉੱਪਰ ਚਾਹੀਦੀ ਹੈ। ਇਹ ਅਕਾਲੀਆਂ ਨੂੰ ਵੀ ਮੈਂ ਇਹੀ ਗੱਲ ਕਹਿਣਾ, ਇਹ ਗੱਲ ਇੱਧਰ ਹੋ ਰਹੀ ਹੈ, ਧਰਮ ਪਰੇ ਚਾਹੀਦਾ ਜੀ। ਸਿਆਸਤ ਵੱਖਰੀ ਹੈ, ਖੇਡਣੀ ਖੇਡੋ। ਹਾਂ, ਪਿੱਛੋਂ ਤੁਸੀਂ ਕੋਈ ਸਿਆਸਤ ਦੇ ਵਿੱਚ ਧਰਮ ਲਿਆ ਕੇ ਵਾੜਨਾ, ਪਰ ਸ਼ਰੇਆਮ ਜਿਹੜਾ ਇੱਕ ਮੰਦਿਰ ਦਾ ਉਦਘਾਟਨ ਕਰਨ ਵਾਸਤੇ ਪ੍ਰਾਈਮ ਮਿਨਿਸਟਰ ਜਾ ਰਿਹਾ, ਪ੍ਰਾਈਮ ਮਿਨਿਸਟਰ ਨੂੰ ਤਾਂ ਹੋਰ ਬਹੁਤ ਕੰਮ ਨੇ। ਬਿਲਕੁਲ ਸਰ, ਤੁਸੀਂ ਇਹ ਗੱਲ ਕੀਤੀ ਹੈ, ਉਹੀ ਕਹਿੰਦੇ ਆ ਕਿ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ, ਤੁਹਾਡੀ ਪਾਰਟੀ ਨੂੰ ਹਰ ਧਰਮ ਦੇ ਲੋਕਾਂ ਨੇ ਵੋਟ ਪਾਈ ਹੈ, ਚਾਹੇ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ। ਸੋ ਕਿਸੇ ਇੱਕ ਪਾਰਟੀਕੂਲਰ ਤੁਸੀਂ ਧਰਮ ਦੇ ਨਾਲ ਜੇਕਰ ਏਦਾਂ ਕਰਦੇ ਹੋ, ਏਦਾਂ ਜੁੜਦੇ ਹੋ ਨਾਲ, ਉਹ ਵੀ ਇੰਨੇ ਵੱਡੇ ਇਕੱਠ ਦੇ ਰੂਪ ਦੇ ਵਿੱਚ, ਸੋ ਇਹ ਬਾਕੀ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦਾ। ਉਹ ਵੀ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਆਲਰੇਡੀ ਬਹੁਤ ਚਿਰ ਤੋਂ ਵਿਵਾਦ ਰਿਹਾ, ਜੋ ਕਿ ਦੋ ਧਰਮਾਂ ਦੇ ਲੋਕਾਂ ਨੂੰ ਥੋੜਾ ਵੱਖ ਕਰਦੀ ਹੈ, ਜਿਹੜੀ ਜਗ੍ਹਾ ਜੋ ਵਿਵਾਦ ਇਸ ਵਕਤ ਉੱਥੇ ਉੱਠਿਆ ਸੀ। ਸੋ ਮਾਮਲਾ ਜਿਹੜਾ ਅੱਗੇ ਅਦਾਲਤਾਂ ਤੱਕ ਵੀ ਪਹੁੰਚਿਆ, ਜੋ ਵੀ ਇਸ ਦਾ ਨਤੀਜਾ ਰਿਹਾ। ਪਰ ਇਹ ਦੇਸ਼ ਨੂੰ ਵੰਡਣ ਵਾਲੀਆਂ ਗੱਲਾਂ ਹੋ ਰਹੀਆਂ, ਕੋਈ ਇਕਜੁੱਟ ਕਰਨ ਵਾਲੀਆਂ ਗੱਲਾਂ ਨਹੀਂ ਹੋ ਰਹੀਆਂ। ਬਿਲਕੁਲ ਤਰਨ, ਤੁਸੀਂ ਜਦੋਂ ਵਾਜਪਾਈ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਸੀਗੇ, ਵਾਜਪਾਈ ਸਾਹਿਬ ਵੀ ਇਸ ਸੋਚ ਨਾਲ ਹੋਈ ਚੱਲਦੇ ਸੀਗੇ, ਪਰ ਉਹਨਾਂ ਦੀ ਸੋਚ ਵੱਖਰੀ ਸੀ। ਜਦੋਂ ਉਹ ਪ੍ਰਾਈਮ ਮਿਨਿਸਟਰ ਬਣ ਗਏ, ਉਹ ਨਿਊਟਰਲ ਹੋ ਗਏ ਸੀਗੇ। ਉਹਨਾਂ ਦੀ ਅਜਿਹੀ ਬਿਆਨਬਾਜ਼ੀ ਆਉਣੋਂ ਹਟ ਗਈ ਸੀਗੀ। ਅਜਿਹਾ ਕੁਝ ਵੀ ਉਹਨਾਂ ਨੇ, ਮੇਰਾ ਨਹੀਂ ਖਿਆਲ ਹੈ ਸ਼ਾਇਦ ਕੁਝ ਕੀਤਾ ਹੋਵੇਗਾ। ਪਹਿਲਾਂ ਉਹਨੇ ਜਿਹੜੀ ਸੋਚਣੀ ਸੀ ਬੜੀ ਵੱਖਰੀ ਸੀਗੀ। ਔਰ ਤੁਹਾਨੂੰ ਇੱਕ ਹੋਰ ਘਟਨਾ ਦੱਸਦਾ, ਇਹ ਪਾਰਲੀਮੈਂਟ ਦੇ ਵਿੱਚ ਇਹ ਬਹੁਤ ਪੁਰਾਣੀ ਗੱਲ ਹੈਗੀ ਆ। ਕਿਸੇ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਨੇ, ਵਾਜਪਾਈ ਸਾਹਿਬ ਉਦੋਂ ਜਨਸੰਘ ਦੇ ਨਾਲ ਹੁੰਦੇ ਸੀਗੇ, ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੂੰ ਇਹ ਗੱਲ ਕਹੀ ਸੀ, ਜੇ ਤੂੰ ਛੇਤੀ ਪ੍ਰਾਈਮ ਮਿਨਿਸਟਰ ਬਣਨਾ ਤਾਂ ਕਾਂਗਰਸ 'ਚ ਆ ਜਾ, ਬਟ ਹੀ ਰਿਫਿਊਜ਼ਡ।
ਅਲਟੀਮੇਟਲੀ ਹੀ ਬਿਕੇਮ ਪ੍ਰਾਈਮ ਮਿਨਿਸਟਰ। ਉਹ ਜਾਣਦੀ ਇਹਨਾਂ 'ਚ ਪੋਟੈਂਸ਼ੀਅਲ ਸੀਗੀ। ਮਿਸਟਰ ਜਵਾਹਰ ਲਾਲ ਨਹਿਰੂ ਨੂੰ ਵੀ ਪਤਾ ਹੋਏਗਾ ਵੀ ਸ਼ਾਇਦ ਇਹ ਕਿਸੇ ਦਿਨ ਨੌਜਵਾਨ ਪ੍ਰਾਈਮ ਮਿਨਿਸਟਰ ਬਣੇਗਾ। ਜਦੋਂ ਪ੍ਰਾਈਮ ਮਿਨਿਸਟਰ ਬਣਿਆ ਜੀ ਹੀ ਬਿਕੇਮ ਨਿਊਟਰਲ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਦੇ ਨਾਲ ਵੀ ਜਿਹੜੇ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਵਿਗਾੜਨ ਦੀ ਕੋਸ਼ਿਸ਼ ਕੀਤੀ। ਸਾਡੀ ਜਿਹੜੀ ਹੁਣ ਵਾਲੀ ਸਰਕਾਰ ਹੈ ਇਹ ਖੇਡ ਹੀ ਇਸ ਗੱਲ ਤੇ ਰਹੀ ਹੈ ਕਿ ਸਾਡੇ ਪਾਕਿਸਤਾਨ ਨਾਲ ਸੰਬੰਧ ਖਰਾਬ ਨੇ, ਚਾਈਨਾ ਨਾਲ ਉਧਰੋਂ ਖਰਾਬ ਹੋਏ ਨੇ। ਹਮੇਸ਼ਾ ਇਹ ਸਿਆਸਤ ਲਿਆਂਦੀ ਜਾਂਦੀ ਹੈ। ਦੇਸ਼ ਨੂੰ ਇਕੱਠਾ ਕਰਨ ਵਾਸਤੇ ਹੋਰ ਬਹੁਤ ਗੱਲਾਂ ਨੇ ਤਰਨ, ਬੜੇ ਇਸ਼ੂਜ਼ ਨੇ। ਤੁਸੀਂ ਚੀਨ ਦੀ ਗੱਲ ਕੀਤੀ ਹੈ ਤਾਂ ਚੀਨ ਦੇ ਨਾਲ ਹੀ ਤਾਸਾ ਜਿਹੜਾ ਇਸ ਵਕਤ LAC ਦਾ ਵਿਵਾਦ ਚੱਲਦਾ ਪਿਆ। ਇੱਕ ਪਾਸੇ ਚੀਨ ਕਹਿ ਰਿਹਾ ਵਾ ਕਿ ਹੁਣ ਸਭ ਕੁਝ ਠੀਕ ਹੋ ਰਿਹਾ ਵਾ ਤਾਂ ਭਾਰਤ ਕਹਿ ਰਿਹਾ ਨਹੀਂ, ਅਜੇ ਕੁਝ ਵੀ ਨਹੀਂ ਠੀਕ ਹੋਇਆ, ਕੋਈ ਰਾਜ਼ੀਨਾਮਾ ਨਹੀਂ ਹੋਇਆ। ਤਰਨ ਅੱਜ ਇੰਟਰਨੈਸ਼ਨਲ ਲੈਵਲ ਦੀ ਨਿਊਜ਼ ਹੈਗੀ ਆ। ਮੈਂ ਆਪਣੇ ਇੱਥੋਂ ਦੇ ਮੀਡੀਆ ਵਿੱਚ ਵੀ ਇਹ ਗੱਲ ਆਈ ਹੈਗੀ ਆ। ਉਹਦੇ 'ਚ ਇਹ ਗੱਲ ਕੀਤੀ ਗਈ ਹੈ, ਚਾਈਨਾ ਇਹ ਕਹਿੰਦਾ ਵੀ ਸਾਡਾ ਆਪਸ ਵਿੱਚ ਸਿੱਧੀ ਸਪਸ਼ਟ ਭਾਸ਼ਾ 'ਚ ਵੀ ਰਾਜ਼ੀਨਾਮਾ ਹੋ ਗਿਆ। ਅਸੀਂ ਆਪੋ ਆਪਣੀਆਂ ਫੌਜਾਂ ਵਾਪਸ ਕਰ ਲਈਆਂ ਨੇ। ਅਸੀਂ ਜਿੱਥੇ ਜਿੱਥੇ ਪਹਿਲਾਂ ਸੀਗੇ ਅਸੀਂ ਉੱਥੇ ਚਲੇ ਗਏ ਨੇ। ਉਹਦੇ ਵਿੱਚ ਉਹਨਾਂ ਨੇ ਜਿਹੜੀ ਜਗ੍ਹਾ ਤੇ ਇਹ ਘਟਨਾ ਵਾਪਰੀ ਸੀ ਜਿੱਥੇ ਸਾਡੇ ਫੌਜੀ ਸ਼ਹੀਦ ਹੋਏ ਨੇ ਉਸ ਜਗ੍ਹਾ ਦਾ ਨਾਮ ਨਹੀਂ ਲਿਆ, ਬਾਕੀ ਸਾਰੀਆਂ ਜਗ੍ਹਾ ਦਾ ਨਾਮ ਲਿਆ ਹੋਇਆ ਉਹਨਾਂ ਨੇ। ਪਰ ਇੰਡੀਆ ਦਾ ਕੀ ਜਵਾਬ ਹੈ? ਇੰਡੀਆ ਕਹਿੰਦਾ ਚਾਈਨਾ ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ। ਸਾਡਾ ਅਜੇ ਤੱਕ ਉਹਨਾਂ ਨਾਲ ਕੋਈ ਰਾਜ਼ੀਨਾਮਾ ਨਹੀਂ ਹੈ। ਇਹ ਠੀਕ ਹੈ, ਚੰਗੀ ਗੱਲ ਹੈ। ਜਦ ਤੱਕ ਸਾਨੂੰ ਕੋਈ ਉਹਦੀ ਕੋਈ ਐਕਸਪਲੇਨੇਸ਼ਨ ਨਹੀਂ ਮਿਲਦੀ ਹੈ। ਜਿਹੜੀ ਘਟਨਾ ਵਾਪਰੀ ਸੀ, ਸਾਡੇ ਜਵਾਨ ਇੰਨੇ ਸ਼ਹੀਦ ਹੋ ਗਏ ਨੇ, ਉਹਦੇ ਵਾਸਤੇ ਜਦ ਤੱਕ ਸਾਨੂੰ ਪ੍ਰੋਪਰ ਐਕਸਪਲੇਨੇਸ਼ਨ ਨਹੀਂ ਆਉਂਦੀ, ਹਾਲਾਂਕਿ ਦੋਨਾਂ ਧਿਰਾਂ ਦੇ ਕੋਲੇ ਕੋਈ ਹਥਿਆਰ ਨਹੀਂ ਸੀਗਾ। ਇੱਕ ਗੱਲ ਮੈਂ ਅੱਜ ਹੋਰ ਸੁਣੀ ਹੈ, ਉਹਦੇ 'ਚ ਇਉਂ ਸੀਗਾ ਜਿਹੜੀ ਚਾਈਨਾ ਦੀ ਫੌਜ ਸੀਗੀ ਉਹਨਾਂ ਕੋਲੇ ਜਿਹੜਾ ਕੁਝ ਬੈਟਸ ਵਗੈਰਾ ਸੀਗੇ ਉਹਨਾਂ ਨੂੰ ਮੇਖਾਂ ਲਾਈਆਂ ਹੋਈਆਂ ਸੀਗੀਆਂ। ਅੱਜ ਮੈਂ ਇਹ ਆਪਣੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਖਬਰ ਆਈ ਹੈ, ਜਿੱਦਾਂ ਕਰਕੇ ਵੀ ਆਪਣੀ ਫੌਜ ਦਾ ਨੁਕਸਾਨ ਹੋਇਆ ਹੈਗਾ। ਇਸੇ ਕਰਕੇ ਜਿਹੜੀ ਇੰਡੀਆ ਦੀ ਸਾਡੀ ਸੈਂਟਰਲ ਗਵਰਨਮੈਂਟ ਹੈਗੀ ਆ, ਉਹਨੇ ਅੱਜ ਇਹ ਕਿਹਾ ਵੀ ਚਾਈਨਾ ਦੇ ਅੰਨੀ ਹੋ ਗਿਆ ਹੋਊਗਾ, ਸਾਡੇ ਵੱਲੋਂ ਨਹੀਂ ਹੈ। ਜੀ ਬਿਲਕੁਲ। ਤੇ ਉਧਰ ਇਹ ਵੀ ਸੁਣਨ ਦੇ ਵਿੱਚ ਆਇਆ ਜਿਹੜੇ ਚੀਨ ਨੂੰ ਇੰਨੀਆਂ ਅੱਖਾਂ ਦਿਖਾਈਆਂ ਜਾ ਰਹੀਆਂ ਨੇ, ਉਸੇ ਚੀਨ ਦੇ ਬੈਂਕ ਦਾ ਅਜੇ ਕਰਜ਼ਦਾਰ ਹੈ ਭਾਰਤ। ਮਲਟੀਲੈਟਰਲ ਡਿਵੈਲਪਮੈਂਟ ਬੈਂਕ ਹੈ, MDB ਬੈਂਕ ਹੈ ਤਰਨ। ਇਹ ਚਾਈਨਾ ਦਾ ਬਹੁਤ ਵੱਡਾ ਬੈਂਕ ਹੈ। ਉਸ ਦੇ ਵਿੱਚੋਂ ਸਾਡੇ ਭਾਰਤ ਨੇ 4.5 ਬਿਲੀਅਨ B as in Bob ਬਿਲੀਅਨ ਡਾਲਰ ਸਾਡਾ ਉਹ ਤੋਂ ਲੋਨ ਲਿਆ ਹੋਇਆ ਜੀ। ਔਰ ਪਾਈਪਲਾਈਨ ਦੇ ਵਿੱਚ 1 ਬਿਲੀਅਨ ਹੋਰ ਹੈ। ਤੁਸੀਂ ਹੁਣ ਇਮੇਜਿਨ ਕਰੋ ਤਰਨ, ਜਦ ਅਸੀਂ ਉਹਨਾਂ ਦੇ ਬੈਂਕਾਂ ਤੋਂ ਇੰਨਾ ਸਾਰਾ ਲੋਨ ਲਿਆ ਹੈ, ਪਹਿਲੀ ਗੱਲ ਅਸੀਂ ਇੱਕ ਥਾਂ ਤੇ ਕੋਈ ਕੰਸੀਡਰੇਸ਼ਨ ਕੀਤੀ ਹੈ। ਇਟਸ ਅਪ ਟੂ ਦ ਗਵਰਨਮੈਂਟ ਵਾਟ ਦੇ ਵਾਂਟ ਟੂ ਡੂ। ਅਸੀਂ ਕਿਹੜੇ ਹਿਸਾਬ 'ਚ ਉਹਨਾਂ ਨਾਲ ਦੁਸ਼ਮਣੀ ਕਮਾ ਸਕਦੇ ਹਾਂ? ਸਾਡੇ ਘਰ ਘਰ ਦੇ ਵਿੱਚ ਚਾਈਨਾ ਦਾ ਸਮਾਨ ਹੈ, ਹਰ ਚੀਜ਼ ਚਾਈਨਾ ਦੀ ਪਈ ਹੈ। ਜਿਹੜੀ ਸਸਤੀ ਚੀਜ਼ ਹੈ ਉਹ ਚਾਈਨਾ ਦੀ ਹੈ। ਖਾਣ ਦਾ ਸਮਾਨ ਵੀ ਚਾਈਨਾ ਤੋਂ ਆ ਰਿਹਾ ਹੈਗਾ, ਚਾਹੇ ਡੁਪਲੀਕੇਟ ਆ ਰਿਹਾ, ਚੌਲ ਵੀ ਕਹਿੰਦੇ ਡੁਪਲੀਕੇਟ ਆ ਰਿਹਾ। ਇੰਨਾ ਕੁਛ ਆਉਣ ਦੇ ਬਾਵਜੂਦ ਸਾਡਾ ਇੰਨਾ ਸਾਡਾ ਲੋਨ ਲਿਆ ਹੋਇਆ। ਇਹ ਜਦੋਂ ਸਾਡੀ ਸਰਕਾਰ ਨੇ ਲਿਆ ਸੀਗਾ ਉਦੋਂ ਪਤਾ ਨਹੀਂ ਸੀਗਾ ਵੀ ਅਸੀਂ ਇਹੋ ਜਿਹੀ ਗੱਲ ਕਰਨ ਜਾ ਰਹੇ ਹਾਂ ਵੀ ਕੱਲ੍ਹ ਨੂੰ ਸਾਡਾ ਬਾਰਡਰ ਦਾ ਸਾਡਾ ਰੇਟ ਕਾ ਨੈਚੁਰਲੀ ਸਾਡਾ ਚਾਈਨਾ ਦੇ ਨਾਲ ਰੇਟ ਕਾ 1962 ਦਾ ਤੁਰੇ ਹੀ ਆ ਰਿਹਾ। ਉਹਦੇ ਵਿੱਚ ਅੱਛਾ ਕੱਲਾ ਸਾਡੀ ਸੈਂਟਰਲ ਗਵਰਨਮੈਂਟ ਆ, ਕੱਲਾ ਉਹਨੇ ਨਹੀਂ ਲੋਨ ਲਿਆ ਤਰਨ। ਆਂਧਰਾ ਪ੍ਰਦੇਸ਼ ਨੇ, ਗੁਜਰਾਤ ਨੇ, ਤਾਮਿਲਨਾਡੂ ਨੇ, ਰਾਜਸਥਾਨ ਨੇ, ਵੈਸਟ ਬੰਗਾਲ ਨੇ। ਇਹਨਾਂ ਈਵਨ ਜਿਹੜੀ ਬੈਂਗਲੌਰ ਦੀ ਮੈਟਰੋ ਆ ਉਹਦੇ ਵਾਸਤੇ ਵੀ ਲੋਨ ਇਸੇ ਜਿਹੜਾ ਬੈਂਕ ਹੈ ਇਹਨੇ ਦਿੱਤਾ ਹੈ। ਤੇ ਤੁਸੀਂ ਕਿਵੇਂ ਆਪਣੀ ਦੁਸ਼ਮਣੀ ਕੱਢ ਸਕਦੇ ਹੋ ਜਾਂ ਕਿਵੇਂ ਕਹਿ ਸਕਦੇ ਹੋ ਵੀ ਸਾਡਾ ਤੁਹਾਡਾ ਪੂਰਾ ਬਾਈਕਾਟ ਹੈਗਾ? ਚਾਈਨਾ ਨੂੰ ਤਰਨ ਬਾਈਕਾਟ ਕਰਨ ਵਾਸਤੇ, ਚਾਈਨਾ ਨੂੰ ਰੋਕਣ ਵਾਸਤੇ ਓਵਰਆਲ ਸਾਰਿਆਂ ਕੰਟਰੀਜ਼ ਨੂੰ ਆਪਦੀ ਸਟ੍ਰੈਟਜੀ ਬਦਲਣੀ ਪਵੇਗੀ ਕਿ ਅਸੀਂ ਇੰਨੇ ਡਿਪੈਂਡੈਂਟ ਹੋਏ ਹਾਂ ਵੀ ਅਸੀਂ ਕਿਸੇ ਹੋਰ ਤੇ ਡਿਪੈਂਡੈਂਟ ਹੋਣ ਲੱਗੀਏ। ਮੇਰੀ ਕੈਨੇਡਾ ਨੂੰ ਵੀ ਇਹ ਹਦਾਇਤ ਹੈ ਚਲੋ ਜੀ ਬਿਲਕੁਲ ਜੀ। ਸਿਆਸਤ ਦੀਆਂ ਗੱਲਾਂ ਕਰ ਰਹੇ ਹਾਂ ਸਰ, ਜਾਂਦੇ ਇੱਕ ਸਿਆਸਤ ਦੀ ਗੱਲ ਹੋਰ ਕਰ ਲੈਂਦੇ ਹਾਂ। ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਜਿਹੜਾ ਇਸ ਵਕਤ ਨਵਾਂ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ 'ਚ ਵੱਖ-ਵੱਖ ਅਹੁਦੇ ਸੌਂਪੇ ਜਾਣਗੇ। ਸੋ ਜਿਹਦੇ ਵਿੱਚ ਹਾਲਾਂਕਿ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਮਿਸਟਰ ਸਿੱਧੂ ਵੱਲੋਂ ਕਾਫੀ ਚਿਰ ਤੋਂ ਅਸਤੀਫਾ ਦਿੱਤਾ ਗਿਆ, ਪਰ ਉਹਨਾਂ ਦਾ ਨਾਮ ਵੀ ਵਿੱਚ ਸੂਚੀ ਦੇ ਸ਼ਾਮਲ ਹੈ। ਤਰਨ ਦੇਖੋ, ਸਿੱਧੂ ਸਾਹਿਬ ਦੀ ਜਿਹੜੀ ਆਪਾਂ ਹੁਣ ਤੋਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਆਪਾਂ ਬਹੁਤ ਮਹੀਨੇ ਪਹਿਲਾਂ ਗੱਲ ਕੀਤੀ ਸੀ ਕਿ ਸਿੱਧੂ ਸਾਹਿਬ ਉਹ ਗੱਲ ਇਹ ਚੱਲੀ ਸੀ ਕਿ ਆਪ ਤੇ ਜਾਣਗੇ ਨਹੀਂ ਜਾਣਗੇ, ਰਾਈਟ? ਮੈਨੂੰ ਯਾਦ ਆ ਗਿਆ, ਮੋਸਟਲੀ ਮੈਨੂੰ ਯਾਦ ਨਹੀਂ ਰਹਿੰਦਾ ਇੰਨਾ। ਆਪਾਂ ਇਹ ਗੱਲ ਕਹੀ ਸੀ ਕਿ ਆਪ ਵਿੱਚ ਸਿੱਧੂ ਸਾਹਿਬ ਨਹੀਂ ਜਾਣਗੇ। ਰੀਜ਼ਨ ਇਹ ਹੈ ਤਰਨ, ਕਿਉਂਕਿ ਆਪ ਵਿੱਚ ਜਾ ਕੇ ਹਲੇ ਜ਼ਰੂਰੀ ਨਹੀਂ ਹੈ। ਆਪ ਹਲੇ ਰਿਗਾਰਡਲੈਸ ਪੰਜਾਬ ਦੇ ਵਿੱਚ ਇੱਕ ਪੂਰੀ ਪਾਰਟੀ ਨਹੀਂ ਹੈ, ਮੰਨੋ ਜਾਂ ਨਾ ਮੰਨੋ, ਆਪ ਦੀ ਬਹੁਤ ਸਪੋਰਟ ਗਈ ਹੈ, ਪਰ ਜੇ ਨਹੀਂ ਹੈਗੀ ਆ। ਸਿੱਧੂ ਸਾਹਿਬ ਕਾਂਗਰਸ ਵਿੱਚ ਹੀ ਰਹਿਣਗੇ। ਕਾਂਗਰਸ ਵਿੱਚ ਰਹਿਣ ਦਾ ਇਹਨਾਂ ਨੂੰ ਫਾਇਦਾ ਹੈਗਾ। ਇਹ ਅਜੇ ਵੀ ਬਹੁਤ ਆਲਾ ਦਰਜੇ ਦੇ ਲੀਡਰ ਹੈਗੇ ਨੇ, ਨੈਸ਼ਨਲ ਲੈਵਲ ਤੇ ਲੀਡਰ ਨੇ। ਔਨ ਟਾਪ ਆਫ ਦੈਟ ਤਰਨ
ਚਾਹੇ ਮੰਨੋ ਜਾਂ ਨਾ ਮੰਨੋ, ਰਾਹੁਲ ਗਾਂਧੀ ਨਾਲ ਇਹਨਾਂ ਦੀ ਸਿੱਧੀ ਹੈ। ਇਸੇ ਕਰਕੇ ਜਿੰਨਾ ਕੁਛ ਇਹਨਾਂ ਨੇ ਕੁਛ ਕੀਤਾ ਸੀਗਾ, ਇਹਨਾਂ ਕੁਛ ਕਿਹਾ ਸੀਗਾ, ਇਹਨਾਂ ਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਢਿਆ ਗਿਆ। ਇਹ ਹੁਣ ਮੁੜ ਕੇ ਇਹਨਾਂ ਨੂੰ ਫੇਰ ਅਹੁਦਾ ਕੋਈ ਵੱਡਾ, ਸ਼ਾਇਦ ਡਿਪਟੀ ਪ੍ਰਾਈਮ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਸ਼ਾਇਦ ਇਹਨਾਂ ਨੂੰ ਬਣਾ ਦੇਣ, ਜਾਂ ਜੇ ਨਹੀਂ ਵੀ ਬਣਾਉਣਗੇ ਤਾਂ ਇਹਨਾਂ ਨੂੰ ਜਿਹੜਾ ਪਾਰਟੀ ਲੈਵਲ ਦਾ ਕੋਈ ਅਹੁਦਾ ਵੱਡਾ ਜ਼ਰੂਰ ਮਿਲ ਸਕਦਾ ਜੀ। ਕੋਈ ਪਤਾ ਨਹੀਂ, ਸ਼ਾਇਦ ਪ੍ਰਧਾਨ ਬਣਾ ਲੈਣ ਇਹਨੂੰ ਪ੍ਰਦੇਸ਼ ਕਾਂਗਰਸ ਤੇ, ਬਿਲਕੁਲ ਯੂ ਨੈਵਰ ਨੋ। ਕਿਉਂਕਿ ਸਿੱਧੂ ਐਸਾ ਬੰਦਾ ਹੈਗਾ ਜੀ ਜਿਹੜਾ ਕਿ ਮਾਸਸ ਨੂੰ ਆਪਦੇ ਵੱਲ ਅਟਰੈਕਟ ਕਰ ਸਕਦਾ। ਇਹ ਐਸਾ ਲੀਡਰ ਹੈ, ਤੁਹਾਨੂੰ ਯਾਦ ਹੋਏਗਾ ਜਿਹੜੀ ਪਿਛਲੀ ਲੋਕ ਸਭਾ ਦੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਸਭ ਤੋਂ ਸਟਾਰ ਪ੍ਰਚਾਰਕ ਇਹ ਰਹੇ ਸੀ। ਥਾਂ ਥਾਂ ਤੇ ਡਿਮਾਂਡ ਸੀ, ਔਰ ਜਿੱਥੇ ਵੀ ਇਹ ਪ੍ਰਚਾਰ ਕਰਕੇ ਆਏ ਨੇ ਉੱਥੋਂ ਸ਼ਾਇਦ ਹੀ ਕੋਈ ਸੀਟ ਹਰੀ ਹੈ ਕਾਂਗਰਸ, ਬਾਕੀ ਸਾਰੀਆਂ ਸੀਟਾਂ ਜਿੱਤੀਆਂ, ਗਿਣਤੀ ਦੀਆਂ ਸੀਟਾਂ ਸੀਗੀਆਂ ਜਿਹੜੀਆਂ ਹਾਰ ਗਏ ਸੀ। ਔਰ ਤੁਸੀਂ ਦੇਖੋ ਫਿਰ ਇਹੋ ਜਿਹੇ ਨੂੰ ਪਾਰਟੀ ਛੱਡਦੀ ਹੁੰਦੀ ਹੈ, ਨਹੀਂ ਛੱਡਣਗੇ ਜੀ, ਇਹਨਾਂ ਨੂੰ ਤੋਹਫਾ ਅਹੁਦਾ ਵੀ ਵਧੀਆ ਮਿਲੇਗਾ ਜੀ। ਬਿਲਕੁਲ ਜੀ, ਨਾਲ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਦੇ ਵਿੱਚ ਸਿੱਧੂ ਹੋਣਗੇ ਤੇ ਉਹ ਪਾਰਟੀ ਦੇ ਜਿੱਤਣ ਦੇ ਚਾਂਸਸ ਵੀ ਵਧਣਗੇ। ਤੇ ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ਹਾਈ ਕਮਾਨ ਨੇ ਪਹਿਲਾਂ ਵੀ ਇਹਨਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਦਿੱਲੀ ਵਿੱਚ ਇਹਨਾਂ ਨੂੰ ਕੋਈ ਸੀਟ ਜਿਹੜੀ ਆ ਇਹਨਾਂ ਨੂੰ ਦਿੱਤਾ ਜਾਵੇ, ਅਹੁਦਾ ਦਿੱਤਾ ਜਾਵੇ, ਪਰ ਉਸ ਟਾਈਮ ਸਿੱਧੂ ਨੇ ਪੰਜਾਬ ਵਿੱਚ ਹੀ ਰਹਿਣ ਦੀ ਇੱਛਾ ਜਤਾਈ ਸੀ ਕਿ ਮੈਂ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਕਰਨ ਉਹ ਮੇਰੇ ਖਿਆਲ ਇਹਨਾਂ ਦਾ ਸਟੈਪ ਠੀਕ ਸੀਗਾ। ਰੀਜ਼ਨ ਇਹ ਹੈ, ਤੁਸੀਂ ਚਾਹੇ ਸੈਂਟਰ ਦੇ ਵਿੱਚ ਡਿਫੈਂਸ ਮਿਨਿਸਟਰ ਹੋ, ਚਾਹੇ ਤੁਸੀਂ ਫਾਈਨੈਂਸ ਮਿਨਿਸਟਰ ਹੋ, ਰਿਗਾਰਡਸ ਉਹ ਸੀਐਮ ਜਿਹੜਾ ਹੈਗਾ ਨਾ, ਉਹ ਉਹਦਾ ਉਦੋਂ ਇਹ ਸਮਝਦਾ ਕਿ ਵੱਡਾ ਉਹਦਾ ਸਾਰੇ ਤੁਸੀਂ ਪੰਜਾਬ ਦੇ ਮਾਲਕ ਹੋ। ਔਰ ਇਹਨਾਂ ਨੇ ਲੌਂਗ ਰਨ ਗੇਮ ਖੇਡੀ ਹੈ ਜੀ, ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਅੱਖ ਸੀਐਮ ਵਾਲੀ ਕੁਰਸੀ ਤੇ ਹੈ, ਬਸ਼ਰਤੇ ਕਿ ਕੈਪਟਨ ਸਾਹਿਬ ਛੱਡਣ। ਕੈਪਟਨ ਸਾਹਿਬ ਫੇਰ ਕਹਿੰਦੇ ਬਣਨ ਨੂੰ ਫਿਰਦੇ ਹੈਗੇ, ਉਹ ਤਾਂ ਉਹ ਕੁਰਸੀ ਐਸੀ ਹੈ, ਇਹ ਕੋਈ ਕੰਡੀਸ਼ਨ ਚਾਹੀਦੀ ਹੈ। ਯੂਐਸ ਵਾਂਗੂ ਚੰਗੀ ਗੱਲ ਹੈ, ਉਹਨਾਂ ਦੇ 2 ਟਰਮਾਂ ਹੀ ਨੇ ਪ੍ਰੈਜ਼ੀਡੈਂਟ ਦੀਆਂ, ਉਦੋਂ ਮੋਰ ਤੁਹਾਨੂੰ ਜਾਣਾ ਪਵੇਗਾ। ਪਰ ਇੱਥੇ ਤਾਂ ਜਿਹੜੇ ਆਪਣੇ ਕਾਲਰ ਦਾ ਕਾਲ ਆਈ ਸੀ, ਉਹਨਾਂ ਨੇ ਸ਼ਬਦ ਚਿੱਚੜ ਵਰਤਿਆ ਸੀਗਾ, ਜਿਹੜਾ ਕੁਰਸੀ ਨੂੰ ਚਿੰਬੜ ਜਾਂਦਾ ਜੀ, ਉਹ ਛੱਡਦਾ ਨਹੀਂ ਹੈ। ਬਿਲਕੁਲ ਜੀ, ਤੇ ਅਗਲੀ ਖਬਰ ਵੱਲ ਵਧੀਏ ਸਰ। ਭਾਰਤ ਹੁਣ ਆਤਮ ਨਿਰਭਰ ਹੋ ਚੁੱਕਿਆ ਹੈ। ਕਹਿੰਦੇ ਇਸ ਵਕਤ 130-35 ਕਰੋੜ ਦੀ ਆਬਾਦੀ ਨੂੰ ਖੁਦ ਨੂੰ ਮਾਸਕ ਮਿਲਣ ਚਾਹੇ ਨਾ ਮਿਲਣ, ਪਰ ਭਾਰਤ ਨੇ ਮਾਸਕ ਜਿਹੜੇ ਆ ਉਹ ਐਕਸਪੋਰਟ ਕਰਨੇ ਜ਼ਰੂਰ ਸ਼ੁਰੂ ਕਰ ਦਿੱਤੇ ਨੇ। ਬਿਲਕੁਲ ਤਰਨ ਗੱਲ ਐਸੀ ਹੋ ਗਈ ਹੈ, ਕਹਿੰਦੇ ਵੀ ਸਾਡੇ ਕੋਲ ਇੰਨੇ ਜ਼ਿਆਦਾ ਵੱਧ ਗਏ ਨੇ, ਅਸੀਂ ਨਾਲੇ ਮਾਸਕ 4 ਮਿਲੀਅਨ ਤੋਂ ਮਾਸਕ ਨੇ, ਤੇ ਨਾਲੇ ਜਿਹੜੀਆਂ ਗੋਗਲਸ ਨੇ, ਉਹ ਜਿਹੜਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਹੈਗਾ ਪ੍ਰੋਗਰਾਮ ਕਿ ਆਤਮ ਨਿਰਭਰ ਹੋਣਾ, ਉਹ ਅਸੀਂ ਆਤਮ ਨਿਰਭਰਤਾ ਵਰਨੀ ਮੈਨੂੰ ਲੱਗਦਾ ਜੀ ਅਸੀਂ ਜ਼ਿਆਦਾ ਹੋ ਗਏ ਹਾਂ। ਸੋ ਅਸੀਂ ਇੰਨੇ ਜ਼ਿਆਦਾ ਮਾਸਕ ਪ੍ਰੋਡਿਊਸ ਕਰਤੇ ਆ ਕਿ ਸਾਨੂੰ ਜ਼ਰੂਰਤ ਨਹੀਂ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤਰਨ, ਕੀ ਸੱਚੀ ਇੰਨੇ ਹੋ ਗਏ ਨੇ ਕਿ ਸਾਨੂੰ ਜ਼ਰੂਰਤ ਨਹੀਂ ਹੈਗੀ ਹੈ? ਸਾਡੇ ਤਾਂ ਹਸਪੀਟਲ ਦੇ ਵਿੱਚ ਪੂਰਾ ਇਕਵਿਪਮੈਂਟ ਨਹੀਂ ਹੈਗਾ, ਸਾਡੇ ਤਾਂ ਆਪਾਂ ਇਹ ਕਿਵੇਂ ਹੋ ਸਕਦਾ ਵੀ ਹੁਣ ਤੋਂ 4 ਹਫ਼ਤੇ ਪਹਿਲਾਂ ਇੱਕ ਜਿਹੜਾ ਟਾਪ ਦਾ ਡਾਕਟਰ ਹੈ ਇਹ ਕਹਿ ਰਿਹਾ ਕਿ ਸਾਡੇ ਮੈਡੀਕਲ ਵਾਲਿਆਂ ਨੂੰ ਤਾਂ ਇਹ ਇਕਵਿਪਮੈਂਟ ਦੇ ਦਿਓ, ਤੇ ਉਹਨੂੰ ਪਾਗਲ ਕਰਾਰ ਦੇ ਕੇ ਅੰਦਰ ਸਿੱਟਿਆ ਜਾ ਚੁੱਕਿਆ। ਤੇ 4 ਹਫ਼ਤਿਆਂ ਦੇ ਵਿੱਚ ਅਸੀਂ ਇੰਨੀਆਂ ਜ਼ਿਆਦਾ ਫੈਕਟਰੀਆਂ ਲਾਤੀਆਂ, ਅਸੀਂ ਇੰਨੀ ਪ੍ਰੋਡਕਸ਼ਨ ਵਧਾ ਦਿੱਤੀ ਹੈ ਕਿ ਸਾਨੂੰ ਇੰਨਾ ਵਾਫਰ ਹੋ ਗਿਆ ਸਾਡੇ ਕੋਲ ਸਮਾਨ ਕਿ ਅਸੀਂ ਬਾਹਰ ਵੀ ਐਕਸਪੋਰਟ ਕਰਨ ਲੱਗ ਪਏ ਹਾਂ। ਮੈਨੂੰ ਤਾਂ ਨਹੀਂ ਗੱਲ ਜੱਜਦੀ, ਹੋ ਸਕਦਾ ਇਹ ਗੱਲ ਹੋ ਗਈ ਹੋਵੇ ਰਾਤੋਂ ਰਾਤ, ਸ਼ਾਇਦ ਕੋਈ ਐਸਾ ਮੰਤਰ ਮਾਰਿਆ ਹੋਵੇ ਜਿਹਦੇ ਨਾਲ ਗੱਲ ਬਣ ਗਈ ਹੈ ਜੀ। ਤੇ ਜੇ ਬਣੀ ਆ ਤਾਂ ਬੜੀ ਵਧੀਆ ਗੱਲ ਹੈ, ਜੋ ਸਾਡੇ ਕੰਟਰੀ ਨੂੰ ਬਾਹਰਲਾ ਕੁਛ ਆਏਗਾ ਜੀ, ਕਰੰਸੀ ਆਏਗੀ, ਮੇਡ ਇਨ ਇੰਡੀਆ ਵੀ ਕੁਛ ਆਏਗਾ ਜੀ ਬਾਹਰਲੀ ਕੰਟਰੀਆਂ 'ਚ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ 'ਚ। ਕੀ ਹਾਲ ਚਾਲ ਨੇ? ਹਾਂਜੀ, ਤੁਸੀਂ ਗੱਲ ਕਰ ਰਹੇ ਸੀ ਵੀ ਇੰਡੀਆ ਜਿਹੜਾ ਚਾਈਨੀਜ਼ ਬੈਂਕ ਦੇ ਕੋਲੋਂ ਇਹਨਾਂ ਨੇ ਲੋਨ ਲਿਆ ਹੈ, AIAB ਬੈਂਕ ਦੇ ਕੋਲੋਂ, ਬਿਲਕੁਲ ਗੱਲ ਤੁਹਾਡੀ ਸਹੀ ਹੈ, ਪਰ ਉਹਦੇ ਵਿੱਚ ਇੰਡੀਆ ਦਾ ਵੀ ਸ਼ੇਅਰ ਹੋਲਡਰ ਹੈ। ਸੈਕੰਡ ਲਾਰਜੈਸਟ ਸ਼ੇਅਰ ਹੋਲਡਰ ਇੰਡੀਆ, 7.5% ਸ਼ੇਅਰ ਇੰਡੀਆ ਦਾ ਹੈ। ਉਸ ਦੇ ਬਾਅਦ ਰਸ਼ੀਆ ਦਾ 6% ਸ਼ੇਅਰ ਹੈ, ਫਿਰ ਉਸ ਦੇ ਬਾਅਦ ਜਰਮਨੀ ਦਾ ਵੀ ਸ਼ੇਅਰ ਹੈ। ਇਹ 24 ਬੈਂਕ ਮੈਂਬਰਾਂ ਦਾ ਕੰਟਰੀ ਦਾ ਮਿਲ ਕੇ ਬੈਂਕ ਹੈ, ਤੇ ਆਪਣੇ ਮਿਲੇ ਹੋਏ ਬੈਂਕ ਦੇ ਵਿੱਚੋਂ ਲੋਨ ਲੈ ਲਿਆ, ਤਾਂ ਕੋਈ ਮੇਰੇ ਘਰ ਤੋਂ ਕੋਈ ਗੱਲ ਨਹੀਂ। ਥੈਂਕ ਯੂ ਸੋ ਮਚ। That's good. ਬਹੁਤ ਧੰਨਵਾਦ ਤੁਹਾਡਾ ਦਿਨ। ਸੋ ਨਾਈਸ ਆਫ ਯੂ ਜੀ, ਤੁਸੀਂ ਇਹ ਗੱਲ ਕੀਤੀ ਹੈ। ਪਰ ਉਹ ਜਿਹੜੀ ਗੱਲ ਹੈਗੀ ਆ, ਜਿਹੜਾ ਲੋਨ ਲਿਆ ਹੈ ਜੀ ਇਹਨਾਂ ਨੇ, ਜਿਹੜੇ ਹਿੱਸੇਦਾਰ ਬਣੇ ਹੋਏ ਨੇ ਉਹ ਹਿੱਸੇਦਾਰ ਇਸ ਵਾਸਤੇ ਬਣੇ ਹੋਏ ਵੀ ਕੋਵਿਡ-19 ਦਾ ਸੀ ਰਲ ਕੇ, ਜਿੱਦ ਤੱਕ ਮੇਰਾ ਖਿਆਲ ਕੋਵਿਡ-19 ਨੂੰ ਜਿਹੜਾ ਸੀ ਮੁਕਾਬਲਾ ਕਰਨਾ, ਉਹ ਫੰਡ ਦੇ ਵਿੱਚ ਜਿਹੜੇ ਤੁਸੀਂ ਗੱਲ ਕੀਤੀ ਉਹਦੇ ਸ਼ਾਇਦ ਹਿੱਸੇਦਾਰ ਨੇ, ਨਾ ਕਿ ਉਸ ਬੈਂਕ ਦੇ ਵਿੱਚ ਫੁੱਲੀ ਹਿੱਸੇਦਾਰ ਆ ਜਿਹੜਾ ਇੰਡੀਆ ਤੇ ਜਿਹੜੀ ਤੁਸੀਂ ਦੂਸਰੇ ਕੰਟਰੀਜ਼ ਦਾ ਨਾਮ ਲਿਆ ਜੀ। ਜਿੱਦ ਤੱਕ ਮੇਰਾ ਖਿਆਲ ਉਹ ਇਹ ਹੈ ਜੀ, ਬਟ ਮੇ ਬੀ ਆਮ ਰੋਂਗ, ਆਲ ਚੈੱਕ ਇਨਟੂ ਇਟ, ਆਲ ਬਲੀਵ ਯੂ। ਥੈਂਕ ਯੂ, ਤੁਸੀਂ ਕਾਲ ਕੀਤਾ, ਸੋ ਨਾਈਸ ਆਫ ਯੂ। ਬਿਲਕੁਲ ਜੀ, ਤੇ ਅਗਲੀ ਖਬਰ ਵੱਲ ਰੁਕ ਕਰੀਏ। ਪਾਕਿਸਤਾਨ ਦੀ ਸਰ ਕੱਲ ਵੀ ਅਸੀਂ ਇੱਕ ਖਬਰ ਸ਼ੇਅਰ
ਚੈੱਕ ਕੀਤੀ ਸੀ ਕਿ ਉੱਥੇ ਇੱਕ ਮੌਲਵੀ ਦੇ ਬੰਨਿਓ ਭਾਈ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਆ ਗੁਰਦੁਆਰਾ ਸਾਹਿਬ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜੋ ਇਸ ਵਕਤ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਵਿਦੇਸ਼ਾਂ ਤੋਂ ਵੀ ਸਿੱਖ ਸੰਗਤ ਵੱਲੋਂ ਕਾਫੀ ਇਤਰਾਜ਼ ਜਤਾਇਆ ਗਿਆ ਤੇ ਉੱਥੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਸੁਣਨ ਦੇ ਵਿੱਚ ਆਇਆ ਕਿ ਔਕਾਫ ਬੋਰਡ ਦੀ ਸ਼ਿਕਾਇਤ ਤੋਂ ਬਾਅਦ ਉੱਥੋਂ ਦੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ 24 ਘੰਟਿਆਂ ਦੇ ਵਿੱਚ ਇਹ ਤੇ ਕਾਰਵਾਈ ਚਾਹੀਦੀ ਹੈ, ਜਿਸ ਤੋਂ ਬਾਅਦ ਮੌਲਵੀ ਸੁਹੇਲ ਭੱਟ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਪਾਸੇ ਸਰ ਕਰਤਾਰਪੁਰ ਕੋਰੀਡੋਰ ਖੋਲ ਕੇ ਤੁਸੀਂ ਸਿੱਖ ਭਾਈਚਾਰੇ ਨੂੰ ਆਪਣੇ ਵੱਲ ਕਰ ਰਹੇ ਹੋ, ਉਹਨਾਂ ਦੇ ਪ੍ਰਤੀ ਇੱਕ ਤੁਸੀਂ ਫੇਵਰ ਦਿਖਾ ਰਹੇ ਹੋ, ਉਹਨਾਂ ਪ੍ਰਤੀ ਨਰਮ ਵਤੀਰਾ ਅਪਣਾ ਰਹੇ ਹੋ। ਉੱਥੇ ਯੂਨੀਵਰਸਿਟੀਜ਼ ਦਾ ਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਿਆ ਜਾ ਰਿਹਾ ਵਾ, ਇਹ ਸਭ ਕੁਝ ਤੁਸੀਂ ਕਰ ਰਹੇ ਹੋ। ਇੱਕ ਪਾਸੇ ਤੁਸੀਂ ਦਿਖਾ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੇ ਉੱਤੇ ਤੁਸੀਂ ਕਬਜ਼ਾ ਕਰ ਰਹੇ ਹੋ, ਉੱਥੇ ਰਾਮ ਮੰਦਿਰ ਬਣਨ ਲੱਗਿਆ ਸੀ, ਕ੍ਰਿਸ਼ਨਾ ਮੰਦਿਰ ਬਣਨ ਲੱਗਿਆ ਸੀ, ਉਹਦਾ ਨੀਂਹ ਪੱਥਰ ਰੱਖਣ ਲੱਗੇ ਤਾਂ ਨੀਂਹ ਪੱਥਰ ਰੁਕਵਾ ਦਿੱਤਾ ਗਿਆ। ਤਰਨ ਜਿਹੜੇ ਸਿਰਫਰੇ ਆ ਉਹ ਸਾਰੀ ਦੁਨੀਆ 'ਚ ਹਰ ਥਾਂ ਤੇ ਅਵੇਲੇਬਲ ਨੇ ਔਰ ਸੌਖੇ ਹੀ ਮਿਲ ਜਾਂਦੇ ਆ ਔਰ ਉਹਨਾਂ ਨੂੰ ਤੁਸੀਂ ਹਟਾਉਣਾ ਬੜਾ ਮੁਸ਼ਕਿਲ ਹੈ। ਰੀਜ਼ਨ ਬੀਇੰਗ ਮੂੰਹ ਫੱਟ ਹੁੰਦੇ ਨੇ, ਉਹਨਾਂ ਨੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਣਾ ਹੁੰਦਾ। ਸਰਕਾਰਾਂ ਕੁਛ ਕਰੀ ਚੱਲਣ। ਪਾਕਿਸਤਾਨ ਸਰਕਾਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਤੇ ਤੱਕ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ, ਬਾਕੀ ਗੁਰੂ ਘਰਾਂ ਦੇ ਵਿੱਚ ਵੀ ਤੁਸੀਂ ਜਾਣਦੇ ਆ, ਮੇਰੇ ਤੋਂ ਨਹੀਂ ਜਾ ਹੋਇਆ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਹਰ ਵਾਰੀ ਜਾਂਦੀਆਂ ਨੇ, ਹਰ ਸਾਲ ਜਾਂਦੀਆਂ ਨੇ, ਖੁਸ਼ ਹੋ ਕੇ ਆਉਂਦੀਆਂ ਨੇ ਔਰ ਬਹੁਤੇ ਲੋਕਾਂ ਦਾ ਪੋਜ਼ਿਟਿਵ ਉੱਥੋਂ ਲੈ ਕੇ ਆਉਂਦੇ ਨੇ। ਔਰ ਉੱਥੋਂ ਦੇ ਜਿਹੜੇ ਆਮ ਲੋਕ ਨੇ, ਤੁਹਾਨੂੰ ਦਸਤਾਰ ਬੰਨ ਕੇ ਤੁਸੀਂ ਬਾਜ਼ਾਰ 'ਚ ਇਕੱਲੇ ਵੀ ਜਾ ਸਕਦੇ ਹੋ ਔਰ ਲੋਕੀ ਤੁਹਾਨੂੰ ਹੱਥਾਂ ਤੇ ਚੁੱਕਦੇ ਆ, ਐਸੀ ਹਾਲਾਤ ਹੈਗੀ। ਪਰ ਕੁਛ ਸਿਰਫ ਫਿਰਿਆਂ ਨੂੰ ਇਹਨਾਂ ਨੂੰ ਤੁਸੀਂ ਰੋਕਣਾ ਬੜਾ ਮੁਸ਼ਕਲ ਹੁੰਦਾ। ਪ੍ਰੋਬਲਮ ਇਹ ਹੈ ਤਾਂ ਸਿਆਸਤ ਵਿੱਚ ਆ ਵੜਦੀ ਹੈ, ਵੋਟ ਵਿੱਚ ਆ ਵੜਦੀ ਹੈ ਔਰ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਕਈ ਸਿੰਗਲ ਹੈਂਡਡ ਇਹ ਕੰਮ ਕਰਦੇ ਆ, ਜਦੋਂ ਤਾਂ ਉਹ ਪੰਪ ਚਲਾ ਦਿੰਦਾ, ਬਾਅਦ ਵਿੱਚ ਪਤਾ ਲੱਗਦਾ ਵੀ ਕਾਰਨ ਕੀ ਹੋਇਆ ਸੀਗਾ। ਬਾਕੀ ਕਮਿਊਨਿਟੀ ਫੇਰ ਨਾਲ ਰਲਦੀ ਹੈ, ਫੇਰ ਉੱਠ ਕੇ ਖੜੀ ਹੁੰਦੀ ਹੈ। ਮੈਜੋਰਿਟੀ ਲੋਕ ਦੁਨੀਆ ਦੇ ਚਿੱਤਰਨ ਚੰਗੇ ਨੇ, ਬਹੁਤ ਥੋੜੇ ਲੋਕ ਮਾੜੇ ਨੇ, ਪਰ ਉਹ ਵੋਕਲ ਬਹੁਤ ਨੇ। ਉਹ ਸਿਰਫ ਜਿਹੜੇ ਐਸੇ ਹੈਗੇ ਨੇ। ਆ ਚੰਗੀ ਗੱਲ ਕੀਤੀ ਹੈ ਜਿਹੜੀ ਅਖੀਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਥੇ ਜਦੋਂ ਨਿਸ਼ਾਨ ਸਾਹਿਬ ਵੀ ਚੜਾਉਣਾ ਸੀਗਾ ਜੀ, ਉਦੋਂ ਵੀ ਚੜਾਉਣ ਨਹੀਂ ਸੀ ਦਿੱਤਾ ਗਿਆ। ਇਹ ਬੰਦਾ ਸੁਹੇਲ ਭੱਟ ਹੈ ਨਾ, ਹਾਂਜੀ, ਇਸ ਬੰਦਾ ਦਾ ਖੈਰ ਇਹਨੂੰ ਹੈ ਮੌਲਵੀ ਹੈ ਜੀ, ਜ਼ਰੂਰੀ ਨਹੀਂ ਹੈ ਜਾਂ ਮੌਲਵੀ ਹੈ ਜਾਂ ਗ੍ਰੰਥੀ ਹੈ ਜਾਂ ਪੁਰੋਹਿਤ ਹੈ ਕਿ ਸਾਰੇ ਚੰਗੇ ਹੀ ਹੋਣਗੇ ਔਰ ਸਾਰਿਆਂ ਦਾ ਮੈਂਟਲ ਲੈਵਲ ਠੀਕ ਹੋਏਗਾ। ਇੱਕ ਜ਼ਰੂਰੀ ਨਹੀਂ ਸੌਰੀ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੀ ਹੋਵੇ, ਇੱਕ ਜਿਹੜਾ ਅਹੁਦਾ ਲੱਗ ਜਾਣਾ ਤੇ ਉਹਦੇ ਨਾਲ ਤੁਹਾਨੂੰ ਬਾਕੀ ਧਰਮਾਂ ਦੇ ਬਾਰੇ ਕੁਝ ਚੰਗਾ ਸੋਚਣਾ, ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸੋਚ ਬਦਲ ਸਕੇ। ਜੀ, ਕਰੋਨਾ ਵਾਇਰਸ ਦੀ ਵੈਕਸੀਨ ਦੀ ਗੱਲ ਕਰ ਲਈ ਆਪਾਂ, ਬਾਰ-ਬਾਰ ਕਹਿ ਰਹੇ ਸੀ ਕਰੋਨਾ ਵਾਇਰਸ ਦੀ ਵੈਕਸੀਨ ਕਦੋਂ ਤਿਆਰ ਹੁੰਦੀ ਹੈ, ਇਹਦੇ ਬਾਰੇ ਵਿੱਚ ਅਜੇ ਵੇਟ ਹੋ ਸਕਦੀ ਹੈ, ਸ਼ਾਇਦ ਸਾਲ ਦੇ ਅਖੀਰ ਤੱਕ ਹੋਵੇ। ਹੌਲੀ-ਹੌਲੀ ਹੁਣ ਟੈਸਟਿੰਗ ਹੋਣੀ ਸ਼ੁਰੂ ਹੋ ਚੁੱਕੀ ਹੈ। ਕੈਨੇਡਾ ਤੋਂ ਜਿਹੜੀ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ, ਕੈਨੇਡਾ ਵਿੱਚ ਵੀ ਇੱਕ ਦਵਾਈ ਜਿਹੜੀ ਆ ਉਹ ਅਪਰੂਵ ਕੀਤੀ ਗਈ ਹੈ। ਕਰੋਨਾ ਵਾਇਰਸ ਦੇ ਕੁਝ ਸਿੰਪਟਮਸ ਜਿਹੜੇ ਆ ਉਹਨਾਂ ਦੇ ਉੱਤੇ ਇਹ ਟੈਸਟ ਕੀਤੀ ਜਾ ਰਹੀ ਹੈ। ਹਾਂ ਤਰਨ, ਇਹ ਦਵਾਈ ਦੀ ਪਹਿਲਾ ਨਾਮ ਆ ਚੁੱਕਿਆ, ਰੈਮਡੈਸਿਵਿਰ ਦਵਾਈ ਹੈਗੀ ਆ। ਇਹ ਦਵਾਈ ਅੱਜ ਆਪਣੀ ਕੈਨੇਡਾ ਨੇ ਅਲਾਉ ਕਰ ਦਿੱਤੀ ਹੈ ਕਿ ਇਹ ਕਰੋਨਾ ਨੂੰ ਫਾਈਟ ਕਰਨ ਵਾਸਤੇ ਇਹ ਠੀਕ ਹੈ। ਜਿਹੜਿਆਂ ਦੀ ਉਮਰ 12 ਸਾਲ ਤੋਂ ਵੱਧ ਹੈਗੀ ਆ ਉਹਨਾਂ ਉੱਤੇ ਇਹ ਵਰਤੀ ਜਾ ਸਕਦੀ ਹੈ, ਉਦੋਂ ਛੋਟਿਆਂ ਵਾਸਤੇ ਨਹੀਂ। ਔਰ ਜਿਹੜੇ ਹਸਪੀਟਲ ਦੇ ਵਿੱਚ ਵੈਂਟੀਲੇਟਰ ਦੇ ਤੱਕ ਗਏ ਹੋਏ ਨੇ ਜਾਂ ਹਸਪੀਟਲ ਦੇ ਵਿੱਚ ਐਡਮਿਟ ਹੋਏ ਹੋਏ ਨੇ, ਉਹਨਾਂ ਦੇ ਉੱਤੇ ਵਰਤੀ ਜਾਏਗੀ। ਤਰਨ ਇਉਂ ਨਹੀਂ ਹੈ ਕਿ ਅਸੀਂ ਕਾਊਂਟਰ ਤੇ ਜਾ ਕੇ ਲੈ ਕੇ ਆ ਸਕੀਏ, ਨੋ, ਇਟਸ ਨਾਟ ਅਵੇਲੇਬਲ। ਇਹ ਅਵੇਲੇਬਲ ਇਸੇ ਵਾਸਤੇ ਹੈਗੀ ਹੈ ਕਿ ਤੁਸੀਂ ਹਸਪੀਟਲ ਦੇ ਵਿੱਚ ਇਨ ਕੇਸ ਇਹ ਗੱਲ ਹੋ ਜਾਂਦੀ ਹੈ ਤਾਂ ਤੁਹਾਨੂੰ ਉੱਥੇ ਦਵਾਈ ਮਿਲੇਗੀ। ਅਦਰਵਾਈਜ਼ ਇਹ ਬਾਕੀ ਇਹਨੂੰ ਇੰਜੈਕਟ ਕਰਨਾ ਪੈਂਦਾ ਹੈ, ਇਹ ਆਈਯੂ ਦੇ ਨਾਲ ਇਹਨੂੰ ਜਾਂਦੀ ਹੈ, ਸੋ ਤੁਹਾਨੂੰ ਹਸਪੀਟਲ ਜਾਣਾ ਹੀ ਪਵੇਗਾ। ਉਵੇਂ ਇੰਜੈਕਟ ਹੋ ਸਕਦੀ ਹੈ। ਅਜੇ ਇਹਨੂੰ ਤੁਸੀਂ ਆਪਾਂ ਮੂੰਹ ਦੇ ਨਾਲ ਖਾਣਾ, ਉਸ ਮੁਤਾਬਕ ਅਜੇ ਇਹ ਦਵਾਈ ਇਹਦੀ ਡੋਜ਼ ਨਹੀਂ ਦਿੱਤੀ ਜਾਂਦੀ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਹਾਂ, ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਮੈਮ, ਕੀ ਕਹਿਣਾ ਚਾਹੁੰਦੇ ਆ? ਹਾਂ, ਜਿਹੜਾ ਪਾਕਿਸਤਾਨ ਦਾ ਬੁੱਤਾ ਹੁਣ ਇੰਡੀਆ ਦੇ ਵਿੱਚ ਵੀ ਇੰਨੇ ਪਾਕਿਸਤਾਨੀਏ ਆ, ਇੰਡੀਆ 'ਚ ਵੀ ਡੈਥ ਚੱਕਦੇ ਆ ਇਹ, ਤਾਂ ਇਹਨਾਂ ਦਾ ਜ਼ੋਰ ਸਾਰੇ ਪਾਸੇ ਹੋ ਗਏ। ਇਦਾਂ ਤਾਂ ਹੁਣ ਇੱਥੇ ਇਹਨਾਂ ਦੀਆਂ ਜਗ੍ਹਾ ਨਹੀਂ ਬਣੀਆਂ ਇੰਡੀਆ ਦੇ ਵਿੱਚ, ਇੰਨੇ ਸਾਲ ਪੁਰਾਣੇ ਕੋਈ ਇਹਨਾਂ ਦੇ ਦਾਦੇ ਵੀ ਨਹੀਂ, ਉਹ ਤਾਂ ਹੁਣ ਇਹ ਆਜ਼ਾਦੀਆਂ ਹੋ ਕੇ ਤੇ ਬਣੀਆਂ ਆ ਜਗ੍ਹਾ। ਜੀ, ਜੋ ਕੰਮ ਸਿੱਖਾਂ ਨੇ ਕੀਤੇ ਆ ਉਹ ਕਹਿੰਦੇ ਹੁੰਦੇ ਇਹਨਾਂ ਨੇ ਥੋੜੋ ਕੀਤੇ, ਉਹੀ ਦਿਨ ਕਹਿੰਦੇ ਹੁੰਦੇ ਅੱਜ ਉਹ ਜੱਦੀ ਉਹਨਾਂ ਦੀਆਂ ਜਗ੍ਹਾ ਆ ਜਿਹੜੀਆਂ ਇਹ ਲੱਗੇ ਹੋ ਇਹਦਾ ਕਾਰਨ। ਬਿਲਕੁਲ, ਇਹਨਾਂ ਦਾ ਜ਼ੋਰ ਬਹੁਤ ਚੱਲ ਗਿਆ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ। ਪਰ ਇਹ ਨਹੀਂ ਹੈ ਕਿ ਭਾਰਤ ਦੇ ਵਿੱਚ ਅਜਿਹਾ ਨਹੀਂ ਹੋਇਆ। ਕਈ ਅਸਲ ਵੰਡ ਤੋਂ ਬਾਅਦ ਜਦੋਂ ਕਈ ਅਜਿਹੀਆਂ ਮਸੀਤਾਂ ਸਨ ਜਿਨ੍ਹਾਂ ਦੇ ਉੱਤੇ ਹੁਣ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਸੋ ਕਈ ਥਾਵਾਂ ਦੇ ਉੱਤੇ ਆਪਾਂ ਉਹੀ ਕਹਿੰਦੇ ਕਿ ਅਜਿਹੀ ਸੋਚ ਵਾਲੇ ਹੁੰਦੇ ਆ ਲੋਕ ਜੋ ਕੱਟੜਵਾਦ ਨੂੰ ਵਧਾਵਾ ਦਿੰਦੇ ਆ। ਬਿਲਕੁਲ ਤਰਨ, ਠੀਕ ਹੈ। ਮੈਂ ਇੱਕ ਥੋੜੀ ਜਿਹੀ ਨੌਲੇਜ ਵਾਸਤੇ ਹੋਰ ਗੱਲ ਦੱਸ ਦਿਆਂ। ਇੰਡੀਆ ਦੇ ਵਿੱਚ ਜੀ ਪਾਕਿਸਤਾਨ ਦੀ ਸਾਰੀ ਆਬਾਦੀ ਨਾਲੋਂ ਵੱਧ ਮੁਸਲਿਮਸ ਵਸਦੇ ਨੇ ਜੀ ਸਾਡੇ, ਔਰ ਉਹਨਾਂ ਨੇ ਚੂਜ਼ ਕੀਤਾ ਸੀਗਾ ਇੰਡੀਆ ਦੇ ਨਾਲ ਰਹਿਣਾ। ਉਦੋਂ ਇਹਨਾਂ ਨੂੰ ਕੋਈ
ਜ਼ਬਰਦਸਤੀ ਨਹੀਂ ਸੀ ਰੱਖਿਆ ਗਿਆ, ਉਹ ਕਹਿੰਦੇ ਸੀ ਅਸੀਂ ਇੰਡੀਆ ਦਾ ਹਿੱਸਾ ਰਹਿਣਾ ਚਾਹੁੰਦੇ ਹਾਂ, ਬਿਲਕੁਲ ਐਵੇਂ ਜਿਵੇਂ ਸਿੱਖ ਰਹੇ ਸੀਗੇ। ਔਰ ਹਾਂ ਜਿਹੜੇ ਪਾਕਿਸਤਾਨ ਦੇ ਵਿੱਚ ਗਏ ਨੇ, ਠੀਕ ਹੈ, ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਆਪਣੇ ਬਹੁਤ ਮਸੀਤਾਂ ਐਸੀਆਂ ਸੀਗੀਆਂ ਪੁਰਾਣੀਆਂ ਜਿੱਥੇ ਐਸੇ ਵੇਲੇ ਗੁਰੂ ਘਰ ਬਣੇ ਹੋਏ ਨੇ, ਐਵੇਂ ਉਧਰ ਬਣੇ ਹੋਣਗੇ। ਕੋਈ ਆਪਾਂ ਨੂੰ ਫਿਰ ਇਸ ਗੱਲ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ। ਹਾਂ ਜਦੋਂ ਧਰਮ ਇੱਕ ਪ੍ਰੋਬਲਮ ਹੈ ਹੁੰਦਾ, ਧਰਮ ਪਹਿਲਾਂ ਉਹੀ ਗੱਲ ਕੀਤੀ ਸੀ, ਉਹ ਕੱਟੜਵਾਦ ਆ ਜਾਂਦਾ ਨਾ, ਉਦੋਂ ਪ੍ਰੋਬਲਮ ਹੁੰਦੀ ਹੈ। ਜੇ ਕੱਟੜਵਾਦ, ਕੋਈ ਵੀ ਮਜ਼ਹਬ ਨਹੀਂ ਸਿਖਾਉਂਦਾ ਆਪਸ ਵਿੱਚ ਬੈਰ ਰੱਖਣਾ ਹੈ, ਕੋਈ ਵੀ ਨਹੀਂ ਸਿਖਾਉਂਦਾ। ਹਰ ਧਰਮ ਦੇ ਬੇਸਿਕ ਇੱਕ ਹੀ ਹੈ ਧਰਮ, ਵੀ ਤੁਸੀਂ ਗੁਆਂਢੀ ਨੂੰ ਤੰਗ ਨਾ ਕਰੋ, ਆਪ ਦਾ ਹਿੱਸਾ ਕਿਸੇ ਵੰਡੋ, ਕੋਈ ਕਿਸੇ ਦੀ ਕੋਈ ਗਿਣਤੀ ਹੈ, ਕਿਸੇ ਦੀ ਕੋਈ ਗਿਣਤੀ ਹੈ, ਕਿਸੇ ਨੂੰ ਤੰਗ ਨਾ ਕਰੋ, ਕਿਸੇ ਲੋੜਵੰਦ ਦੀ ਮਦਦ ਕਰੋ, ਆਹ ਕੁਛ ਹੈਗਾ। ਹਰ ਬੇਸਿਕ ਇਹ ਹੈ ਬਹੁਤੇ ਧਰਮਾਂ ਦਾ। ਪਰ ਅਸੀਂ ਉਸ ਤੋਂ ਮੋਰੋਂ ਸਾਰੇ ਕਹਿੰਦੇ ਰੱਬ ਇੱਕ ਹੈ। ਪ੍ਰੋਬਲਮ ਤਾਂ ਉਦੋਂ ਆਉਂਦੀ ਹੈ ਜਦੋਂ ਮੈਂ ਕਹਿੰਦਾ ਮੇਰੇ ਵਾਲਾ ਹੀ ਰੱਬ ਇੱਕ ਹੈ, ਤੁਹਾਡੇ ਵਾਲਾ ਨਹੀਂ ਹੈ, ਉੱਥੇ ਪ੍ਰੋਬਲਮ ਆਉਂਦੀ ਹੈ। ਜੇ ਅਸੀਂ ਇਹ ਗੱਲ ਨੂੰ ਪਰੇ ਕਰ ਦਈਏ ਤਾਂ ਨਿਬੜ ਜਾਂਦੀ ਹੈ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਵਧਦੇ ਹਾਂ ਸਰ। ਆਸਟ੍ਰੇਲੀਆ ਤੇ ਚੀਨ ਦੀ ਥੋੜੀ ਜਿਹੀ ਰਿਸ਼ਤਿਆਂ ਦੀ ਗੱਲ ਕਰ ਲਈਏ। ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦੇ ਰਿਸ਼ਤਿਆਂ ਵਿੱਚ ਵੀ ਲਗਾਤਾਰ ਖਟਾਸ ਆ ਰਹੀ ਆ। ਕਦੇ ਚੀਨ ਦੇ ਜਿਹੜੇ ਸਟੂਡੈਂਟਸ ਨੂੰ ਚੀਨ ਜਿਹੜਾ ਆ ਉਹ ਵਾਰਨਿੰਗ ਦਿੰਦਾ ਹੈ ਕਿ ਆਸਟ੍ਰੇਲੀਆ ਵਿੱਚ ਟਰੈਵਲ ਨਾ ਕੀਤਾ ਜਾਵੇ, ਉੱਥੇ ਖਤਰਾ ਹੋ ਸਕਦਾ ਆ। ਕਦੇ ਆਸਟ੍ਰੇਲੀਆ ਚੀਨ ਦੀਆਂ ਗੱਲਾਂ ਨੂੰ ਡਿਨਾਈ ਕਰਦਾ ਹੈ ਕਿ ਅਜਿਹਾ ਕੁਝ ਨਹੀਂ ਹੈ। ਹੁਣ ਜੋ ਇਸ ਵਕਤ ਸਾਹਮਣੇ ਆਈ ਹੈ ਕਿ ਚੀਨ ਦੇ ਜਿਹੜੇ ਕੁਝ ਸਟੂਡੈਂਟਸ ਨੇ ਉਹ ਆਪਣੇ ਆਪ ਨੂੰ ਕਿਡਨੈਪ ਕਰਕੇ ਦਿਖਾ ਰਹੇ ਨੇ ਕਿ ਉਹਨਾਂ ਦੀ ਕਿਡਨੈਪਿੰਗ ਹੋ ਗਈ ਹੈ, ਇਸ ਸਕੈਮ ਦੇ ਵਿੱਚ ਪਾਏ ਗਏ ਨੇ। ਹਾਂ ਤਰਨ, ਉੱਥੇ ਇੱਕ ਐਸਾ ਗਰੁੱਪ ਬਣੇ ਹੋਏ ਨੇ ਜਿਹੜੇ ਕਿ ਸਟੂਡੈਂਟ ਨੂੰ ਫੜਦੇ, ਉਹਨੂੰ ਮਜਬੂਰ ਕਰਦੇ ਵੀ ਤਾਂ ਸਾਨੂੰ ਇੰਨਾ ਪੈਸਾ ਦੇਣਾ। 3.2 ਮਿਲੀਅਨ ਕਈਆਂ ਨੇ ਇਕੱਠੇ ਕਰ ਲਿਆ ਜੀ। ਇੱਕ ਦੇ ਉੱਤੇ ਸਿਰਫ ਉਹਨੇ 1.4 ਮਿਲੀਅਨ ਡਾਲਰ ਲਿਆ ਜੀ। ਉਹਦੀ ਵੀਡੀਓ ਫਿਰ ਬਣਾਉਂਦੇ ਆ, ਵੀਡੀਓ ਬਣਾ ਕੇ ਕਹਿੰਦੇ ਆ ਭੇਜ ਆਪਦੇ ਘਰਦਿਆਂ ਨੂੰ, ਉਹ ਘਰਦਿਆਂ ਨੂੰ ਭੇਜਦਾ ਉਹ, ਫਿਰ ਉਹਨੂੰ ਉੱਤੇ ਪੈਸੇ ਆਉਂਦੇ ਆ ਜੀ। ਸੋ ਇਹ ਬੜਾ ਵੱਡਾ ਸਕੈਮ ਆਸਟ੍ਰੇਲੀਆ ਦੇ ਵਿੱਚ ਚੱਲਿਆ ਹੈ ਜੀ। ਪਰ ਤਰਨ ਇਕੱਲੇ ਚਾਈਨੀਜ਼ ਸਟੂਡੈਂਟ ਰਹਿਣਗੇ, ਕਿਸੇ ਬਾਕੀ ਨਾਲ ਵੀ ਹੋ ਸਕਦਾ ਇਹ ਗੱਲ ਹੁੰਦੀ ਹੋਵੇ, ਜ਼ਰੂਰ ਇਹ ਗੱਲ ਚੱਲੀ ਹੋਈ ਹੈ ਜੀ। ਪਰ ਸਟੂਡੈਂਟਸ ਨੂੰ ਇਹੋ ਜਿਹੇ ਕੰਮਾਂ ਵਾਸਤੇ ਵਰਤਣਾ, ਜਿਹੜੇ ਬੱਚੇ ਪੜ੍ਹਨ ਵਾਸਤੇ ਗਏ ਹੋਏ, ਸਾਡੇ ਆਪਣੇ ਇੱਥੇ ਬੱਚੇ ਆਏ ਹੋਏ ਨੇ, ਕੁਛ ਇਹੋ ਜਿਹੀ ਗੱਲ ਕੀਤੀ ਜਾਵੇ ਕਿੰਨੀ ਗਲਤ ਗੱਲ ਹੈਗੀ ਹੈ। ਪਰ ਜਿਹੜੇ ਲੋਕ ਧਰਮ ਪੈਸਾ ਹੀ ਹੋ ਜਾਂਦਾ ਨਾ ਤਰਨ, ਉਹਨਾਂ ਵਾਸਤੇ ਕੁਝ ਵੀ ਨਹੀਂ ਰਹਿ ਜਾਂਦਾ। ਉਹ ਸਭ ਪੈਸੇ ਪਿੱਛੇ ਆਪਣੇ ਇੰਡੀਆ 'ਚ ਆਪਾਂ ਆਮ ਦੇਖਦੇ ਹਾਂ, ਮੰਗਣ ਲਾ ਦਿੰਦੇ ਨੇ, ਅੰਗ ਕੱਟ ਦਿੰਦੇ ਨੇ, ਚੰਗੇ ਭਲੇ ਸਿਆਣੇ ਬਣੇ ਤੰਦਰੁਸਤ ਬੱਚਿਆਂ ਨੂੰ ਕੋਈ ਅੰਗ ਮਾਰ ਦਿੰਦੇ ਨੇ ਪੈਸੇ ਇਕੱਠੇ ਕਰਨ ਵਾਸਤੇ। ਫਿਰ ਉਹਨਾਂ ਨੂੰ ਜ਼ਬਰਦਸਤ ਕਿਹਾ ਜਾਂਦਾ ਵੀ ਕਿੰਨੇ ਪੈਸੇ ਇਕੱਠੇ ਕਰਕੇ ਰਹਿਣੇ ਆ। ਪੈਸਾ ਬਹੁਤ ਵੱਡੀ ਚੀਜ਼ ਹੈ, ਬਹੁਤੀਆਂ ਬੁਰਾਈਆਂ ਦੀ ਜੜ ਹੈ, ਜ਼ਰੂਰੀ ਵੀ ਹੈਗਾ, ਇਹਦੇ ਬਿਨਾਂ ਸਰਦਾ ਵੀ ਹੈ ਨਹੀਂ ਜੀ। ਬਿਲਕੁਲ। ਤੇ ਸਰ ਅਗਲੀ ਖਬਰ ਵੱਲ ਰੁਕ ਕਰੀਏ। ਟੋਰਾਂਟੋ ਦੀ ਥੋੜੀ ਜਿਹੀ ਅਸੀਂ ਖਬਰ ਦੀ ਗੱਲ ਕਰ ਲੈਂਦੇ ਹਾਂ। ਟੋਰਾਂਟੋ ਦੇ ਵੱਲੋਂ 23 ਬਾਈਲਾਸ ਜਿਹੜੇ ਆ ਉਹ ਚੇਂਜ ਕੀਤੇ ਜਾ ਰਹੇ ਨੇ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ। ਹਾਂ ਤਰਨ, ਹੋਪਫੁਲੀ ਇਹ ਵੈਨਸਡੇ ਨੂੰ ਜਾਂ ਟਿਊਜ਼ਡੇ ਨੂੰ ਇਹ ਪਾਸ ਹੋ ਜਾਣੇ ਨੇ। ਜਿਹੜੀ ਸਟੇਜ 3 ਆ ਰਹੀ ਹੈ, ਸਟੇਜ 3 ਦੇ ਵਿੱਚ ਜਿਹੜਾ ਕੁਝ ਵੀ ਅਲਾਉਡ ਹੋਏਗਾ, ਮੈਂ ਟੋਰਾਂਟੋ ਦੀ ਗੱਲ ਕਰਨ ਜਾ ਰਿਹਾ ਜੀ, ਉਹ ਔਨ ਟਾਪ ਆਫ ਦੈਟ ਟੋਰਾਂਟੋ ਦੇ ਵਿੱਚ ਕਈ ਲਾਜ਼ ਵੱਖਰੇ ਨੇ ਜਿਹੜੇ ਉਹਨਾਂ ਦੇ ਉੱਪਰ ਦੀ ਲੱਗੇ ਹੋਣਗੇ। ਜਿਹੜੀ ਆਪਣੇ ਤਰਨ ਤੁਸੀਂ ਰੈਸਟੋਰੈਂਟ 'ਚ ਜਾਂਦੇ ਹੋ, ਰੈਸਟੋਰੈਂਟ ਦੇ ਵਿੱਚ ਇਹ ਗੱਲ ਹੋਏਗੀ ਕਿ ਤੁਸੀਂ ਖੜੇ ਨਹੀਂ ਹੋ ਸਕੋਗੇ। ਰੈਸਟੋਰੈਂਟ ਜਿੱਥੇ ਤੁਸੀਂ ਗਏ ਹੋ ਤੁਸੀਂ ਉੱਥੇ ਹੀ ਬੈਠੇ ਰਹਿਣਾ ਹੋਗਾ। ਤੁਹਾਨੂੰ ਖੜਨ ਦਾ ਕਦੋਂ ਮੌਕਾ? ਜਦੋਂ ਤੁਸੀਂ ਆ ਕੇ ਬੈਠਦੇ ਹੋ, ਅਨਲੈਸ ਤੁਸੀਂ ਕਿਤੇ ਵਾਸ਼ਰੂਮ ਜਾਣਾ ਜਾਂ ਤੁਸੀਂ ਪੈਸੇ ਪੇ ਕਰਨ ਜਾਣਾ। ਅਦਰਵਾਈਜ਼ ਆਲ ਦ ਟਾਈਮ ਤੁਸੀਂ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਬੈਠੇ ਹੀ ਰਹਿਣਾ ਪਵੇਗਾ। ਇਸ ਤੋਂ ਬਿਨਾਂ ਤੁਸੀਂ ਕੋਈ ਕੁਛ ਨਹੀਂ ਜੀ ਕਰ ਸਕਦੇ। ਤੇ ਤੁਹਾਨੂੰ ਇੱਕ ਗੱਲ ਹੋਰ ਤਰਨ, ਜਦੋਂ ਤੁਸੀਂ ਐਜ਼ ਏ ਗਰੁੱਪ ਜਾਂਦੇ ਹੋ, ਆਪਸ 4-5 ਜਾਣੇ ਚਲੇ ਜਾਂਦੇ ਹਨ, ਉਹਨਾਂ ਵਿੱਚੋਂ ਇੱਕ ਦੀ ਇਨਫੋਰਮੇਸ਼ਨ ਰੈਸਟੋਰੈਂਟ ਨੂੰ ਮੰਗਣੀ ਪੈਣੀ ਹੈ। ਉਹ ਤੁਹਾਡੇ ਤੋਂ ਮੰਗੇਗਾ ਜੀ, ਤੁਹਾਨੂੰ ਇਨਫੋਰਮੇਸ਼ਨ ਦੇਣੀ ਪੈਣੀ ਹੈ ਇੱਕ ਜਾਣੇ ਦੀ। ਫੁੱਲ ਇਨਫੋਰਮੇਸ਼ਨ ਮੰਗਣਗੇ, ਤੁਹਾਡਾ ਕੰਟੈਕਟ ਨੰਬਰ ਵਗੈਰਾ, ਕਿ ਇਨ ਕੇਸ COVID-19 ਦਾ ਉਦੋਂ ਬਾਅਦ ਕੇਸ ਆ ਜਾਂਦਾ, ਕੋਈ ਹੋ ਸਕਦਾ ਤੁਹਾਡੇ ਕੋਲੇ ਹੋਵੇ ਜਾਂ ਤੁਹਾਡੇ ਨੇੜੇ ਤੇੜੇ ਕੋਈ ਬੈਠਾ ਹੋਵੇ, ਤਾਂ ਉਸ ਕਰਕੇ ਤੁਹਾਨੂੰ ਇਨਫੋਰਮ ਕਰ ਸਕਣ। ਤੁਸੀਂ ਗੈਟ ਰੈਡੀ। ਦੇ ਕੁਐਸਚਨਸ ਤੁਹਾਨੂੰ ਪੁੱਛੇ ਜਾਇਆ ਕਰਨਗੇ। ਇਸ ਹਫਤੇ ਦੇ ਵਿੱਚ ਇਹ ਕਾਨੂੰਨ ਜੀ ਜਿਹੜੀ ਸਾਡੀ ਕਾਉਂਸਲ ਆ ਉਹਦੇ ਵਿੱਚ ਪੇਸ਼ ਹੋ ਜਾਣਾ ਔਰ ਉਹ ਪਾਸ ਵੀ ਹੋ ਜਾਣਾ ਜੀ। ਸੋ ਗੈਟ ਰੈਡੀ। ਜੇ ਤੁਹਾਨੂੰ ਹੋਰ ਆਜ਼ਾਦੀ ਚਾਹੀਦੀ ਹੈ, ਉਹ ਆਜ਼ਾਦੀ ਕੁਝ ਕੰਡੀਸ਼ਨਸ ਤੇ ਮਿਲੇਗੀ ਜੀ, ਤੇ ਉਹ ਆ ਰਹੀਆਂ ਨੇ ਕੰਡੀਸ਼ਨਸ ਜੀ। ਬਿਲਕੁਲ। ਉਧਰ ਕਿਊਬੈਕ ਦੇ ਵਿੱਚ ਵੀ ਕਹਿੰਦੇ ਮਾਸਕ ਜਿਹੜੇ ਆ ਮੈਂਡੇਟਰੀ ਕਰ ਦਿੱਤੇ ਗਏ ਨੇ, ਪਰ ਪ੍ਰੋਟੈਸਟ ਕਰਨ ਵਾਲੇ ਵੀ ਜਿਹੜੇ ਆ ਕਿੱਥੋਂ ਟਿਕਦੇ ਆ, ਉਹ ਵੀ ਕਹਿੰਦੇ ਅਸੀਂ ਨਹੀਂ ਲਗਾਉਣਾ। ਪਰ ਅਗਲਾ ਕਹਿੰਦਾ ਤੁਸੀਂ ਬਿਮਾਰ ਨਾ ਹੋਵੋ, ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ। ਤੁਸੀਂ ਕਹਿੰਦੇ ਨਹੀਂ ਮੈਂ ਤਾਂ ਬਿਮਾਰ ਹੋਣਾ। ਅਸੀਂ ਕਹਿੰਦੇ ਸਾਡੀ ਸਿਹਤ ਸਾਡੀ ਮਰਜ਼ੀ। ਸਹੀ ਗੱਲ ਆ। ਸਿਹਤ ਤੁਹਾਡੀ ਉੱਥੇ ਤੱਕ ਹੀ ਆ ਨਾ ਜਦ ਤੱਕ ਤੁਸੀਂ ਆਪਰੇ ਰਹਿੰਦੇ ਹੋ। ਜਦ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਹੋ, ਤੁਹਾਡੇ COVID-19 ਜਾਂ ਕੋਈ ਹੋਰ ਬਿਮਾਰੀ ਹੈਗੀ ਆ, ਤੁਸੀਂ ਉਹ ਕੈਰੀ ਕਰੀ ਫਿਰਦੇ ਹੋ, ਕਿਸੇ ਹੋਰ ਨੂੰ ਵੰਡਦੇ ਹੋ, ਤਾਂ ਤੁਹਾਡੀ ਕੋਈ ਆਜ਼ਾਦੀ ਨਹੀਂ ਹੈ। ਤੁਹਾਡੀ ਆਜ਼ਾਦੀ ਆਪਦੇ ਵਿੱਚ ਹੈ, ਪਰੇ ਰਹਿਣਾ ਤੁਸੀਂ ਰਹੋ, ਠੀਕ ਹੈ। ਇਹ ਕੁਬੈਕ ਦੇ ਵਿੱਚ ਵੀ ਮੌਂਟਰੀਅਲ 'ਚ ਇਹ ਰੌਲਾ ਪਿਆ ਜੀ, ਕੁਬੈਕ ਸਿਟੀ ਦੇ ਵਿੱਚ ਰੌਲਾ ਪਿਆ ਜੀ। ਰੌਲਾ ਇਉਂ ਪਿਆ ਤਰਨ, ਲੋਕੀ ਉੱਥੇ ਸੀਗੇ ਸਿਰਫ ਸੌਰੀ ਮੈਂ ਕਹਿ ਦਿੰਦਾ ਕਿ ਮੇਰੀ ਗੱਲ ਚੰਗੀ ਨਾ ਲੱਗੇ।
ਉਹ ਕਹਿੰਦੇ ਮਾਸਕ ਲਾਉਣਾ ਨਹੀਂ ਹੈ ਔਰ ਮੁਜ਼ਾਹਰਾ ਹੋ ਰਿਹਾ। ਅੱਛਾ ਗੱਲ ਹੋ ਰਿਹਾ ਹੁੰਦੇ ਵੀ ਥੋੜੇ ਹੀ ਆ ਇਹ, ਤੁਹਾਨੂੰ ਮੈਂ ਦੱਸਿਆ ਕਿ ਵੋਕਲ ਹੁੰਦੇ ਨੇ, ਰੌਲਾ ਪਾਉਣ ਵਾਲੇ ਜ਼ਿਆਦਾ ਹੁੰਦੇ ਨੇ। ਅੱਛਾ ਉਹਦੇ 'ਚ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਜਿਹੜੀ ਕਿ ਠੀਕ ਨਹੀਂ ਹੈ। ਉਹਦੇ 'ਚ ਇੱਕ ਪ੍ਰੈਸ ਰਿਪੋਰਟਰ ਲਾਈਵ ਰਿਪੋਰਟ ਦੇ ਰਹੀ ਹੈ, ਇੱਕ ਤਾਂ ਤੁਹਾਡੀਆਂ ਰਿਪੋਰਟਾਂ ਅਸੀਂ ਦੇ ਰਹੇ ਹਾਂ, ਉੱਥੇ ਵਿੱਚ ਖੜੇ ਹਾਂ ਅਸੀਂ ਤੁਹਾਡੇ ਵਿੱਚ, ਉਹਦੇ ਆਲੇ ਦੁਆਲੇ 2 ਮਰਦ ਆਉਂਦੇ ਨੇ ਜਿਨ੍ਹਾਂ ਤੇ ਮਾਸਕ ਨਹੀਂ ਲਾਇਆ, ਉਹਨੂੰ ਹੱਗ ਕਰਦੇ ਨੇ ਲਾਈਵ ਔਨ ਦਾ ਟੀਵੀ। ਤੁਸੀਂ ਇਮੇਜਿਨ ਕਰੋ, ਇੱਕ ਤਾਂ ਉਹ ਤੁਹਾਡਾ ਕੰਮ ਕਰ ਰਹੀ, ਤੁਹਾਡੇ ਵਾਸਤੇ ਤੁਹਾਨੂੰ ਪ੍ਰਮੋਸ਼ਨ ਹੋ ਰਹੀ ਹੈ ਤੁਹਾਡੀ, ਤੁਸੀਂ ਆਪਦਾ ਕਮਲ ਮਿੱਥ ਕੇ ਉਹਨੂੰ ਆਪਣੀ ਬਿਮਾਰੀ ਦੇ ਰਹੇ ਹੋ ਸਕਦਾ ਤੁਹਾਨੂੰ COVID-19 ਹੋਵੇ, ਔਰ ਤੁਹਾਡਾ ਕੋਈ ਹੱਕ ਵੀ ਹੈ ਨਹੀਂਗਾ ਕਿਸੇ ਨੂੰ ਤੁਰੇ ਜਾਂਦੇ ਤੁਸੀਂ ਐਵੇਂ ਜੱਫੀ ਪਾਈ ਜਾਓ। ਨੋਬਡੀ ਇਜ਼ ਅਲਾਉਡ ਟੂ ਡੂ ਦੈਟ। ਔਰ ਇਹ ਗੱਲ ਇਹ ਕਰਨਾ ਦੀ ਨਿਖੇਧੀ ਜੀ ਅਪ ਟੂ ਪ੍ਰੀਮੀਅਰ ਸਭ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਇਹ ਗੱਲ ਬਹੁਤ ਗਲਤ ਹੋਈ ਹੈ। ਔਰ ਮੇਰਾ ਖਿਆਲ ਹੈ ਜੀ ਥੀਸ ਗਾਇਜ਼ ਵਿਲ ਬੀ ਇਨ ਟਰਬਲ। ਬੜਾ ਸੌਖਾ ਲੱਭਣਾ, ਉਹਨਾਂ ਦੀ ਫੋਟੋ ਆਈਆਂ ਹੋਈਆਂ ਨੇ, ਲਾਈਵ ਹੈਗੇ ਸੀਗੇ ਉਹਨਾਂ ਦੇ, ਮੈਨੂੰ ਲੱਗਦਾ ਜਲਦੀ ਹੀ ਉਹਨਾਂ ਦਰਵਾਜ਼ੇ ਨੂੰ ਦਸਤਖਤ ਹੋਏਗੀ। ਬਿਲਕੁਲ ਜੀ। ਤੇ ਥੋੜਾ ਜਿਹਾ ਭਾਰਤੀ ਵਿਦਿਆਰਥੀਆਂ ਦੀ ਗੱਲ ਜ਼ਰੂਰ ਕਰ ਲਈਏ। ਅਸੀਂ ਕਹਿੰਦੇ ਹਾਂ ਕਿ ਭਾਰਤੀ ਵਿਦਿਆਰਥੀਆਂ ਦਾ ਜਿਹੜਾ ਪਰਚਮ ਆ ਨਾ ਪੂਰੀ ਦੁਨੀਆ ਵਿੱਚ ਲਹਿਰਾਉਂਦਾ ਹੈ। ਨਾਸਾ ਤੋਂ ਲੈ ਕੇ ਗੂਗਲ ਤੱਕ ਦੀ ਅਸੀਂ ਗੱਲ ਕਰ ਲਈਏ ਤਾਂ ਟੌਪ ਦੀਆਂ ਪੋਜੀਸ਼ਨਸ ਦੇ ਉੱਤੇ ਇਸ ਵਕਤ ਭਾਰਤੀ ਜਿਹੜੇ ਆ ਉਹ ਵਿਰਾਜਮਾਨ ਨੇ, ਵੱਖ-ਵੱਖ ਮੁਲਕਾਂ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਬੈਠੇ ਨੇ। ਭਾਰਤੀ ਸਾਇੰਟਿਸਟ ਦੀ ਗੱਲ ਕਰੀਏ ਜੀ, ਇੰਡੀਅਨ 2 ਸਕੂਲ ਗਰਲਸ ਨੇ ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਮੱਲ ਮਾਰੀ ਹੈ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਰਾਧਿਕਾ ਤੇ ਵਿਦੇਹੀ, ਇਹ 2 ਲੜਕੀਆਂ ਨੇ ਜੀ। ਇਹ ਜਿਹੜਾ ਨਾਸਾ ਦਾ ਤਰਨ ਪ੍ਰੋਜੈਕਟ ਹੈ, ਸਾਰੀ ਕੰਟਰੀ, ਸਾਰੀ ਦੁਨੀਆ ਦੇ ਵਿੱਚ ਬੱਚੇ ਪ੍ਰੋਜੈਕਟਸ ਕਰਦੇ ਨੇ, ਨਾਸਾ ਦੇ ਨਾਲ ਇਨ ਟੱਚ ਨੇ। ਔਰ ਇਹ ਚੰਗੀ ਗੱਲ ਹੈ, ਛੋਟੇ ਹੁੰਦੇ ਬੱਚੇ ਨੂੰ ਜੇ ਨਾਸਾ ਦੇ ਨਾਲ ਸੰਬੰਧਿਤ ਹੋ ਜਾਂਦੇ ਆ, ਬੜੀ ਵੱਡੀ ਨੌਲੇਜ ਮਿਲਦੀ ਹੈ, ਬਹੁਤ ਕੁਝ ਹੈਗਾ। ਉਹਦੇ ਵਿੱਚ ਇਹਨਾਂ ਨੇ ਇੱਕ ਐਸਟਰੋਇਡ ਲੱਭਿਆ ਜੀ, ਦੋਨਾਂ ਲੜਕੀਆਂ ਨੇ ਆਪਦੇ ਜਿਹੜਾ ਪ੍ਰੋਗਰਾਮ ਕਰ ਰਹੀਆਂ ਸੀ, ਐਕਸਪੈਰੀਮੈਂਟ ਸੀਗਾ, ਉਹਦੇ ਵਿੱਚ ਇਹਨਾਂ ਨੇ ਐਸਟਰੋਇਡ ਲੱਭਿਆ ਜੀ। ਉਹ ਜਿਹੜਾ ਐਸਟਰੋਇਡ ਆ ਇਸ ਵੇਲੇ ਉਹਦਾ ਨਾਮ ਵੀ ਰੱਖਿਆ ਜੀ HLV 2514। ਮੋਸਟਲੀ ਨੰਬਰਸ ਤੇ ਹੀ ਹੁੰਦਾ, ਤਰਨ ਬਹੁਤ ਐਸਟਰੋਇਡ ਨੇ ਜਿਨ੍ਹਾਂ ਦੇ ਉੱਤੇ ਕਿਸੇ ਦਾ ਨਾਮ ਰੱਖਿਆ ਹੋਏਗਾ। ਉਹ ਜਿਹੜਾ ਐਸਟਰੋਇਡ ਹੈਗਾ ਉਹ ਇਸ ਵੇਲੇ ਮੰਗਲ ਗ੍ਰਹਿ ਦਾ ਗੇੜਾ ਕੱਢ ਰਿਹਾ, ਉਹਦੇ ਦੁਆਲੇ ਘੁੰਮ ਰਿਹਾ ਹੈਗਾ। ਪਰ ਜਿਹੜੇ ਹਿਸਾਬ 'ਚ ਉਹਦਾ ਚੱਕਰ ਚੱਲ ਰਿਹਾ ਹੈਗਾ, ਉਹ ਗੇੜੇ ਦੇ ਨਾਲ ਕੁਝ ਆਪਣੀ ਧਰਤੀ ਦੇ ਨੇੜੇ ਨੂੰ ਆ ਰਿਹਾ ਹੈ। ਅਖੀਰ ਉਹ ਧਰਤੀ ਦੇ ਨੇੜੇ ਆ ਜਾਏਗਾ, ਪਰ ਉਹ ਆਉਣ ਨੂੰ ਹਜੇ ਮੇਰੇ ਖਿਆਲ 1000 ਸਾਲ ਤੋਂ ਉੱਪਰ ਲੱਗਣਗੇ। ਪਰ ਸਟਿਲ ਇਹ ਨਵੀਂ ਖੋਜ ਹੈ ਜੀ, ਲੜਕੀਆਂ ਨੇ ਕੀਤੀ ਹੈ, ਮੱਲ ਮਾਰੀ ਹੈ। ਨਾਸਾ ਦੇ ਵਿੱਚ ਹੈਗੀਆਂ, ਰਹਿੰਦੀਆਂ ਇੰਡੀਆ ਦੇ ਵਿੱਚ ਨਹੀਂ ਜੀ, ਆਪਦੇ ਸਕੂਲ ਦਾ ਇਹਨਾਂ ਦਾ ਪ੍ਰੋਜੈਕਟ ਸੀਗਾ ਜਿਹਦੇ ਦੌਰਾਨ ਇਹਨਾਂ ਨੇ ਇਹ ਚੀਜ਼ ਦੀ ਖੋਜ ਕੀਤੀ ਹੈ। ਬਿਲਕੁਲ ਜੀ। ਇਸ ਵਕਤ ਸਰ ਇੱਕ ਖਬਰ ਸਾਡੇ ਸਾਥੀ ਸਾਹਿਬ ਨੇ ਸਾਨੂੰ ਭੇਜੀ ਹੈ ਤੇ ਇਹਦੇ ਵੀ ਜ਼ਿਕਰ ਕਰ ਲਈਏ, ਹਾਲਾਂਕਿ ਆਪਾਂ ਇਹ ਡਿਸਕਸ ਨਹੀਂ ਕੀਤੀ ਸੀ। ਸੋਨੂ ਸੂਦ ਬਾਲੀਵੁੱਡ ਦੇ ਐਕਟਰ ਅਸੀਂ ਸਾਰੇ ਜਾਣਦੇ ਹਾਂ, ਜਦੋਂ ਪੈਂਡੈਮਿਕ ਹੋਇਆ, ਇੰਡੀਆ ਵਿੱਚ ਲੋਕਡਾਊਨ ਹੋਇਆ ਸਰ, ਜਿਵੇਂ ਉਹਨਾਂ ਨੇ ਬੱਸਿਸ ਚਲਾਈਆਂ, ਉੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਇਆ, ਮਜ਼ਦੂਰਾਂ ਨੇ ਵੀ ਉਹਨਾਂ ਦਾ ਕਾਫੀ ਧੰਨਵਾਦ ਕੀਤਾ। ਹਾਲਾਂਕਿ ਫਿਲਮਾਂ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਆ, ਅਸਲ ਜ਼ਿੰਦਗੀ ਦੇ ਵਿੱਚ ਇਹ ਨਾਇਕ ਨਿਕਲੇ ਨੇ। ਉੱਥੇ ਜਦੋਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਵਿੱਚ ਪਹੁੰਚੇ ਨੇ, ਇਹਨਾਂ ਦਾ ਧੰਨਵਾਦ ਕਰਨ ਲਈ ਕਿਸੇ ਨੇ ਆਪਣੇ ਬੱਚੇ ਦਾ ਨਾਮ ਸੋਨੂ ਸੂਦ ਰੱਖਿਆ, ਕਿਸੇ ਨੇ ਆਪਣੀ ਦੁਕਾਨ ਦਾ ਨਾਮ ਜਿਹੜਾ ਸੋਨੂ ਦੇ ਸੂਦ ਦੇ ਨਾਮ ਦੇ ਉੱਤੇ ਰੱਖਿਆ। ਹੁਣ ਇੱਕ ਜਿਹੜੀ ਖਬਰ ਸਾਹਮਣੇ ਆਈ ਉਹ ਇਹ ਹੈ ਕਿ ਸੋਨੂ ਸੂਦ ਤੱਕ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਹ ਪਹੁੰਚੀ ਆ, ਜਿਹਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਨਾਗੇਸ਼ਵਰ ਰਾਓ ਨਾਮ ਦਾ ਇੱਕ ਕਿਸਾਨ ਟਮਾਟਰ ਦੀ ਖੇਤੀ ਕਰਦਾ। ਉਹਦੇ ਕੋਲ ਬਲਦ ਨਹੀਂ ਹੈਗੇ, ਉਹਦੀਆਂ 2 ਬੇਟੀਆਂ ਨੇ ਜੀ, ਵਿਨਲਾ ਤੇ ਚੰਦਨਾ। ਉਹ ਆਪਣੀਆਂ ਬੇਟੀਆਂ ਨੂੰ ਇੱਕ ਤਰ੍ਹਾਂ ਨਾਲ ਬਲਦ ਵਾਂਗੂ ਉਹ ਆਪਣੇ ਹਲ ਦੇ ਅੱਗੇ ਬੰਨ ਕੇ ਖੇਤ ਦੇ ਵਿੱਚ ਲੈ ਕੇ ਜਾਂਦਾ ਸੀ। ਸੋ ਵੀਡੀਓ ਕਿਸੇ ਨੇ ਉਹਨਾਂ ਦੀ ਉਹ ਬਣਾਈ, ਉਹ ਵੀਡੀਓ ਅੱਗੇ ਸੋਸ਼ਲ ਮੀਡੀਆ ਤੇ ਪਾਈ, ਇੰਨੀ ਵਾਇਰਲ ਹੋਈ ਕਿ ਸੋਨੂ ਸੂਦ ਤੱਕ ਪਹੁੰਚ ਗਈ। ਉਹਨਾਂ ਨੇ ਕਿਹਾ ਕਿ ਇਹ ਕਿਸਾਨ ਡਿਜ਼ਰਵ ਕਰਦਾ ਕਿ ਇਹਨਾਂ ਨੂੰ ਬੈਲ ਦਾ ਇੱਕ ਜੋੜਾ ਦਿੱਤਾ ਜਾਵੇ ਤਾਂ ਕਿ ਬਲਦਾਂ ਦੇ ਜੋੜੇ ਦੇ ਨਾਲ ਖੇਤੀ ਕਮ ਸੇ ਕਮ ਕਰ ਸਕਣ। ਪਰ ਫਿਰ ਉਹਨਾਂ ਦੇ ਦਿਮਾਗ ਵਿੱਚ ਆਇਆ, ਕਹਿੰਦੇ ਬਲਦ ਨਹੀਂ, ਇਹ ਕਿਸਾਨ ਜਿਹੜਾ ਟਰੈਕਟਰ ਡਿਜ਼ਰਵ ਕਰਦਾ। ਜਿਵੇਂ ਹੀ ਉਹਨਾਂ ਨੇ ਗੱਲ ਕੀਤੀ ਤਾਂ ਸ਼ਾਮ ਤੱਕ ਟਰੈਕਟਰ ਕਿਸਾਨ ਦੇ ਘਰ ਪਹੁੰਚਿਆ ਹੋਇਆ ਸੀ। ਦੇਖੋ ਜੀ, ਇਹ ਖਲਨਾਇਕ ਨੇ, ਇਹਨਾਂ ਨੇ ਇਹ ਕੰਮ ਕੀਤਾ, ਤੇ ਜਿਹੜੇ ਮਹਾਨਾਇਕ ਨੇ ਉਹ ਆਪਦੇ ਟਵਿੱਟਰ ਦੇ ਉੱਤੇ ਆ ਕੇ, ਫੇਸਬੁੱਕ ਤੇ ਆ ਕੇ ਇਹ ਕਹਿ ਰਹੇ ਨੇ ਕਿ ਜਿਹੜਾ ਹਸਪੀਟਲ 'ਚ ਮੈਂ ਹੈਗਾ ਉਹਦਾ ਬਹੁਤ ਵਧੀਆ ਇੰਤਜ਼ਾਮ ਹੈਗਾ, ਮੈਂ ਠੀਕ ਹੋ ਰਿਹਾ, ਆਹ ਕੁਝ ਹੋ ਰਿਹਾ। ਈਵਨ ਸਾਰਾ ਮੀਡੀਆ ਇਸ ਕੰਮ ਤੇ ਲੱਗਿਆ ਵੀ ਜੀ ਅੱਜ ਅਮਿਤਾਭ ਬੱਚਨ ਨੂੰ ਟਾਇਲਟ ਵੀ ਗਏ ਸੀਗੇ, ਸੰਗ ਕਰੋ, ਹੋਰ ਕੋਈ ਤੁਹਾਡੇ ਕੋਲ ਖਬਰ ਹੈ ਨਹੀਂ ਗੀ। ਇਹ ਜਿਹੜੇ ਮਹਾਨਾਇਕ ਸਾਹਿਬ ਨੇ, ਇਹ ਪਤਾ ਲੱਗਿਆ ਤਰਨ ਕਿ ਜਿਹੜੇ ਹਸਪੀਟਲ ਦੇ ਵਿੱਚ ਹੈਗੇ ਨੇ ਨਾ, ਇਹ ਉਹਨਾਂ ਦੇ ਬੋਰਡ ਆਫ ਡਾਇਰੈਕਟਰ ਦੇ ਸ਼ਾਇਦ ਮੈਂਬਰ ਨੇ। ਔਰ ਇਹਨਾਂ ਨੇ ਉਹ ਪ੍ਰਮੋਸ਼ਨ ਕੀਤੀ ਹੈ ਜਿਹੜੀ ਇਹ COVID-19 ਹੈ, ਇਹਦਾ ਖਰਚਾ ਬਹੁਤ ਜ਼ਿਆਦਾ ਉਹ ਹਸਪੀਟਲ ਲੈ ਰਿਹਾ ਔਰ ਉਹਦੇ ਪਿੱਛੇ ਸ਼ਾਇਦ ਇਹਨਾਂ ਦੀ ਕੋਈ ਨੈਗੇਟਿਵਿਟੀ ਗਈ ਸੀਗੀ ਉਸ ਹਸਪੀਟਲ ਦੀ। ਤੇ ਅਮਿਤਾਭ ਬੱਚਨ ਸਾਹਿਬ ਇਸ ਤੋਂ ਬਿਨਾਂ ਇੱਕ ਗੱਲ ਹੋਰ ਮੈਂ ਹੁਣ ਤੱਕ ਇਹ ਨਹੀਂ ਦੇਖਿਆ ਕਿ ਅਮਿਤਾਭ ਬੱਚਨ ਨੇ ਕਿਸੇ ਥਾਂ ਤੇ ਦਾਨ ਪੁੰਨ ਕੀਤਾ ਹੋਵੇ। ਇਹ ਜੇ ਲੋਕ ਪੁੰਨ ਕਰਦੇ ਦੱਸਦੇ ਜਾਂ ਹੋ ਸਕਦਾ ਗੁਪਤ ਕਰਦੇ ਹੋਣ, ਇਹ ਕਿਸੇ ਵੀ ਇਹੋ ਜਿਹੇ ਕੰਮ ਦੇ ਵਿੱਚ ਸੋਨੂ ਸੂਦ ਕਰ ਰਿਹਾ। ਅਮਿਤਾਭ ਬੱਚਨ ਕੋਲ ਥੋੜਾ ਪੈਸਾ,
ਕਰੋ, ਕੁਛ ਦੇ ਦਿਓ ਕਿ ਇਕੱਲੇ ਮੋਦੀ ਸਾਹਿਬ ਨੂੰ ਹੀ ਦੇਣੇ ਆ ਜਾਂ ਅੰਬਾਨੀ ਸਾਹਿਬ ਤੋਂ ਲਈ ਜਾਣੇ ਆ, ਕੁਛ ਹੋਰ ਕਰਨਾ। ਤੁਸੀਂ ਕੋਈ ਭਲਾ ਕੰਮ ਵੀ ਕਰ ਦਿਓ, ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਨਸਲਾਂ ਨੇ ਉਹਨਾਂ ਨੂੰ ਲੋਕ ਯਾਦ ਰੱਖਣਗੇ। ਪਰ ਤੁਸੀਂ ਸੋਨੂੰ ਸੂਦ ਤੋਂ ਹੀ ਕੁਛ ਸਿੱਖ ਲਓ। ਬਿਲਕੁਲ ਸਰ, ਜਿਸ ਪ੍ਰਕਾਰ ਨਾਲ ਉਹਨਾਂ ਨੇ ਅੱਗੇ ਹੋ ਕੇ ਕੰਮ ਕੀਤਾ ਨਾ, ਬਾਲੀਵੁੱਡ ਦੇ ਬਾਕੀ ਕਲਾਕਾਰਾਂ ਨੂੰ ਵੀ ਇਸ ਚੀਜ਼ ਤੋਂ ਥੋੜੀ ਜੀ ਸਿੱਖਿਆ ਲੈਣੀ ਚਾਹੀਦੀ ਹੈ। ਹਾਲਾਂਕਿ ਚਲੋ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਉਹਨਾਂ ਨੇ ਜ਼ਰੂਰ ਪੈਸੇ ਪਾਏ, ਪਰ ਉਹਦਾ ਫਾਇਦਾ ਕਿਹਨੂੰ ਪਹੁੰਚਿਆ ਕਿਸੇ ਨੂੰ ਕੁਝ ਨਹੀਂ ਪਤਾ। ਕੋਈ ਚਿੱਠੀ ਨਹੀਂ, ਕੋਈ ਪੱਤਰ ਨਹੀਂ, ਕੁਝ ਨਹੀਂ ਪਤਾ ਹੈਗਾ, ਕੋਈ ਲੇਖਾ ਜੋਖਾ ਨਹੀਂ ਹੈਗਾ ਕਿੱਥੇ ਪੈਸੇ ਲਗਾਏ ਗਏ ਕਿੱਥੇ ਨਹੀਂ ਲਗਾਏ ਗਏ। ਇੱਥੇ ਸਾਹਮਣੇ ਤਾਂ ਦਿਖਦੇ ਤਾਂ ਹੈਗੇ ਆ, ਉਹਨਾਂ ਨਾਲੋਂ ਭਾਵੇਂ ਘੱਟ ਹੀ ਲੱਗੇ ਹੋਣ, ਪਰ ਕਮ ਸੇ ਕਮ ਲੋਕ ਇਸ ਵਕਤ ਦੁਆਵਾਂ ਤਾਂ ਦੇ ਰਹੇ ਆ ਜਿਹੜੇ ਪ੍ਰਤੱਖ ਰੂਪ ਨਾਲ ਉਹਨਾਂ ਨੂੰ ਮਿਲੇ ਆ। ਤਰਨ ਪ੍ਰਧਾਨ ਮੰਤਰੀ ਕੇਅਰ ਫੰਡ ਆ ਜਿਹੜਾ, ਉਦੋਂ ਤਾਂ ਪਾਰਲੀਮੈਂਟ 'ਚ ਕੁਐਸਚਨ ਨਹੀਂ ਜੀ ਕੀਤਾ ਜਾ ਸਕਦਾ। ਉਹ ਐਸਾ ਇਹ ਫੰਡ ਆ, ਐਸੇ ਹਿਸਾਬ ਦੇ ਨਾਲ ਉਹ ਸੈਟਅਪ ਕੀਤਾ ਗਿਆ। ਜਿਹੜਾ ਪਹਿਲਾ ਫੰਡ ਸੀਗਾ ਉਹਨੂੰ ਕੀ ਫਰਕ ਪੈਂਦਾ ਸੀਗਾ, ਜਿਹੜੇ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਹੁੰਦਾ ਸੀਗਾ, ਹਰ ਵਾਰੀ ਉਹਦੇ ਵਿੱਚ ਪੈਸਾ ਜਮ੍ਹਾਂ ਹੁੰਦਾ ਜਦੋਂ ਕੋਈ ਨਾ ਕੋਈ ਵਿਪਤਾ ਪੈਂਦੀ ਹੈ। ਨਵਾਂ ਫੰਡ ਕ੍ਰੀਏਟ ਕਰਨ ਦੀ ਕਿਹੜੀ ਲੋੜ ਸੀਗੀ? ਜੇ ਨਵਾਂ ਫੰਡ ਕ੍ਰੀਏਟ ਕੀਤਾ ਤੇ ਉਹਦੇ ਵਿੱਚ ਕੀ ਆਇਆ, ਕਿੱਥੇ ਜਾਣਾ, ਪਤਾ ਨਹੀਂ ਕਿੱਥੋਂ ਦੀ ਸਰਕਾਰ ਬਦਲ ਹੋਣੀ ਹੈ। ਤਰਨ ਸਰ ਹੁਣ ਖਬਰ ਕਰ ਲੈਣੇ, ਇੱਕ ਲਾਸਟ ਖਬਰ ਹੈ ਜੀ ਟੋਰਾਂਟੋ ਦੀ। ਹਾਂਜੀ। ਘਰਾਂ ਦੀਆਂ ਕੀਮਤਾਂ ਅਸੀਂ ਕਹਿ ਰਹੇ ਹਾਂ ਕਰੋਨਾ ਵਾਇਰਸ ਦੇ ਵਿੱਚ ਸ਼ਾਇਦ ਘਟ ਜਾਣਗੀਆਂ, ਸ਼ਾਇਦ ਦੇਖਿਆ ਜਾਏਗਾ ਕਿ ਹੁਣ ਰੀਅਲ ਸਟੇਟ ਦੀ ਮਾਰਕੀਟ ਤੇ ਇਸ ਦਾ ਥੋੜਾ ਬਹੁਤ ਇੰਪੈਕਟ ਤਾਂ ਪਏਗਾ ਹੀ। ਪਰ ਦੇਖ ਸੁਣਨ ਦੇ ਵਿੱਚ ਆਇਆ ਟੋਰਾਂਟੋ ਦੇ ਵਿੱਚੋਂ ਵਿੱਚ ਇੱਕ ਘਰ ਸਥਿਤ ਹੈ, ਸਿਰਫ ਛੋਟਾ ਜਿਹਾ ਇੱਕ ਘਰ ਹੈ, 2 ਕਮਰਿਆਂ ਦਾ ਘਰ, ਜਿਹਦੇ ਵਿੱਚ ਕੋਈ ਬਹੁਤਾ ਕੋਈ ਖਾਸ ਇੰਟੀਰੀਅਰ ਵੀ ਨਹੀਂ ਹੈਗਾ। ਉਸ ਘਰ ਦੀ ਹੁਣ ਮਾਰਕੀਟ ਜਦੋਂ ਪਤਾ ਲੱਗਿਆ ਵੈਲਿਊ ਪਾਈ ਗਈ ਹੈ ਤਾਂ ਉਹਨਾਂ ਨੇ ਜਿਹੜੀ ਆ ਘਰ ਦੀ ਕੀਮਤ ਇਸ ਵਕਤ ਸੇਲ ਤੇ ਲਗਾਈ ਆ $1 ਮਿਲੀਅਨ। ਨਹੀਂ, ਤੁਸੀਂ ਥੋੜਾ ਜਿਹਾ ਗਲਤ ਕਰ ਗਏ ਤਰਨ। $1 ਘੱਟ ਆ ਉਦੋਂ। ਓਕੇ, ਸਾਰੇ ਨਾ ਹੀ ਹੋਈ ਆ। ਓਕੇ ਚਲੋ ਇਹਨਾਂ ਪੇਪਰ ਰੈਡੀ ਕਰ ਦਿੰਦਾ ਸਰ, ਥੋੜਾ ਜਿਹਾ ਕਰ ਲਓ। $1 ਮਿਲੀਅਨ ਦੀ ਉਹਦੀ ਕੀਮਤ ਹੈ ਜੀ, ਤੇ 2 ਬੈਡਰੂਮ ਦਾ ਜਿਵੇਂ ਤਰਨ ਨੇ ਕਿਹਾ ਜੀ ਉਹ ਘਰ ਆ, ਉਹਦੇ ਨਾਲ ਡਿਟੈਚਡ ਗਰਾਜ ਹੈਗਾ ਜੀ। ਵੈਸੇ ਇੱਕ ਬੜਾ ਇਹਦਾ ਫੀਚਰ ਬੜਾ ਵਧੀਆ ਤਰਨ, ਇਹਦਾ ਜਿਹੜਾ ਸਾਲਾਨਾ ਟੈਕਸ $5300 ਹੀ ਆ, ਜਿਹੜਾ ਕਿ ਵੈਰੀ ਰੀਜ਼ਨੇਬਲ ਆਪਾਂ ਇਫ ਵੀ ਲੁੱਕ ਇਨਟੂ ਦ ਟੋਰਾਂਟੋ ਏਰੀਆ। ਪਰ ਬਹੁਤ ਛੋਟਾ ਘਰ ਹੈਗਾ ਜੀ। ਜੇ ਇਹ ਘਰ ਕੋਵਿਡ-19 ਵੇਲੇ ਜਿਹੜਾ ਜਦੋਂ ਸ਼ੁਰੂ ਹੋਇਆ ਸੀਗਾ, ਲੱਗਦਾ ਸੀਗਾ ਰੀਅਲ ਸਟੇਟ ਨੂੰ ਸ਼ਾਇਦ ਫਰਕ ਪਵੇਗਾ, ਲੱਗਦਾ ਨਹੀਂ ਹੈ ਤਰਨ। ਇੰਨਾ ਛੋਟਾ ਘਰ $1 ਮਿਲੀਅਨ ਵੈਰੀ ਬਿਗ ਨੰਬਰ। ਔਰ ਹੈ ਜੀ ਜਿਹੜੇ ਲੋਕ ਜਾਣਦੇ ਨੇ ਟੋਰਾਂਟੋ ਬਾਰੇ, ਇਹ ਲਿਟਲ ਇਟਲੀ ਦੇ ਏਰੀਆ 'ਚ ਹੈ। ਵੈਸੇ ਜਿਹੜੇ ਸਾਡੇ ਬਾਹਰਲੇ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ, ਸਾਡੇ ਟੋਰਾਂਟੋ ਦੇ ਵਿੱਚ ਬਹੁਤ ਐਸੇ ਏਰੀਆ ਨੇ ਜਿੱਥੇ ਜਿਵੇਂ ਲਿਟਲ ਇੰਡੀਆ, ਲਿਟਲ ਗ੍ਰੀਕ ਟਾਊਨ ਹੈ, ਲਿਟਲ ਇਟਲੀ ਹੈਗਾ। ਸਾਡੇ ਵੱਖਰੇ ਕੰਟਰੀਜ਼ ਦੇ ਜਿਹੜੇ ਲੋਕ ਆਏ ਹੋਏ ਨੇ, ਉਹਨਾਂ ਨੇ ਸਰਟਨ ਏਰੀਆ, ਚਾਈਨਾ ਟਾਊਨ ਹੈਗਾ ਜੀ, ਸਰਟਨ ਏਰੀਏ ਦੇ ਵਿੱਚ ਉਹ ਕੰਸੈਂਟਰੇਸ਼ਨ ਆ ਉਹਨਾਂ ਦੀ, ਔਰ ਉਸ ਜਗ੍ਹਾ ਤੇ ਆਪੋ ਆਪਣੇ ਏਰੀਆ ਬਣੇ ਹੋਏ ਨੇ। ਇਹ ਲਿਟਲ ਇਟਲੀ ਦਾ ਏਰੀਆ ਜੀ, ਪੁਰਤਗਾਲ ਦਾ ਏਰੀਆ ਵੱਖਰਾ ਬਣਿਆ। ਸਾਡੇ ਇੱਥੇ ਸਾਰੀਆਂ ਕੌਮਾਂ ਆਉਂਦੀਆਂ ਨੇ ਜੀ, ਆ ਕੇ ਸੈਟਲ ਹੋਈਆਂ ਨੇ। ਔਰ ਇਹ ਉਸ ਏਰੀਆ ਦੇ ਵਿੱਚ ਯੂਕਲਿਡ ਐਵਨਿਊ ਦੇ ਉੱਤੇ ਘਰ ਹੈਗਾ ਜੀ, ਜੇ ਕੋਈ ਇੰਟਰਸਟ ਹੋਏਗਾ ਜੀ। $1 ਲੈਸ ਦੈਨ $1 ਮਿਲੀਅਨ। I don't know whether it's a good price or not, ਪਰ ਸਮੇਂ ਦੀ ਗੱਲ ਹੈ ਜੀ। ਬਿਲਕੁਲ ਮੌਕੇ ਦੀ ਜਗ੍ਹਾ ਹੈ, ਸੋ ਜਿਹੜਾ ਲੈਣਾ ਚਾਹੁੰਦਾ ਲੈ ਸਕਦਾ ਹੈ ਜੀ। ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਅੱਜ ਫਿਰ ਇੰਟਰਸਟਿੰਗ ਫੈਕਟ ਦੇ ਵਿੱਚ ਅੱਜ ਤੁਹਾਨੂੰ ਕਿਸ ਚੀਜ਼ ਬਾਰੇ ਜਾਣਕਾਰੀ ਮਿਲ ਰਹੀ ਹੈ, ਤੇ ਦਰਸ਼ਕਾਂ ਨੂੰ ਵੀ ਜ਼ਰੂਰ ਅਸੀਂ ਅਪੀਲ ਕਰਾਂਗੇ ਕਿ ਨਾਲ ਦੀ ਨਾਲ ਜੀ ਆਨਸਰ ਜ਼ਰੂਰ ਦਿਓ, ਜਿਨ੍ਹਾਂ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਹੋਵੇ ਸਾਨੂੰ ਦੱਸਿਓ ਜ਼ਰੂਰ। ਮੈਂ ਤਾਂ ਇਹ ਕੋਸ਼ਿਸ਼ ਕਰਦਾ ਨਾ ਤੈਨੂੰ ਥੋੜਾ ਹੌਲੀ ਚੱਲਾਂ, ਕਈ ਵਾਰੀ ਮੈਨੂੰ ਇਉਂ ਜੀ ਹੁੰਦਾ ਨਾ ਜਿਹੜਾ ਜੋ ਕੁਛ ਅੰਦਰ ਆ ਛੇਤੀ ਤੇ ਬਾਹਰ ਕੱਢ ਦਿਓ। ਪਰਸਨੈਲਿਟੀ ਦੀ ਗੱਲ ਕਰਨ ਜਾ ਰਹੇ ਜੀ। ਇਹਨਾਂ ਨੇ ਬਹੁਤ ਕੰਮ ਕੀਤੇ ਨੇ ਜੀ। ਪਹਿਲਾਂ ਜ਼ਿੰਦਗੀ ਦੇ ਵਿੱਚ ਐਕਸਟ੍ਰੀਮ ਇੰਜਨ ਦੇ ਕੰਮ ਵੀ ਕਰਦੇ ਰਹੇ ਆ, ਸੇਲਸਮੈਨ ਰਹੇ ਆ, ਇਹਨਾਂ ਨੇ ਇੰਸ਼ੋਰੈਂਸ ਵੀ ਵੇਚੀ ਆ। ਮੈਂ ਨਾਰਥ ਅਮਰੀਕਨ ਪਰਸਨੈਲਿਟੀ ਹੈ ਜੀ, ਉਹਦੇ ਬਾਰੇ ਗੱਲ ਕਰ ਰਿਹਾ ਜੀ। ਗੈਸ ਸਟੇਸ਼ਨ ਤੇ ਵੀ ਕੰਮ ਕੀਤਾ ਜੀ। ਕਿਸੇ ਵੇਲੇ ਇਹਨਾਂ ਨੇ ਆਪਦੀ ਇਹਨਾਂ ਨੇ ਕੰਪਨੀ ਬਣਾਈ ਸੀ, ਜਿਹੜੀ ਬੋਟ ਵਾਲੀ ਕੰਪਨੀ ਸੀ, ਲੋਕਾਂ ਨੂੰ ਉਰੇ ਪਰੇ ਲੈ ਕੇ ਜਾਂਦੇ ਹੁੰਦੇ ਸੀਗੇ ਜੀ। ਫਿਰ ਇਹਨਾਂ ਨੂੰ ਇੱਕ ਐਸੀ ਗੱਲ ਹੋਈ ਤਰਨ, 62 ਫੌਜ ਵਿੱਚ ਵੀ ਰਹੇ ਨੇ ਜੀ। 62 ਸਾਲ ਦੀ ਤਕਰੀਬਨ ਉਮਰ ਸੀ ਜੀ ਇਹਨਾਂ ਦੀ। ਇਹਨਾਂ ਕੋਲੇ ਇੱਕ ਚੀਜ਼ ਦੀ ਰੈਸਪੀ ਸੀ। ਇਹਨਾਂ ਨੇ, ਹੁਣ ਮੈਂ ਨੇੜੇ ਚੱਲਿਆ, ਰੈਸਪੀ ਸੀ। ਉਹ ਰੈਸਪੀ ਇਹਨਾਂ ਦੀ ਕੰਮ ਕਰਦੀ ਸੀ, ਇਹਨਾਂ ਨੂੰ ਪਤਾ ਸੀ ਕਿ ਵਿਕਣੀ ਹੈ। ਔਰ ਇਹਨਾਂ ਨੇ 62 ਸਾਲ ਦੀ ਉਮਰ 'ਚ ਜਾ ਕੇ, ਜਦੋਂ ਬੰਦਾ ਸੋਚਦਾ ਵੀ ਛੱਡੋ ਪਰੇ, ਮੈਂ ਜਿਹੜਾ ਕੋਈ ਕਰਨਾ ਸੀ ਕਰ ਹਟਿਆ, ਮੈਂ ਕਾਮਯਾਬ ਨਹੀਂ ਹੋ ਸਕਿਆ, ਬਹੁਤੀ ਕਾਮਯਾਬ ਨਹੀਂ ਹੋ ਸਕਿਆ, ਛੱਡੋ ਪਰੇ, ਨਹੀਂ ਜੀ, ਉਦੋਂ ਉਹਨਾਂ ਨੇ ਰੈਸਪੀ ਲੈ ਕੇ ਘਰ ਜਾ ਕੇ ਵੇਚੀ। ਅਖੀਰ ਉਹ ਰੈਸਪੀ ਇੰਨੀ ਵਧੀਆ ਚੱਲੀ ਕਿ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਈ। ਤੇ ਜਦੋਂ ਇਹਨਾਂ ਦੀ ਡੈਥ ਹੋਈ ਹੈ ਜੀ, ਇਹਨਾਂ ਦੀ ਜਿਹੜੀ ਰੈਸਪੀ ਇਹਨਾਂ ਫਰੈਂਚਾਈਜ਼ ਵੇਚੀ। ਫਰੈਂਚਾਈਜ਼ ਦੇ ਤਕਰੀਬਨ 600 ਬ੍ਰਾਂਚਸ ਸੀਗੀਆਂ ਜੀ। ਉਸ ਵੇਲੇ ਵਰਥ ਤਕਰੀਬਨ $2 ਬਿਲੀਅਨ ਸੀਗੀ ਜੀ। ਅੱਜ ਦੇ ਡਾਲਰਾਂ ਦੇ ਵਿੱਚ ਉਹਦੀ ਵਰਥ $6.2 ਬਿਲੀਅਨ ਹੈਗੀ ਹੈ ਜੀ।
ਇਹਨਾਂ ਦੇ ਮੂਹਰੇ ਇੱਕ ਮਿਲਟਰੀ ਦਾ ਰੈਂਕ ਲੱਗਿਆ ਹੈ ਇਹਨਾਂ ਦੇ ਨਾਂ ਦੇ ਮੂਹਰੇ, ਪਰ ਇਹ ਉਹ ਜਿਹੜਾ ਰੈਂਕ ਹੈਗਾ ਜੀ ਉਹ ਆਨਰੇਰੀ ਰੈਂਕ ਸੀਗਾ, ਐਕਚੁਅਲ ਇਹਨਾਂ ਦਾ ਮਿਲਟਰੀ ਦੇ ਵਿੱਚ ਉਹ ਰੈਂਕ ਨਹੀਂ ਸੀਗਾ। ਤੁਸੀਂ ਜਿਹੜੇ ਲੋਕ ਮੀਟ ਲਵਰਸ ਨੇ ਉਹਨਾਂ ਨੇ ਇਹ ਚੀਜ਼ ਜ਼ਰੂਰ ਖਾਧੀ ਹੋਵੇਗੀ ਜੀ। ਇਸ ਵੇਲੇ ਬਹੁਤ ਦੁਨੀਆ ਦੇ ਵਿੱਚ, ਇੰਡੀਆ ਵਿੱਚ ਵੀ ਹੈਗੀ ਹੈ ਜੀ ਇਹ, ਜੇ ਕਿਸੇ ਨੂੰ ਇਸ ਪਰਸਨੈਲਿਟੀ ਦੇ ਬਾਰੇ ਦੱਸ ਸਕਦੇ ਹੋ ਜੀ ਤਾਂ। ਜੀ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ, ਮੈਂ ਵੇਟ ਕਰ ਰਹੀ ਸੀ ਕਿ ਸ਼ਾਇਦ ਨਾਲ ਦੀ ਨਾਲ ਕੋਈ ਰਿਪਲਾਈ ਦੇ ਦੇਗਾ। ਬਿਲਕੁਲ ਅਜੇ ਤੱਕ ਕੋਈ ਰਿਪਲਾਈ ਨਹੀਂ ਉਹ ਆਇਆ। ਭਾਈ ਸਾਰਿਆਂ ਨੇ ਖਾਧਾ ਹੋਇਆ, ਪਹਿਲਾਂ ਜਿਹੜਾ ਬਹੁਤੇ ਇੰਡੀਆ ਤੋਂ ਆਉਂਦੇ ਸੀ ਪਹਿਲਾਂ ਇਹੀ ਖਾਈਦਾ ਹੁੰਦਾ ਸੀਗਾ, ਕੰਟਕੀ ਫਰਾਈਡ ਚਿਕਨ। ਸਰ ਬਿਲਕੁਲ ਸੁਦੇਸ਼ ਵਰਮਾ ਜੀ ਕਹਿ ਰਹੇ ਸੀ ਟਿਮ ਹਾਰਟਨ, ਬਟ ਇਹ ਟਿਮ ਹਾਰਟਨ ਨਹੀਂ ਹੈ ਜੀ, ਟਿਮ ਹਾਰਟਨ ਨਹੀਂ ਹੈ। ਨਹੀਂ ਜੀ, ਕੰਟਕੀ ਫਰਾਈਡ ਚਿਕਨ ਦੇ ਓਨਰ ਹੈ ਜੀ, ਜਿਹੜੇ ਫਾਊਂਡਰ ਹੈ ਜੀ ਕਰਨਲ ਸੈਂਡਰਸ, ਕਰਨਲ ਹਾਰਲੈਂਡ ਡੇਵਿਡ ਸੈਂਡਰਸ। ਕਰਨਲ ਜਿਹੜਾ ਇਹਨਾਂ ਦਾ ਸੀਗਾ ਜੀ ਰੁਤਬਾ, ਮਿਲਟਰੀ ਦਾ ਰੁਤਬਾ ਨਹੀਂ ਸੀ, ਇਹਨਾਂ ਨੂੰ ਆਨਰੇਰੀ ਰੁਤਬਾ ਦਿੱਤਾ ਗਿਆ ਸੀਗਾ ਸੀ ਜਿੱਥੇ। ਔਰ ਇਹ ਜਦੋਂ ਆਪਦੀ ਐਡ ਦੇਣ ਲੱਗ ਪਏ ਇੱਕ ਵਾਰੀ, ਜਦੋਂ ਇਹਨਾਂ ਦੀ ਠੋਡੀ ਦੇ ਉੱਤੇ ਥੋੜੀ ਜਿਹੀ ਦਾੜੀ ਤੇ ਟਾਈ ਬੋਲ ਆਈ ਹੁੰਦੀ ਸੀ, ਉਸ ਤੋਂ ਬਾਅਦ ਪਬਲਿਕ ਦੇ ਵਿੱਚ ਜਦੋਂ ਵੀ ਇਹ ਗਏ ਨੇ ਜੀ, ਇਹ ਉਸੇ ਡਰੈਸ ਦੇ ਨਾਲ ਗਏ ਆ, ਹੋਰ ਕਦੇ ਕੋਈ ਕੱਪੜਾ ਪਾ ਕੇ ਬਾਹਰ ਨਹੀਂ ਸੀ ਜੀ ਗਏ। ਕਰਨਲ ਸੈਂਡਰਸ ਬਿਲਕੁਲ ਜੀ, ਤੁਹਾਡੇ ਗੱਲ ਕਰਨ ਦੇ ਨਾਲ ਨਾਲ ਜੀ ਸੁਦੇਸ਼ ਵਰਮਾ ਜੀ ਦਾ ਤਾਂ ਟਿਮ ਹਾਰਟਨ ਆਇਆ ਸੀ, ਬਟ ਹਰਜੋਤ ਸਿੰਘ ਕਹਿੰਦੇ KFC ਇਸ ਦਾ ਆਨਸਰ। ਜੈਕ ਗਿਲ ਜੀ ਦਾ ਵੀ ਰਿਪਲਾਈ ਆ KFC। ਉਸ ਤੋਂ ਬਾਅਦ ਸਾਨੂੰ ਕੁਝ ਹੋਰ ਰਿਪਲਾਈਜ਼ ਵੀ ਆਏ ਹੋਏ ਨੇ, 5 ਰਿਪਲਾਈਜ਼ ਇਸ ਤੋਂ ਬਾਅਦ ਆ ਚੁੱਕੇ ਨੇ। ਸੇਵਾ ਸਿੰਘ ਜੀ ਕਹਿ ਰਹੇ ਨੇ KFC, ਅਭਿਜੋਤ ਢਿੱਲੋਂ KFC, ਸੋਨੀਆ ਸੂਰਦਰ ਕਹਿ ਰਹੇ ਨੇ KFC, ਸੱਦੀ ਸੁਵੇਸ਼ ਚੰਦਰ ਜੀ ਕਹਿ ਰਹੇ ਨੇ ਮੈਕਡੋਨਲਡ। ਨਹੀਂ ਜੀ, ਇਹ ਗਲਤ ਆਨਸਰ ਹੋ ਗਿਆ, ਅਭਿਜੋਤ ਢਿੱਲੋਂ ਜੀ KFC ਸਹੀ। ਵੈਸੇ ਮੈਨੂੰ ਆਨਸਰ ਜੀ ਕਰਨਲ ਸੈਂਡਰਸ ਚਾਹੀਦਾ, ਬਟ ਯੂ ਆਰ ਕਲੋਜ਼। ਥੈਂਕ ਯੂ ਵੈਰੀ ਮਚ। ਨਹੀਂ ਨਾਈਸ, ਅੱਜ ਫਿਰ ਇੰਨਾ ਹੀ ਕਾਫੀ ਜੀ, ਤੇ ਕੱਲ ਨੂੰ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਫਿਲਹਾਲ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਦੇ ਹੋ, ਨਾਲ ਦੀ ਨਾਲ ਸਾਨੂੰ ਤੁਹਾਡੇ ਕਮੈਂਟਸ ਵੀ ਆਉਂਦੇ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਕਾਲਸ ਕਰਕੇ ਵੀ ਜਿਹੜੇ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ। ਪ੍ਰੋਗਰਾਮ 'ਚ ਹੋਰ ਕੀ ਨਵੀਆਂ ਚੇਂਜਸ ਅਸੀਂ ਕਰ ਸਕਦੇ ਹਾਂ, ਕੀ ਨਵਾਂ ਤੁਸੀਂ ਚਾਹੁੰਦੇ ਹੋ। ਫਿਲਹਾਲ ਦਿਓ ਜੀ ਇਜਾਜ਼ਤ, ਕੱਲ ਨੂੰ ਫਿਰ ਹੋਵੇਗੀ ਮੁਲਾਕਾਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।